अगस्त 12 इतिहास लिखेगा। सिखा मारे नहीं मुकाए जा सकते, सिख आजाद होके रहेंगे। पंजाब आजाद सी और पंजाब आजाद मुल्क होके रहेगा। Maybe the Punjabi people would vote to remain in India. Maybe they would vote for a different relationship to India, separate from an independent state. Maybe that's their right to decide. Khalistan! Khalistan! ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਯੂਕੇ, ਯੂਰਪ, ਦੇਸ਼ ਵਿਦੇਸ਼ ਸਿੱਖ ਚੈਨਲ ਵੇਖ ਰਹੀਆਂ ਸਾਰੀਆਂ ਸੰਗਤਾਂ ਦਾ ਬਿਹਾਈਂਡ ਦਾ ਹੈਡਲਾਈਨਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਹੀ ਨਿੱਘਾ ਸਵਾਗਤ ਹੈ। ਅੱਜ ਦਾ ਇਹ ਪ੍ਰੋਗਰਾਮ ਜਿਹੜਾ ਅਸੀਂ ਜੋ 2020 ਰੈਫਰੈਂਡਮ ਉਹਦਾ ਐਲਾਨਨਾਮਾ ਹੋਇਆ ਉਹਦੇ ਬਾਰੇ ਇਹ ਪ੍ਰੋਗਰਾਮ ਕਰਨ ਵਾਸਤੇ ਅੱਜ ਕੋਈ ਸਟੂਡੀਓ ਦੇ ਵਿੱਚ ਤੇ ਕੁਝ ਮਹਿਮਾਨ ਸਾਡੇ ਇੰਡੀਆ ਦੇ ਵਿੱਚੋਂ ਜੁੜੇ ਹੋਏ ਨੇ, ਜਿਨ੍ਹਾਂ ਦੇ ਵਿੱਚ ਸਰਦਾਰ ਗੁਰਦੇਵ ਸਿੰਘ ਜੀ ਚੌਹਾਨ, ਸ਼੍ਰੋਮਣੀ ਅਕਾਲੀ ਦਲ ਯੂਕੇ, ਅਤੇ ਸਰਦਾਰ ਦਿਲਬਾਗ ਸਿੰਘ ਜੀ ਯੂਰਪ ਇਟਲੀ ਤੋਂ, ਅਤੇ ਉਹਨਾਂ ਤੋਂ ਇਲਾਵਾ ਸਰਦਾਰ ਹਰਿੰਦਰ ਸਿੰਘ ਜੀ ਗਿੱਲ ਸਿੱਖ ਚੈਨਲ ਦੇ ਜੋ ਸੀਨੀਅਰ ਇੰਚਾਰਜ ਨੇ, ਸਰਦਾਰ ਜਸਵੀਰ ਸਿੰਘ ਪੱਟੀ ਐਡੀਟਰ ਨਵਾਂ ਜ਼ਮਾਨਾ, ਅਤੇ ਮਹਿਮਾਨ ਰਮਨਦੀਪ ਸਿੰਘ ਜੀ ਭੰਗਤਰੀ ਅਕਾਲੀ ਦਲ 1920 ਉਹ ਵੀ ਸਾਡੇ ਨਾਲ ਜੁੜੇ ਹੋਏ ਨੇ। ਅਤੇ ਉਹਨਾਂ ਤੋਂ ਇਲਾਵਾ ਸਾਡੇ ਨਾਲ ਜੁੜੇ ਹੋਏ ਨੇ ਕਰਨੈਲ ਸਿੰਘ ਪੀਰ ਮੁਹੰਮਦ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਤੇ ਉਹਨਾਂ ਤੋਂ ਇਲਾਵਾ ਸਾਡੇ ਨਾਲ ਜੁੜੇ ਹੋਏ ਨੇ ਕਾਂਗਰਸ ਪਾਰਟੀ ਵੱਲੋਂ ਸਰਦਾਰ ਕਮਲਜੀਤ ਸਿੰਘ ਜੀ ਬਰਾੜ ਯੂਥ ਕਾਂਗਰਸ, ਤੇ ਮਹਿਮਾਨ ਦੇ ਤੌਰ ਤੇ ਜੁੜੇ ਹੋਏ ਨੇ ਡਾਕਟਰ ਸੁਸ਼ੀਲ ਦੇਵਗਨ ਭਾਰਤੀ ਜਨਤਾ ਪਾਰਟੀ ਵੱਲੋਂ, ਤੇ ਹੋਰ ਵੀ ਸੱਜਣ ਹੋਰ ਵੀ ਮਹਿਮਾਨ ਸਾਡੇ ਨਾਲ ਕਾਲ ਲਾਈਨਾਂ ਤੇ ਜੁੜਨਗੇ। ਸੋ ਆਓ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ 2020 ਰੈਫਰੈਂਡਮ ਉਹਦਾ ਐਲਾਨਨਾਮਾ ਜੋ ਹੋ ਚੁੱਕਾ ਹੈ ਉਹਦੇ ਬਾਰੇ ਗੱਲਬਾਤ ਕਰਨ ਵਾਸਤੇ ਅਸੀਂ ਅੱਜ ਸਾਰੇ ਇਕੱਤਰਿਤ ਹੋਏ ਹਾਂ। ਸਾਰਿਆਂ ਨੂੰ ਪਹਿਲਾਂ ਅਸੀਂ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਜਾਵਾਂ ਜੋ ਕਿ ਮੌਕੇ ਤੇ ਹਾਜ਼ਰ ਸਨ, ਸਟੂਡੀਓ ਦੇ ਵਿੱਚ ਵੀ ਸਾਡੇ ਕੋਲ ਹਾਜ਼ਰ ਬੈਠੇ ਨੇ ਸਰਦਾਰ ਗੁਰਦੇਵ ਸਿੰਘ ਜੀ ਚੌਹਾਨ, ਸ਼੍ਰੋਮਣੀ ਅਕਾਲੀ ਦਲ ਯੂਕੇ। ਭਾਈ ਸਾਹਿਬ ਜੀ, ਮੈਂ ਤੁਹਾਡੇ ਵੱਲ ਆਵਾਂ ਕਿ ਜਿਹੜਾ 2020 ਰੈਫਰੈਂਡਮ ਜਿਹੜਾ ਹੋਇਆ, ਐਲਾਨਨਾਮਾ ਹੋਇਆ, ਤੁਸੀਂ ਮੌਕੇ ਤੇ ਹਾਜ਼ਰ ਸੀ, ਤੇ ਤੁਸੀਂ ਉੱਥੇ ਕੀ ਵੇਖਿਆ, ਜੋ ਆਪਣੇ ਅੱਖੀਂ ਵੇਖਿਆ, ਉਹ ਤੁਸੀਂ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਨਾਲ ਸਾਂਝਾ ਕਰਿਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਲੰਡਨ 2020 ਰੈਫਰੈਂਡਮ ਜਿਹੜਾ ਕਹਿੰਦੇ ਜੀ, ਉਹਦੇ ਵਿੱਚ ਇਹ ਆ ਵੀ ਜਿਹੜਾ ਵੀ ਐਲਾਨਨਾਮਾ ਉੱਥੇ ਹੋਇਆ ਹੈਗਾ ਉਹ ਇੱਕ ਕਿਸਮ ਦੀ ਡੈਕਲੇਰ, ਕਿਉਂਕਿ ਬੜੇ ਚਿਰ ਤੋਂ ਉਹਦੀ ਗੱਲ ਚੱਲ ਰਹੀ ਸੀਗੀ, ਔਰ ਉਹ ਸੀਗਾ ਵੀ ਲੰਡਨ ਇੱਕ ਟੀਚਾ ਮਿਥਰਿਆ ਵੀ ਲੰਡਨ ਤੋਂ, ਕਿਉਂਕਿ ਜੋ ਸਾਡੀ ਬੈਕਗਰਾਊਂਡ ਹੈਗੀ ਆ 1947 ਤੋਂ ਚੱਲੀ ਆ ਰਹੀ ਹੈਗੀ ਆ, ਜੋ ਸਾਡੇ ਨਾਲ ਇਹਨਾਂ ਅੰਗਰੇਜ਼ਾਂ ਨੇ ਵਾਅਦੇ ਕੀਤੇ ਸੀਗੇ, ਜੋ ਇਹਨਾਂ ਨੇ ਸਾਡਾ ਰਾਜ ਲਿਆ ਸੀਗਾ, ਕਿਉਂਕਿ ਸਾਡਾ ਆਪਣਾ ਰਾਜ ਸੀਗਾ, ਔਰ ਇਸ ਕਰਕੇ ਉਹ ਜਗ੍ਹਾ ਮਿੱਥੀ ਗਈ ਸੀ ਕਿ ਜਿਸ ਵੇਲੇ ਸਾਡਾ ਮਹਾਰਾਜਾ ਦਲੀਪ ਸਿੰਘ ਨੂੰ ਉਹਨਾਂ ਨੂੰ ਇੱਥੇ ਲਿਆਂਦਾ ਗਿਆ, ਉਹਨਾਂ ਨਾਲ ਜੋ ਵਾਅਦੇ ਕੀਤੇ ਗਏ ਸੀਗੇ ਉਹਦੇ ਅਕੋਰਡਿੰਗ, ਕੋਈ ਲੰਬੀ ਚੌੜੀ ਗੱਲ ਹੈ ਵੈਸੇ, ਕਿਉਂਕਿ ਇਹਨੂੰ ਮੈਂ ਸ਼ਾਰਟ ਰੱਖਣੀ ਚਾਹੁੰਦਾ, ਉਹਦੇ ਅਕੋਰਡਿੰਗਲੀ ਇਹ ਕੀਤਾ ਗਿਆ ਸੀਗਾ ਭਈ ਜਾਣੀ ਇਹ ਜਿਹੜਾ ਜਗ੍ਹਾ ਹੈਗੀ ਲੰਡਨ ਦੇ ਵਿੱਚ ਹੈ, ਲੰਡਨ ਦੇ ਵਿੱਚ ਇਹ ਜਿਹੜੀ ਇਹਦਾ ਐਲਾਨ ਕਰਨਾ ਹੈਗਾ 2020 ਦਾ। ਸੋ ਇਸ ਕਰਕੇ ਇਹ ਜਗ੍ਹਾ ਰੱਖੀ ਗਈ ਸੀ ਟਰਫਾਲਗਰ ਸਕੁਏਅਰ, ਔਰ ਟਰਫਾਲਗਰ ਸਕੁਏਅਰ ਦੇ ਵਿੱਚ ਤਕਰੀਬਨ ਦੇਸ਼ ਵਿਦੇਸ਼ਾਂ ਦੇ ਉੱਤੋਂ, ਮੇਰਾ ਖਿਆਲ ਹੈ ਭਈ ਯੂਰਪ ਦੇ ਵਿੱਚੋਂ ਬਹੁਤ ਸੰਗਤ ਆਈ ਹੋਈ ਸੀ, ਔਰ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਔਰ ਇੰਗਲੈਂਡ ਦੇ ਵਿੱਚੋਂ ਲਗਭਗ ਉੱਥੇ 10,000 ਪਲੱਸ ਸੰਗਤ ਪਹੁੰਚੀ ਹੋਈ ਸੀ, ਔਰ ਜਿਹਦੇ ਵਿੱਚ ਬੜੇ ਡਿਸਿਪਲਿਨ ਦੇ ਨਾਲ ਉੱਥੇ ਗੱਲਬਾਤ ਹੋਈ ਹੈਗੀ ਆ। ਕੋਈ ਇੱਥੇ ਇਹੋ ਜਿਹਾ ਨਹੀਂ ਹੈਗਾ ਪਹਿਲਾਂ ਵੀ ਕਿਉਂਕਿ ਇਹ ਡੈਮੋਕ੍ਰੈਟਿਕ ਵੇ ਡਿਸਾਈਡ ਕੀਤਾ ਗਿਆ ਵੀ ਜਿਹੜੀ ਵੀ ਗੱਲ ਕਰਨੀ ਉਹ ਡੈਮੋਕ੍ਰੇਟਲੀ ਕਰਨੀ ਚਾਹੁੰਦੇ ਹੈਗੇ ਆ, ਵੀ ਡੈਮੋਕ੍ਰੇਟਿਕਲੀ, ਕਿਉਂਕਿ ਜਿਹੜੀ ਅਸੀਂ ਕਹਿੰਦੇ ਬਿਗੇਸਟ ਜਮਹੂਰੀਅਤ ਹੈਗੀ ਸਾਡੀ ਭਾਰਤ ਜਿਹੜੀ ਹੈਗੀ ਆ,
ਉਹ ਬਿਗੇਸਟ ਜਮਹੂਰੀਅਤ ਦੇ ਕੋਲੋਂ ਅਸੀਂ ਮੰਗ ਕਰਦੇ ਹੈਗੇ ਆ ਵੀ ਉੱਥੇ ਵੀ ਸਾਨੂੰ ਹੱਕ ਦਿੱਤਾ ਜਾਵੇ ਤਾਂ ਕਿ ਅਸੀਂ ਉੱਥੇ ਰੈਫਰੈਂਡਮ ਕਰਾਇਆ ਜਾਵੇ। ਜੇ ਜੋ ਵੀ ਸਾਡੇ ਗਿਲੇ ਗੁੱਸੇ ਹੈਗੇ ਆ ਉਹ ਸਾਰੇ ਉਹ ਸੁਣੇ ਜਾਣ, ਹਾਂਜੀ, ਔਰ ਹੱਕ ਦਿੱਤਾ ਜਾਵੇ। ਕਿਉਂਕਿ ਰੈਫਰੈਂਡਮ ਜਿਹੜੇ ਤੁਹਾਡੇ ਸਾਹਮਣੇ ਸਪੇਨ 'ਚ ਵੀ ਹੋਇਆ, ਵੈਨਜ਼ੂਏਲਾ 'ਚ ਵੀ ਹੋਇਆ, ਹੋਰ ਕਈ ਜਗ੍ਹਾ ਤੇ ਹੋ ਚੁੱਕੇ ਹੈਗੇ ਆ। ਸੋ ਇਸ ਕਰਕੇ ਅਸੀਂ ਇਹ ਜਾਣੀ ਇਹ ਮੰਗ ਕੀਤੀ ਗਈ ਹੈਗੀ ਉੱਥੇ ਵੀ ਸਾਨੂੰ ਵੀ ਉੱਥੇ ਹੱਕ ਦਿੱਤਾ ਜਾਵੇ। ਹੱਕ ਦਿੱਤਾ ਜਾਵੇ। ਠੀਕ ਹੈ ਦਿਲਬਾਗ ਸਿੰਘ ਜੀ, ਤੁਸੀਂ ਵੀ ਉੱਥੇ ਹਾਜ਼ਰ ਸੀਗੇ ਉਸ ਵੇਲੇ, ਤੇ ਉੱਥੇ ਤੁਸੀਂ ਕੀ ਦੇਖਿਆ ਕਿ ਕਿਹੜੀਆਂ ਗੱਲਾਂ ਉੱਥੇ ਕੀਤੀਆਂ ਗਈਆਂ ਜਾਂ ਕਿੰਨੀ ਕੁ ਉੱਥੇ ਸੰਗਤ ਇਕੱਠੀ ਹੋਈ ਆ, ਜਾਂ ਕੀ ਉਹਨਾਂ ਦਾ ਜਿਹੜਾ ਪ੍ਰੋਗਰਾਮ ਸੀਗਾ ਐਲਾਨਨਾਮੇ ਦੇ ਵਿੱਚ ਕਿਸ ਤਰ੍ਹਾਂ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿੱਦਾਂ ਭਾਈ ਸਾਹਿਬ ਨੇ ਦੱਸ ਦਿੱਤਾ ਹੈਗਾ ਕਿ ਇਹ ਵੀ ਉੱਥੇ ਮੌਜੂਦ ਸੀ, ਅਸੀਂ ਵੀ ਪਹੁੰਚੇ ਸੀ, ਤੇ ਸੰਗਤ ਕਾਫੀ ਵਧੀਆ ਢੰਗ ਦੇ ਨਾਲ, ਬੜੇ ਸ਼ਾਂਤਮਈ ਢੰਗ ਦੇ ਨਾਲ ਬਹਿ ਕੇ ਉਹਨਾਂ ਨੇ ਸਾਰੇ ਜਿਹੜਾ ਪ੍ਰੋਗਰਾਮ ਸੀ ਉਹ ਸੁਣਿਆ, ਤੇ ਕੋਈ ਉੱਥੇ ਕੋਈ ਇਹੋ ਜਿਹਾ ਗਲਤ ਗੱਲ ਨਹੀਂ ਕਹੀ ਗਈ ਕਿ ਜਿਹਦੇ ਨਾਲ ਕੋਈ ਮਾਹੌਲ ਖਰਾਬ ਹੋਵੇ ਜਾਂ ਕੋਈ ਆਉਣ ਵਾਲੇ ਸਮੇਂ ਵਿੱਚ ਇੱਦਾਂ ਦੇ ਕੋਈ ਆਪਾਂ ਪ੍ਰੋਗਰਾਮ ਕਰੀਏ ਗੌਰਮੈਂਟ ਆਪਾਂ ਨਾ ਇਜਾਜ਼ਤ ਦੇਵੇ, ਇਹ ਜਿਹਾ ਕੋਈ ਉੱਥੇ ਗੱਲਬਾਤ ਨਹੀਂ। ਬਹੁਤ ਸੋਹਣਾ ਹੋਇਆ, ਬਹੁਤ ਮੀਡੀਆ ਪਹੁੰਚੀ ਸੀ, ਤਕਰੀਬਨ ਸਾਰੀ ਮੀਡੀਆ ਉੱਥੇ ਪਹੁੰਚੀ ਸੀਗੀ, ਤੇ ਬਹੁਤ ਵਧੀਆ ਆਪਣੀ ਕੌਮ ਨੇ, ਆਪਣਾ ਜਿਹੜੇ ਲੋਕ ਸੀਗੇ ਉਹਨਾਂ ਨੇ ਬਹੁਤ ਵਧੀਆ ਸਬੂਤ ਦਿੱਤਾ ਕਿ ਸ਼ਾਂਤਮਈ ਢੰਗ ਦੇ ਨਾਲ ਆਪਣਾ ਰਾਜ ਜਿਹੜਾ ਹੈ ਕਾਇਮ ਕਰਨਾ ਚਾਹੁੰਦੇ ਦੁਬਾਰਾ, ਤੇ ਬਹੁਤ ਵਧੀਆ ਮਾਹੌਲ ਰਿਹਾ। ਤੇ ਆਪਣੇ ਹੱਕਾਂ ਵਾਸਤੇ ਤੇ ਹਰ ਇੱਕ ਨੂੰ ਰਾਈਟ ਹੈਗਾ ਕਿ ਆਪਾਂ ਆਪਣਾ ਹੱਕ ਲਈਏ। ਜੋ ਸਾਡੇ ਨਾਲ ਪਿੱਛੇ ਵਧੀਕੀਆਂ ਹੋਈਆਂ ਨੇ ਤੇ ਉਹਨਾਂ ਦੇ ਰੋਸ ਦੇ ਵਿੱਚ ਹੀ ਇਹ ਸਾਨੂੰ ਕਰਨਾ ਪਿਆ। ਸਾਡੀ ਜਿਹੜੀ ਆਪਣੇ ਜੋ ਵੀ ਆਪਣਾ ਸੰਗਤਾਂ ਆਈਆਂ ਸੀਗੀਆਂ। ਠੀਕ ਹੈ ਜੀ, ਮੈਂ ਫਿਰ ਤੁਹਾਡੇ ਵੱਲ ਫਿਰ ਆਵਾਂਗਾ। ਮੈਂ ਹਰਿੰਦਰ ਸਿੰਘ ਜੀ ਤੁਹਾਡੇ ਵੱਲ ਆਉਣਾ ਚਾਹੁੰਦਾ ਕਿ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਜੋ ਵਿਚਾਰ ਸਰਦਾਰ ਗੁਰਦੇਵ ਸਿੰਘ ਚੌਹਾਨ ਤੇ ਜਾਂ ਸਾਡੇ ਸਰਦਾਰ ਦਿਲਬਾਗ ਸਿੰਘ ਜੀ ਇਟਲੀ ਤੋਂ ਉਹਨਾਂ ਨੇ ਜਿਹੜੇ ਵਿਚਾਰ ਦਿੱਤੇ ਨੇ, ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਜਿਹੜਾ ਇਹ ਇਕੱਠ ਹੋਇਆ ਹੈ ਇਸ ਨੂੰ ਰੋਕਣ ਦੀ ਭਾਰਤੀ ਹਕੂਮਤ ਦੇ ਵੱਲੋਂ ਬੜੀ ਕੋਸ਼ਿਸ਼ ਕੀਤੀ ਗਈ ਆ। ਉਹਨਾਂ ਨੇ ਯੂਕੇ ਦੀ ਸਰਕਾਰ ਨੂੰ ਵੀ ਅਪੀਲ ਕੀਤੀ ਸੀ ਕਿ ਇਹ ਇਕੱਠ ਜਿਹੜਾ ਨਾ ਹੋਣ ਦਿੱਤਾ ਜਾਵੇ, ਪਰ ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲ ਕੀਤੀ ਆ ਕਿ ਇਹ ਸਾਰਾ ਕੁਝ ਜਿਹੜਾ ਆ ਜ਼ਾਬਤੇ ਦੇ ਵਿੱਚ ਰਹਿੰਦਿਆਂ ਹੋਇਆਂ ਕੀਤਾ ਗਿਆ ਆ। ਲੋਕਤੰਤਰ ਦੇ ਆਧਾਰ ਦੇ ਉੱਤੇ ਗੱਲ ਜਿਹੜੀ ਆ ਉਹ ਕੀਤੀ ਗਈ ਆ, ਤੇ ਕੋਈ ਵੀ ਇਹੋ ਜਿਹੀ ਗੱਲ ਜਿਹੜੀ ਉਹ ਨਹੀਂ ਕੀਤੀ ਗਈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਵੇ ਇਸ ਦੀ ਪਰਮਿਸ਼ਨ ਲੈਣ ਦੇ ਵਿੱਚ ਕਿ ਹਾਂ ਜੇਕਰ ਦੁਬਾਰਾ ਕੁਛ ਇਕੱਠ ਜਿਹੜਾ ਆ ਉਹ ਕਰਨਾ ਆ। ਸੋ ਇਹ ਚੀਜ਼ ਜਿਹੜੀ ਇੰਗਲੈਂਡ ਦੇ ਵਿੱਚ ਹੋਈ ਆ, ਭਾਰਤ ਦੀ ਸਰਕਾਰ ਨੇ ਇਸ ਨੂੰ ਰੋਕਣ ਦੀ ਪੂਰੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਆ ਕਿ ਇਹ ਦੇਸ਼ ਦੇ ਟੁਕੜੇ ਕਰਨ ਵਾਲੀ ਜਿਹੜੀ ਗੱਲ ਆ ਉਹ ਕੀਤੀ ਜਾ ਰਹੀ ਆ। ਉਸ ਦੇ ਨਾਲ ਨਾਲ ਜੇਕਰ ਗੱਲ ਕੀਤੀ ਜਾਵੇ ਇੱਥੋਂ ਦੀਆਂ ਜਿਹੜੀਆਂ ਖਾਲਿਸਤਾਨੀ ਪੱਖੀ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਵੀ ਹੰਗਾਰਾ ਜਿਹੜਾ ਆ ਉਹ ਇੰਨਾ ਜ਼ਿਆਦਾ ਵੱਡੇ ਪੱਧਰ ਤੇ ਨਹੀਂ ਮਿਲਿਆ। ਇਸ ਦਾ ਕਾਰਨ ਜਿਹੜਾ ਆ ਉਹ ਵੀ ਅਸੀਂ ਜਾਣਨਾ ਚਾਹਾਂਗੇ ਭਾਈ ਸਾਹਿਬ ਹੋਰਾਂ ਦੇ ਕੋਲੋਂ, ਕਿਉਂਕਿ ਇੱਥੇ ਮੌਕੇ ਦੇ ਉੱਤੇ ਮੌਜੂਦ ਸੀਗੇ ਜਾਂ ਪਹਿਲਾਂ ਵੀ ਇਹ ਗੱਲਬਾਤ ਕਰਦੇ ਰਹੇ ਹੋਣਗੇ। ਜਿਹੜੀ ਟੀਮ ਨੇ ਸਮੁੱਚਾ ਪ੍ਰੋਗਰਾਮ ਉਹ ਲਿਖਿਆ ਸੀਗਾ ਕਿ ਇਹਨਾਂ ਵੱਲੋਂ ਕੀ ਸਵਾਲ ਜਿਹੜੇ ਲਿਖ ਕੇ ਦਿੱਤੇ ਗਏ ਸੀ ਪਿਛਲੇ ਕੁਝ ਸਮੇਂ ਦੇ ਵਿੱਚ, ਕਿਆ ਆ ਗੱਲਾਂ ਕਲੀਅਰ ਕੀਤੀਆਂ ਜਾਣ, ਉਹ ਕਲੀਅਰ ਕਰ ਦਿੱਤੀਆਂ ਗਈਆਂ ਆ ਜਾਂ ਨਹੀਂ ਕੀਤੀਆਂ ਗਈਆਂ। ਕੀ ਰਿਹਾ ਆ ਕਿ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਆ ਉਸ ਦੇ ਵੱਲੋਂ ਵੀ ਉਹਨਾਂ ਖੁੱਲ੍ਹ ਕੇ ਸਮਰਥਨ ਨਹੀਂ ਕੀਤਾ ਗਿਆ, ਤੇ ਹੋਰ ਵੀ ਕਈ ਜਥੇਬੰਦੀਆਂ ਜਿਨ੍ਹਾਂ ਨੇ ਦੱਬੀ ਆਵਾਜ਼ ਦੇ ਵਿੱਚ ਇਸ ਦਾ ਸਮਰਥਨ ਕੀਤਾ ਹੈ। ਠੀਕ ਹੈ ਜੀ, ਮੈਂ ਸਰਦਾਰ ਜਸਵੀਰ ਸਿੰਘ ਜੀ ਤੁਹਾਡੇ ਵੱਲ ਆਵਾਂ। ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸ ਦੀ ਲੋੜ ਕਿਉਂ ਪਈ ਆ ਜਾਂ ਇਹ ਕਿਉਂ ਕਰਨਾ ਪਿਆ? ਵੇਖੋ ਜੀ, ਸਭ ਤੋਂ ਪਹਿਲਾਂ ਤੇ ਮੈਂ ਇਹਨਾਂ ਨੂੰ ਵਧਾਈ ਦੇਵਾਂਗਾ ਰੈਫਰੈਂਡਮ 2020 ਵਾਲਿਆਂ ਵੀ ਉਹਨਾਂ ਦਾ ਪ੍ਰੋਗਰਾਮ ਪੂਰੀ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਨਿਪਟ ਗਿਆ ਜੀ। ਇਹ ਮਹਿਸੂਸ ਕੀਤਾ ਜਾ ਰਿਹਾ ਵੀ ਸ਼ਾਇਦ ਕੋਈ ਗਲਤ ਅਨਸਰ ਆ ਕੇ ਗੜਬੜ ਨਾ ਕਰਨ ਤੇ ਗੜਬੜ ਕਰਨ ਤੇ ਫਿਰ ਨਾ ਸਿੱਖਾਂ ਦਾ ਲੱਗਣਾ ਪਏ ਨਾ ਕੀਤਾ ਵਾ ਜੀ। ਹੁਣ ਮੈਂ ਗੱਲ ਕੋ ਜਿਹੜੀ ਗੱਲ ਤੁਸੀਂ ਕੀਤੀ, ਲੋੜ ਕਿਉਂ ਪਈ ਜੀ? ਲੋੜ ਇਸ ਕਰਕੇ ਪਈ ਆ ਜੀ, ਸਿੱਖਾਂ ਦੀ ਲੜਾਈ ਆ ਸਵੈਮਾਨ ਦੀ ਲੜਾਈ ਜੀ। ਸਿੱਖਾਂ ਦਾ 1947 ਨਾਲ ਜਿਹੜੇ ਵਾਅਦੇ ਕੀਤੇ ਸੀ ਕੋਈ ਪੂਰਾ ਨਹੀਂ ਕੀਤਾ ਗਿਆ। ਸਿੱਖਾਂ ਕੋ ਪਾਣੀ ਖੋਹ ਲਿਆ ਗਿਆ, ਸਿੱਖਾਂ ਦੀ ਰਾਜਧਾਨੀ ਖੋਲੀ ਗਈ, ਸਿੱਖਾਂ ਦੇ ਹੱਕ ਖੋਹ ਲਏ, ਸਿੱਖਾਂ ਦੇ ਜਿਹੜੇ ਵਾਅਦੇ ਕੀਤੇ ਸੀ ਉਹ ਤੋਂ ਮੁੱਕਰ ਗਏ। ਤੇ ਇਸ ਕਰਕੇ ਜਿਹੜੀ ਸੀ ਇਹ ਸਿੱਖਾਂ ਨੂੰ ਲੋੜ ਪਈ ਵੀ ਨਹੀਂ ਹੈ ਸਾਨੂੰ ਸਾਡੇ ਹੱਕ ਤੇ ਦਿਓ, ਘੱਟੋ ਘੱਟ ਸਾਡੇ ਨਾਲ ਵਾਅਦੇ ਕੀਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ। ਅੱਜ ਦੀ ਡੇਟ ਦੇ ਵਿੱਚ ਤੁਸੀਂ ਵੇਖ ਲਓ ਪੰਜਾਬ ਜਿਹੜੀ ਆ ਸਬ ਸਟੇਟ ਬਣਾ ਦਿੱਤੀ ਗਈ ਇਹਨਾਂ ਦੀ। ਕਿਉਂ ਬਣਾ ਦਿੱਤੀ ਗਈ ਹੈ? ਉਹਦੇ ਵਿੱਚ ਬਾਕੀ ਸਟੇਟਾਂ ਲੈ ਲਓ, ਉਹਨਾਂ ਕੋਲ ਡੈਮਾਂ ਕੋਲ ਆਪਣੇ ਅਧਿਕਾਰ ਨੇ, ਉਹਨਾਂ ਕੋਲ ਚੰਡੀਗੜ੍ਹ ਆਪਣੀ ਰਾਜਧਾਨੀ, ਉਹਨਾਂ ਕੋਲ ਆਪਣੀ ਹਾਈ ਕੋਰਟ ਹੈ। ਸਵਾਏ ਪੰਜਾਬ ਤੋਂ ਦੱਸੋ ਕਿਤੇ ਬਾਹਰ ਹੈਗੀ ਕਿਤੇ ਜੀ? ਪੰਜਾਬ ਨੂੰ ਦਿੱਤੇ ਗਏ, ਜਿਸ ਕਰਕੇ 2020 ਦੀ ਲੋੜ ਪਈ। ਔਰ ਮੈਂ ਇਹ ਗੱਲ ਕਹੂੰਗਾ ਸ਼ਾਂਤਮਈ ਤਰੀਕੇ ਨਾਲ ਵੇਖੋ, ਜਿੱਥੇ ਵੀ ਤੁਸੀਂ ਲੜਾਈ ਲੜਦੇ ਹੋ ਸ਼ਾਂਤਮਈ ਤਰੀਕੇ ਨਾਲ ਲੜੋ, ਲੜਨੀ ਚਾਹੀਦੀ ਹੈ। ਇੰਡੀਆ ਦੇ ਵਿੱਚ ਵੀ ਤਾਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਜੇ ਸਿੱਖ ਆਪਣੀ ਸ਼ਾਂਤਮਈ ਤਰੀਕੇ ਨਾਲ ਕੋਈ ਪ੍ਰੋਟੈਸਟ ਕਰਦੇ, ਖਾਲਿਸਤਾਨ ਦੀ ਮੰਗ ਕਰਦੇ ਤੇ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ, ਸਾਡਾ ਸੰਵਿਧਾਨ ਆਜ਼ਾਦ ਦਿੰਦਾ ਵਾ।
ਇਸ ਕਰਕੇ ਸਿੱਖਾਂ ਦੀ ਲੜਾਈ ਸਵੈਮਾਨ ਦੀ ਲੜਾਈ ਹੈ, ਪੰਜਾਬ ਦੇ ਹੱਕਾਂ ਦੀ ਲੜਾਈ ਹੈ, ਸਿੱਖਾਂ ਦੇ ਕੀਤੇ ਵਾਅਦਿਆਂ ਦੀ ਲੜਾਈ ਹੈ, ਜਿਨ੍ਹਾਂ ਨੂੰ ਪੂਰੀ ਕੀਤਾ ਜਾਣਾ ਚਾਹੀਦਾ ਵਾ। ਉਹ ਤਾਂ ਹੀ ਪੂਰੇ ਹੋ ਸਕਦੇ ਜਿਸ ਤਰ੍ਹਾਂ ਮੈਂ ਕਹੂੰਗਾ ਥੋੜਾ ਪਿੱਛੇ ਹੋ ਚੱਲ ਜੂਗਾ। ਗਦਰੀ ਬਾਬਿਆਂ ਨੇ ਲੜਾਈ ਵੀ ਵਿਦੇਸ਼ਾਂ ਤੋਂ ਸ਼ੁਰੂ ਕੀਤੀ ਸੀ ਪੰਜਾਬ ਆਜ਼ਾਦੀ ਦੀ, ਤੇ ਕਾਮਯਾਬ ਹੋਏ ਸੀ। ਜੇ ਵੀਰਾਂ ਨੇ 2020 ਸ਼ੁਰੂ ਕੀਤਾ ਤੇ ਵਧਾਈ ਦੇ ਪਾਤਰ ਹੈ, ਕੋਈ ਗੱਲ ਨਹੀਂ। ਲੇਕਿਨ ਇਹ ਗੱਲ ਕਹੂੰਗਾ ਸ਼ਾਂਤਮਈ ਰਹਿ ਕੇ ਹਿੰਦੁਸਤਾਨ ਦੇ ਕਾਇਦੇ ਕਾਨੂੰਨ ਨੂੰ ਮੁੱਖ ਰੱਖ ਕੇ ਫੇਰ ਹੀ ਕੰਮ ਕੀਤੇ ਜਾਣ, ਤਾਂ ਕਿ ਕਿਸੇ ਕਿਸਮ ਦੀ ਸਿੱਖਾਂ ਨੂੰ ਪ੍ਰੋਬਲਮ ਨਾ ਆਵੇ। ਕਿਉਂਕਿ ਜਿਹੜੇ ਸਾਡੇ ਲੋਕ ਨੇ ਬੀਜੇਪੀ ਵਾਲੇ, ਕਾਂਗਰਸ ਵਾਲੇ, ਜਿਹੜੇ ਸਾਨੂੰ ਛਿੱਤਰ ਮਾਰਨ ਲਈ ਤਿਆਰ ਰਹਿੰਦੇ ਆ। ਮੈਂ ਜਦੋਂ ਦਰਬਾਰ ਸਾਹਿਬ ਦੇ ਵਿੱਚ ਖਾਲਿਸਤਾਨ ਦਾ ਐਲਾਨ ਕੀਤਾ ਗਿਆ ਸੀ ਤੇ ਪਾਕਿਸਤਾਨ ਨੇ ਕਿਹਾ ਸੀ ਕੀਤਾ ਕਿਉਂ ਆ, ਕਿਹਨੇ ਕਰਵਾਇਆ ਵਾ? ਉਦੋਂ ਏਜੰਸੀ ਨੇ ਕਰਵਾਇਆ ਸੀਗਾ, ਭਾਰਤੀ ਏਜੰਸੀ ਨੇ ਕਿਹਾ ਸਿੱਖਾਂ ਨੂੰ ਇੱਕ ਛਿੱਤਰ ਮਾਰਨ ਦਾ ਤਰੀਕਾ ਲੱਭ ਲਓ ਕੋਈ ਨਾ ਕੋਈ। ਇਸ ਕਰਕੇ ਵੇਖਣਾ ਵੀ ਸਿੱਖਾਂ ਨੂੰ ਪੰਜਾਬ ਦੇ ਵਿੱਚ ਬਚਾਉਣਾ ਵੀ ਹੈ, ਉਹਨਾਂ ਦੀ ਰਾਖੀ ਵੀ ਕਰਨੀ, ਉਹਨਾਂ ਦੇ ਹੱਕਾਂ ਦੀ ਵੀ ਗੱਲ ਕਰਨੀ ਹੈ, ਲੇਕਿਨ ਉਹਨਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣਾ। ਠੀਕ ਹੈ ਜੀ। ਮੈਂ ਸਰਦਾਰ ਰਮਨਦੀਪ ਸਿੰਘ ਦੀ ਪੰਕਚਰੀ ਤੁਹਾਡੇ ਵੱਲ ਆਵਾਂ ਕਿ ਜੋ ਜਸਵੀਰ ਸਿੰਘ ਜੀ ਉਹਨਾਂ ਨੇ ਕਿਹਾ, ਤੁਸੀਂ ਕੀ ਕਹਿਣਾ ਚਾਹੋਗੇ? ਵੇਖੋ ਸਰ ਸਾਹਿਬ, ਮੈਂ ਬੜਾ ਕਲੀਅਰ ਇਹ ਬੇਨਤੀ ਤੁਹਾਨੂੰ ਕਰਨੀ ਚਾਹੁੰਦਾ ਹੈ ਕਿ ਸਾਡੇ 1978 ਤੋਂ ਲੈ ਕੇ 90-91 ਤੱਕ, 1978 ਦੇ ਜੇ ਆਪਾਂ 13 ਸਿੰਘਾਂ ਦੀ ਸ਼ਹਾਦਤ ਦੀ ਗੱਲ ਕਰੀਏ, ਉਦੋਂ ਸਰਕਾਰ ਕਿਹਦੀ ਸੀ? ਤੇ 1984 ਦਾ ਦਰਬਾਰ ਸਾਹਿਬ ਤੇ ਅਟੈਕ, 1984 ਦੀ ਸਿੱਖ ਨਸਲਕੁਸ਼ੀ, ਤਾਂ ਫਿਰ SYL ਦਾ ਮੁੱਦਾ, 90-91 ਤੱਕ ਸਾਡੇ ਨੌਜਵਾਨਾਂ ਦੇ ਘਾਣ ਜਿਹੜੇ ਹੋਏ ਹੈਗੇ ਆ, ਤਾਂ ਉਹ ਫਿਰ ਜਸਵੰਤ ਸਿੰਘ ਖਾਲੜਾ ਸਾਹਿਬ ਜਿਹੜੀ ਉਹਨਾਂ ਨੇ ਰਿਪੋਰਟ ਬਣਾਈ ਸੀ ਤੇ ਉਹਨਾਂ ਨੇ ਜਨਤਕ ਕੀਤੀ ਸੀਗੀ, ਤਾਂ ਫਿਰ ਉਹ ਜਦੋਂ ਇਨਸਾਫ ਨਹੀਂ ਮਿਲਿਆ, ਫਿਰ ਅਣਪਛਾਤੇ ਕਹਿ ਕੇ ਸਾਡੇ ਮੁੰਡਿਆਂ ਦੇ ਸੰਸਕਾਰ ਕੀਤੇ ਗਏ। ਕਿੰਨੇ ਨੌਜਵਾਨਾਂ ਦਾ, ਇਹਨਾਂ ਨੌਜਵਾਨੀਆਂ ਘਰ ਉਜਾੜੇ ਇਹਨਾਂ ਨੇ, ਅੱਜ ਵੀ ਚੁੱਲ੍ਹਿਆਂ ਦੇ ਵਿੱਚ ਉਹਨਾਂ ਦੇ ਘਾਹ ਉੱਗਿਆ ਹੋਇਆ ਹੈ। ਬੇਅਦਬੀਆਂ ਜਿਹੜੀਆਂ ਲਗਾਤਾਰ ਮੌਜੂਦਾ ਸਮੇਂ ਦੇ ਵਿੱਚ ਜਾਰੀ ਹੈ। ਸਾਡੇ ਨੌਜਵਾਨ ਜਿਹੜੇ ਪਿਛਲੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ, ਭਾਵੇਂ ਉਹ ਗੁਰਦਾਸਪੁਰ ਸ਼ਹੀਦ ਕਰਵਾਏ, ਭਾਵੇਂ ਉਹ ਇੱਥੇ ਬਾਈਬਲ ਬਰਗਾੜੀ ਦੇ ਵਿੱਚ ਸ਼ਹੀਦ ਕਰਾਏ, ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੋਸ਼ੀਆਂ ਦੀ ਪੁਸ਼ਟ ਪਨਾਹੀ ਕੀਤੀ, ਸਿੱਖਾਂ ਦੇ ਬੱਚਿਆਂ ਨੂੰ ਪੇਪਰ ਦੇਣ ਸਮੇਂ ਕਕਾਰ ਜਿਹੜੇ ਹੈਗੇ ਆ ਉਹਨਾਂ ਦੇ ਕੜੇ ਕਿਰਪਾਨਾਂ ਲਵਾਏ ਜਾਂਦੇ ਆ। ਹਨੂਮਾਨਗੜ੍ਹ ਦੀ ਘਟਨਾ ਹੈ, ਕੁੜੀਆਂ, ਸਿੱਖ ਕੁੜੀਆਂ ਦੇ ਗਲਾਂ ਦੇ ਵਿੱਚੋਂ ਚੁੰਨੀਆਂ ਲਵਾਈਆਂ ਜਾਂਦੀਆਂ ਹੈ। ਤਾਂ ਫਿਰ ਮੇਰਾ ਮਤਲਬ ਇਹ ਗੱਲਾਂ ਜਿਹੜੀਆਂ ਹੈ, ਕਾਲੀਆਂ ਸੂਚੀਆਂ ਜਿਹੜੀਆਂ ਸਿੱਖਾਂ ਦੀਆਂ ਬਣਾਈਆਂ ਜਾਂਦੀਆਂ ਹੈ, ਤੇ ਸੁਪਰੀਮ ਕੋਰਟ ਇਹਨਾਂ ਦੇ ਵਾਸਤੇ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ। ਜੇ ਕਿਤੇ ਕੋਈ ਮੇਜਰ ਟ੍ਰੈਫਿਕ ਵੀ ਲੱਗ ਜਾਵੇ, ਇੱਥੇ ਕਿਤੇ ਦਿੱਲੀ ਦੇ ਵਿੱਚ ਜਾਂ ਬੰਬੇ ਦੇ ਵਿੱਚ ਕਿਤੇ ਟ੍ਰੈਫਿਕ ਲੱਗ ਜਾਵੇ, ਤਾਂ ਉਹਦੇ ਤੇ ਸੁਪਰੀਮ ਕੋਰਟ ਜਿਹੜਾ ਸੰਗਿਆਨ ਲੈ ਲੈਂਦੀ ਹੈ ਕਿ ਅਸੀਂ ਸੰਗਿਆਨ ਲੈਨੇ ਆ। ਤਾਂ ਫਿਰ ਐਡੇ ਸਾਡੇ ਵੱਡੇ ਸਿੱਖਾਂ ਦੇ ਮਾਮਲੇ ਹੋ ਗਏ, ਇਹਨਾਂ ਨੇ ਕੋਈ ਐਕਸ਼ਨ ਨਹੀਂ ਕੀਤਾ, ਕੋਈ ਸਰਕਾਰਾਂ ਚੁੱਪ ਨਾ, ਸੁਪਰੀਮ ਕੋਰਟ ਚੁੱਪ ਹੈ। ਤਾਂ ਫਿਰ 2020 ਦੀ ਜਿਹੜੀ ਮੰਗ ਉੱਠੀ ਹੈ, ਫਿਰ ਇਹ ਉਹਨਾਂ ਨੇ ਉਠਾਈ ਹੈ, ਇਹ ਸਹੀ ਹੈ, ਇਹ ਕੀ ਹੈ ਕੀ ਨਹੀਂ ਹੈ, ਇਹਦੇ ਬਾਰੇ ਬਾਅਦ ਚੋਂ ਗੱਲ ਹੈ। ਪਰ ਆਹ ਗੱਲਾਂ ਦਾ ਜੇ ਸਾਨੂੰ ਇਨਸਾਫ ਨਹੀਂ ਮਿਲਿਆ, ਤਾਂ ਕਰਕੇ 2020 ਦੀ ਮੰਗ ਉਠਾਈ ਹੈ। ਤੁਸੀਂ ਆ ਸਾਰੀਆਂ ਗੱਲਾਂ ਜਿਹੜੀਆਂ ਮੈਂ ਗਿਣਾਈਆਂ ਹੈ, ਇਹਦੇ ਵਿੱਚ ਇੱਕ ਵੀ ਝੂਠ ਹੈ, ਸਰਕਾਰੀ ਨੁਮਾਇੰਦਾ ਕੋਈ ਦੱਸ ਦਵੇ ਸਾਨੂੰ ਇਨਸਾਫ ਦਿਓ, ਸਾਨੂੰ ਇੱਥੇ ਪੰਜਾਬ ਦੇ ਵਿੱਚ ਸਾਡੇ ਹੱਕ ਹਕੂਕ ਮਾਰੇ ਜਾ ਰਹੇ ਸਿੱਖਾਂ ਦੇ, ਕਿਤੇ ਹੈਲਮਟ ਪਵਾਇਆ ਜਾ ਰਿਹਾ, ਕਿਤੇ ਕੁਝ ਪਵਾਇਆ ਜਾ ਰਿਹਾ, ਫਿਰ ਇਹ ਗੱਲ ਉੱਠੀ ਤਾਂ ਹੈ ਨਾ ਜੇ ਸਾਡੇ ਨਾਲ ਧੱਕਾ। ਰਮਨਦੀਪ ਸਿੰਘ ਜੀ, ਮੈਂ ਤੁਹਾਡੇ ਵੱਲ ਫਿਰ ਆਵਾਂਗਾ। ਸਰਦਾਰ ਗੁਰਦੇਵ ਸਿੰਘ ਜੀ, ਜਿਹੜੀ ਗੱਲ ਜਸਵੀਰ ਸਿੰਘ ਉਹਨਾਂ ਨੇ ਆਖੀ ਆ ਤੇ ਜਿਹੜੀ ਗੱਲ ਆਪਣੇ ਰਮਨਦੀਪ ਸਿੰਘ ਪੰਕਤਰੀ ਉਹਨਾਂ ਨੇ ਆਖੀ ਆ ਕਿ ਕਿਤੇ ਨਾ ਕਿਤੇ ਸਿੱਖਾਂ ਨੂੰ ਇਨਸਾਫ ਚਾਹੀਦਾ ਆ, ਤੇ ਜਦੋਂ ਇਨਸਾਫ ਨਹੀਂ ਹੁੰਦਾ ਦਿਸਦਾ ਤੇ ਇਹ ਮੰਗ ਜਿਹੜੀ ਉੱਠੀ ਆ, ਤੁਸੀਂ ਕੀ ਕਹਿਣਾ ਚਾਹੋਗੇ? ਗਿਆਨੀ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਆ ਜਿਹੜੀ ਆਪਣੇ ਹਰਿੰਦਰ ਸਿੰਘ ਉਹਨਾਂ ਨੇ ਗੱਲ ਕੀਤੀ ਹੈ ਨਾ ਪਹਿਲਾਂ, ਉਹ ਗੱਲ ਨਹੀਂ ਕੀਤੀ ਸੀ ਵੀ ਇਹਦੇ ਵਿੱਚ ਜਿਹੜੀ ਖਾਲਸਤਾਨੀ ਜਥੇਬੰਦੀਆਂ ਜਾਂ ਖਾਲਸਤਾਨੀ ਜਿਹੜੇ ਬੰਦੇ ਨਾਅਰਾ ਦੇਣ ਵਾਲੇ ਉਹਦੇ ਵਿੱਚ ਨਹੀਂ ਦਿਸੇ, ਉਹ ਰਾਈਟ ਹੈ, ਉਹਨੇ ਮੈਂਸ਼ਨ ਵੀ ਕੀਤਾ ਜਥੇਬੰਦੀ ਦਾ। ਮੈਂ ਹਰਿੰਦਰ ਸਿੰਘ ਉਹਨਾਂ ਦਾ ਬਹੁਤ ਧੰਨਵਾਦ ਕਰਦਾ, ਜਿਹੜਾ ਕਿ ਉਹਨਾਂ ਨੇ ਬੜਾ ਤਕੜਾ ਸੋਹਣਾ ਪੁਆਇੰਟ ਛੋਇਆ, ਬਹੁਤ ਉਹਨਾਂ ਨੇ ਜਾਣਕਾਰੀ ਜਿਹੜੀ ਰੱਖੀ ਉਹਨੇ, ਔਰ ਬੜੇ ਧਿਆਨ ਨਾਲ ਦੇਖਿਆ, ਔਰ ਇਹ ਗੱਲ ਸਹੀ ਦਰੁਸਤ ਹੈਗੀ ਆ। ਲੇਕਿਨ ਕੱਲ ਦਾ ਜਿਹੜਾ ਉੱਥੇ ਦਾ ਇਕੱਠ ਸੀਗਾ, ਉਹਦੇ ਵਿੱਚ ਜਿੰਨੇ ਕਿ ਵੀ ਸਾਡੇ ਇੱਥੇ ਮੁਜ਼ਾਹਰੇ ਚੱਲਦੇ ਹੈਗੇ ਆ, 6 ਜੂਨ ਦਾ ਮੋਸਟਲੀ ਚੱਲਦਾ, ਮੇਨ ਸਭ ਤੋਂ ਵੱਡਾ ਹੈਗਾ 6 ਜੂਨ ਦੇ ਜਿਸ ਵੇਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਜਾਂਦੇ ਆ, ਉਹ ਸਾਰੀ ਦੁਨੀਆ ਜਾਂਦੀ ਹੈਗੀ ਆ। ਐਉਂ ਰੱਖ ਲਓ ਵੀ ਜਿਹੜੇ 6 ਜੂਨ ਦੇ ਵਿੱਚ ਜਾਂਦੇ ਹੈਗੇ, ਉਹ ਤਾਂ ਤਕਰੀਬਨ ਜਿੱਦਾਂ ਅੱਜ ਚੱਲ ਗਿਆ, ਮੁੜ ਕੇ ਮੋਹਰਲੇ ਸਾਲੇ ਫਿਰ ਤਿਆਰ ਹੁੰਦੇ ਆ। ਠੀਕ ਹੈ।
ਉਹਨੇ ਪੇ ਜਾਣਾ ਹੀ ਜਾਣਾ ਹੈਗਾ। ਲੇਕਿਨ ਜਿਹੜਾ ਕੱਲ ਦਾ ਇਕੱਠ ਸੀਗਾ ਉਹਦੇ ਵਿੱਚ ਬੇਸ਼ੱਕ ਜਿੱਦਾਂ ਉਹਨੇ ਮੈਂਸ਼ਨ ਕੀਤਾ ਨਹੀਂ ਉੱਚ ਸੀ, ਪਰ ਉਹਦੇ ਵਿੱਚ ਇੱਕ ਗੱਲ ਜ਼ਰੂਰ ਆ ਗਈ, ਜਿਹੜੇ 6 ਜੂਨ ਵਾਲੇ ਜੇ ਜਾਣ ਵਾਲੇ ਸੀਗੇ ਉਹ ਘੱਟੋ 30% ਸੀਗੇ, ਲੇਕਿਨ ਨਵੇਂ ਚਿਹਰੇ ਜਿਹੜੇ ਸੀਗੇ ਉਹ 70% ਸੀ ਉਹਦੇ ਸੀਗੇ। ਠੀਕ ਹੈ, ਨਵੇਂ ਚਿਹਰੇ 70। ਇਹਦਾ ਮਤਲਬ ਇੱਥੋਂ ਜਾਣੀ ਇਹ ਵੱਲ ਮਿਲਦਾ ਹੈਗਾ ਇਸ ਮੂਵਮੈਂਟ ਨੂੰ ਭਈ ਜਾਣੀ ਲੋਕ ਜਿਹੜੇ ਅਸੀਂ ਸਮਝਦੇ ਵੀ ਘਰ ਬੈਠੇ ਆ 6 ਜੂਨ ਨੂੰ ਘਟ ਜਾਂਦੇ ਆ, ਉਹ ਲੋਕਾਂ ਦੇ ਵਿੱਚ ਕਿੰਨੀ ਜਾਗਰਤੀ ਵੀ ਲੈ ਬਈ ਹਾਂ ਸਾਡੇ ਨਾਲ ਬੇਇਨਸਾਫੀ ਹੋ ਰਹੀ ਆ, ਇਸ ਕਰਕੇ ਉਹ ਉੱਥੇ ਪਹੁੰਚੇ ਸੀ। ਨੰਬਰ 1। ਨੰਬਰ 2 ਜਿਹੜੇ ਉਹਨੇ ਹੁਣ ਆਪਾਂ ਜਸਵੀਰ ਸਿੰਘ ਨਾਲ ਗੱਲ ਕੀਤੀ 1947 ਦੀ ਗੱਲ, 1947 ਤੋਂ ਲੱਗ ਕੇ ਅੱਜ ਤੱਕ ਜਦੋਂ ਤੁਹਾਡਾ ਸਬਰ ਦਾ ਪਿਆਲਾ ਭਰ ਜਾਂਦਾ ਹੈਗਾ ਤਾਂ ਫਿਰ ਤੁਹਾਡੇ ਕੋਲ ਕੋਈ ਰਾਹ ਨਹੀਂ ਰਹਿ ਜਾਂਦਾ। ਮੈਨੂੰ ਅੱਜ ਸਾਡੇ ਕੈਪਟਨ ਸਾਹਿਬ ਬੈਠੇ ਆ ਨਾ, ਕੈਪਟਨ ਸਾਹਿਬ ਨੇ ਇੱਥੇ ਗੱਲ ਕੀਤੀ ਸੀ, ਉੱਥੇ ਇਹ ਗੱਲ ਚੱਲੀ ਹੈ ਕਿ 84 ਨੂੰ ਭੁੱਲ ਜਾਓ, 84 ਨੂੰ ਭੁੱਲ ਜਾਓ, ਲੋਕੀ ਕਰਦੇ ਜੀ 84 ਨੂੰ ਭੁੱਲ ਜਾਓ। ਕੈਪਟਨ ਸਾਹਿਬ ਦੇ ਪਿਛਲੇ ਸਾਲ ਦੀ ਗੱਲ ਹੈਗੀ ਆ, ਉਹਨਾਂ ਕਹਿੰਦੇ ਸੀ ਲੋਕੀ 500 ਸਾਲ ਦਾ ਇਤਿਹਾਸ ਨਹੀਂ ਭੁੱਲੇ, ਇਹ ਕਹਿੰਦੇ 84 ਨੂੰ ਭੁੱਲ ਜਾਓ, ਕਿੱਦਾਂ ਭੁੱਲ ਜਾਣਗੇ। ਇਹ ਕੈਪਟਨ ਸਾਹਿਬ ਮੈਂ ਆਪ ਇਹ ਲਫ਼ਜ਼ ਸੁਣੇ ਸੀ ਟੈਲੀ ਦੇ ਉੱਤੇ। ਹੁਣ ਰਹੀ ਗੱਲ ਜੀ, ਕੈਪਟਨ ਸਾਹਿਬ ਪਹਿਲੇ ਵਿਅਕਤੀ ਆ ਜਿਨ੍ਹਾਂ ਨੇ ਐਜ ਏ ਕਾਂਗਰਸੀ ਉਹਦਾ ਨਿਖੇਧੀ ਕੀਤੀ ਸੀ, ਸਾਕਾ ਨਹੀਂ ਤਰ੍ਹਾਂ ਗਲਤ ਹੋਇਆ। ਦੇਖੋ ਜੀ, ਮੈਂ ਉਸ ਗੱਲ ਦੇ ਉੱਤੇ ਸਟਿਲ ਆ ਰਿਹਾ ਹੈਗਾ ਵੀ ਉਹਨਾਂ ਨੇ ਨਿਖੇਧੀ ਵੀ ਕੀਤੀ ਸੀ ਉਸ ਵੇਲੇ ਜਦੋਂ 84 ਦਾ ਬਣਾ, ਉਸ ਵੇਲੇ ਉਹ ਨਹੀਂ, ਉਹ ਅਸਤੀਫਾ ਵੀ ਦੇ ਕੇ ਆਏ ਸੀ, ਸਭ ਕੁਝ ਕੀਤਾ ਉਹਨਾਂ ਨੇ। ਮੇਰਾ ਮਤਲਬ ਇਸ ਸਿਰਫ ਕਹਿਣ ਤੋਂ ਜਾਣੀ ਸਾਡੇ ਨਾਲ ਬੇਇਨਸਾਫੀ ਇੱਕ ਨਹੀਂ ਹੋਈ ਹੈਗੀ, ਜੋ ਸਾਡੇ ਨਾਲ ਨਹਿਰੂ ਗਾਂਧੀ ਨੇ ਜੋ ਸੀਸਗੰਜ ਗੁਰਦੁਆਰੇ ਦੇ ਵਿੱਚ 1926 ਵਿੱਚ ਨਹਿਰੂ ਨੇ ਜੋ ਬਾਬਾ ਖੜਕ ਸਿੰਘ ਨੇ 5 ਲੱਖ ਦਾ ਜਿਹੜਾ ਉੱਥੇ ਜਲੂਸ ਕੱਢਿਆ ਸੀ ਲਾਹੌਰ ਦੇ ਵਿੱਚ, ਇਹ ਚੱਲ ਕੇ ਸਾਰੇ ਉੱਥੇ ਗਏ ਸੀ ਵੀ ਬਾਬਾ ਜੀ ਸਾਡੀ ਅਗਵਾਈ ਕਰੋ, ਸਾਨੂੰ ਆਜ਼ਾਦੀ ਲੈ ਦਿਓ, ਤੁਹਾਤੋਂ ਸਾਡਾ ਸਾਰਾ ਕੁਝ ਹੈਗਾ। ਲੰਡਨ ਦੀ ਅਖਬਾਰ ਨੇ ਉਸੇ ਲਿਖਤਾ ਸੀਗਾ ਵੀ ਬਾਬਾ ਖੜਕ ਸਿੰਘ ਦੇ ਜਲੂਸ ਦੇ ਮੋਹਰੇ ਕਾਂਗਰਸ ਦੀ ਜਲੂਸੀ ਜਿਹੀ ਉਹ ਸਾਬਤ ਹੋਈ ਸੀ, ਇੱਥੇ ਲੰਡਨ ਦੀ ਅਖਬਾਰਾਂ ਨੇ ਲਿਖਿਆ ਸੀਗਾ। ਉਸ ਵੇਲੇ ਇਹ ਕਿਹਾ ਗਿਆ ਸੀ ਬਾਬਾ ਜੀ ਜੋ ਤੁਸੀਂ ਮੰਗੋਗੇ ਤੁਹਾਨੂੰ ਦਿੱਤਾ ਜਾਊਗਾ। ਜਿਸ ਵੇਲੇ ਆਜ਼ਾਦੀ ਮਿਲ ਗਈ, ਸਭ ਕੁਝ ਹੋ ਗਿਆ, ਜਿਸ ਵੇਲੇ ਬਾਬਾ ਜੀ ਨੇ ਉਹ ਸਵਾਲ ਰੱਖਿਆ ਉਹ ਜੀ ਅਬ ਸਮਾਂ ਬਦਲ ਚੁੱਕਾ ਹੈ, ਅਬ ਸਮਾਂ ਬਦਲ ਚੁੱਕਾ ਹੈ। ਔਰ ਇਹ ਉਹ ਜਿਹੜਾ ਸਮਾਂ ਬਦਲ, ਉਹ ਚੀਜ਼ਾਂ ਜਿਹੜੀਆਂ ਹਿਸਟਰੀ ਨਹੀਂ ਬਦਲਦੀ ਉਹ ਲਿਖੀ ਹੋਈ ਆ। ਸਰਦਾਰ ਕਪੂਰ ਸਿੰਘ ਨੇ ਸਾਚੀ ਸਾਖੀ ਲਿਖੀ ਹੋਈ ਆ, ਉਹਦੇ ਵਿੱਚ ਡੇਟਾ ਕਪੂਰ ਉਹਦੀਆਂ ਆਪਣੀ ਸਪੀਚਸ ਲਿਖੀ ਹੋਈਆਂ ਹੈਗੀਆਂ, ਉਹ ਚੀਜ਼ਾਂ ਉਹਦੀ ਵੀ ਅਸੀਂ ਪਰਸੋਂ ਸੈਮੀਨਾਰ ਤੇ ਉੱਥੇ ਉਹਦੀ ਵਰਸੀ ਬਣਾਈ ਗਈ ਆ, ਉਹਦੇ ਵਿੱਚ ਹਰ ਚੀਜ਼ ਆਉਂਦੀ ਹੈਗੀ ਆ। ਹੁਣ ਉਹ ਜਿਹੜੀਆਂ ਚੀਜ਼ਾਂ ਲੋਕੀ ਹਿਸਟਰੀ ਨੂੰ ਜਿਹੜੇ ਪੜ੍ਹਦੇ ਆ ਉਹ ਭੁਲਾਉਂਦੇ ਨਹੀਂ ਹੈਗੇ। ਔਰ ਦੂਸਰੀ ਮੈਂ ਇਹ ਗੱਲ ਕਰਦਾ, ਰਮਨਦੀਪ ਸਿੰਘ ਨੇ ਜਿਹੜੀ ਗੱਲ ਕੀਤੀ ਹੈਗੀ ਆ ਨਸਲਕੁਸ਼ੀ ਕੋਈ ਭੁਲੇਖੇ ਵਾਲੀ ਗੱਲ ਨਹੀਂ ਛੱਡੀ, ਇਹ ਉਹਨਾਂ ਨੇ ਸ਼ਾਬਾਸ਼ ਆ ਜਿਹੜੀ ਉਹਨੂੰ ਉੱਥੇ ਇਸ ਵੇਲੇ ਗੱਲ ਇਹ ਜਿਸ ਤਰ੍ਹਾਂ ਜਸਵੀਰ ਸਿੰਘ ਤੇ ਰਮਨਦੀਪ ਸਿੰਘ ਗੱਲ ਚੱਕ ਰਹੇ ਗੱਲ ਕਰ ਰਹੇ, ਮੈਂ ਕਹਿੰਦਾ ਮੈਂ ਉਹਨਾਂ ਦਾ ਧੰਨਵਾਦੀ ਹਾਂ, ਸ਼ਾਬਾਸ਼ ਉਹਨਾਂ ਦੇ ਜੋ ਸਾਡੇ ਨਾਲ ਜਦੋਂ ਸਾਡਾ ਛੱਡਿਆ ਕੀ ਹੈਗਾ ਮੈਨੂੰ ਇਹ ਦੱਸੋ, ਸਾਡਾ ਛੱਡਿਆ ਕੀ। ਮੈਂ ਕਿਹਾ ਸੋਚਦਾ ਅਸੀਂ ਉੱਥੇ ਹੁੰਦੇ ਅਸੀਂ ਅੱਜ ਮੀਟਿੰਗ ਵੇਲੇ ਹੋਣਾ ਸੀਗਾ। ਠੀਕ ਹੈ, ਮੈਂ ਤੁਹਾਡੇ ਨਾਲ ਫਿਰ ਆਵਾਂਗਾ। ਹਾਂਜੀ, ਦਿਲਬਾਗ ਸਿੰਘ ਜੀ ਜਿਵੇਂ ਕਿ ਗੱਲ ਕਰ ਰਹੇ ਸਨ ਚੌਹਾਨ ਸਾਹਿਬ ਜੀ ਵੀ ਜੋ ਨਸਲ ਕੁਸ਼ੀ ਹੋਈ ਆ ਜਾਂ ਜਿਹੜੀਆਂ ਹੋਰ ਚੀਜ਼ਾਂ ਜਿਹੜੀਆਂ ਵਧੀਕੀਆਂ ਹੋ ਰਹੀਆਂ ਉਹ ਕਿਤੇ ਨਾ ਕਿਤੇ ਇਨਸਾਫ ਨਹੀਂ ਮਿਲ ਰਿਹਾ ਸਿੱਖ ਕੌਮ ਨੂੰ, ਤੁਸੀਂ ਕੀ ਕਹਿਣਾ ਚਾਹੋਗੇ? ਬਸ ਆਹੀ ਤੇ ਵਜ੍ਹਾ ਹੈ ਜੀ, ਇਹਦਾ ਮੇਨ ਮਕਸਦ ਇਹੋ ਹੀ ਆਪਾਂ ਨੂੰ ਲੋੜ ਤਾਂ ਹੀ ਪੈਂਦੀ ਵੀ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਪ੍ਰੋਟੈਸਟ ਕਰਨ ਦੀ ਕਿ ਸਾਨੂੰ ਸਾਡੇ ਨਾਲ ਬਹੁਤ ਸਮੇਂ ਪਿਛਲੇ ਸਮੇਂ 'ਚ ਵਧੀਕੀਆਂ ਹੋਈਆਂ ਨੇ ਔਰ ਬੜੇ ਮਾੜੇ ਹਾਲਾਤਾਂ 'ਚ ਆਪਾਂ ਪੰਜਾਬ ਸਾਡਾ ਗੁਜ਼ਰਿਆ। ਮੈਂ ਇੱਕ ਇਕੱਲੇ ਸਿੱਖਾਂ ਦੀ ਗੱਲ ਨਹੀਂ ਕਰਦਾ ਕਿ ਸਿੱਖਾਂ ਨੂੰ ਆਪਾਂ ਨੂੰ ਚਾਹੀਦਾ, ਆਪਾਂ ਪੂਰੇ ਪੰਜਾਬ ਦੀ ਗੱਲ ਕਰਦੇ ਹਾਂ ਕਿ ਸਾਰੇ ਪੰਜਾਬੀ ਬਹੁਤ ਸਾਰੇ ਸਿੱਖਾਂ ਤੋਂ ਇਲਾਵਾ ਵੀ ਇਹ ਚੀਜ਼ ਚਾਹੁੰਦੇ ਨੇ। ਮੈਂ ਥੋੜੀ ਇੱਕ ਐਡ ਕਰ ਦਵਾਂ, ਇਹ ਜਿਹੜਾ 2020 ਆ ਰੈਫਰੈਂਡਮ ਇਹ ਸਿੱਖਾਂ ਲਈ ਨਹੀਂ ਹੈਗਾ, ਸਿੱਖਾਂ ਲਈ ਨਹੀਂ ਹੈਗਾ, ਇਹ ਆਪਾਂ ਕਲੀਅਰ ਕਰ ਦਈਏ, ਇਹ ਪੰਜਾਬੀਆਂ ਲਈ ਆ, ਪੰਜਾਬੀਆਂ ਲਈ ਪੂਰੇ ਪੰਜਾਬ ਵਾਸਤੇ। ਔਰ ਉਹਦੇ ਵਿੱਚ ਇਹ ਗੱਲ ਡਿਕਲੇਅਰ ਕੀਤੀ ਗਈ ਹੈ ਉੱਥੇ ਹਿੰਦੂ ਸਿੱਖ ਈਸਾਈ ਮੁਸਲਮਾਨ ਹੂਐਵਰ ਇਟ ਇਜ਼ ਲਿਵਿੰਗ ਦੇਅਰ, ਉੱਥੇ ਫਿਰ ਡੀਲ ਕੀਤੀ ਜਾਊਗੀ। ਹੁਣ ਇਹ ਨਹੀਂ ਹੋਊਗਾ ਵੀ 14 ਵਿੱਚ 2014 ਵਿੱਚ ਇਲੈਕਸ਼ਨ ਹੋ ਗਈ ਆ, ਆਉਂਦਿਆਂ ਡਿਕਲੇਅਰ ਕਰਤਾ ਹਿੰਦੂ ਰਾਸ਼ਟਰ ਬਣਾਇਆ ਜਾਊਗਾ, ਨੋ ਵੇ ਐਟ ਆਲ, ਇਹ ਨਹੀਂ ਕੁਐਸਚਨ ਹੋਊਗਾ। ਉੱਥੇ ਹਰ ਇੱਕ ਨੂੰ ਬਰਾਬਰ ਦਾ ਹੱਕ, ਜਿਹਦਾ ਮਹਾਰਾਜਾ ਰਣਜੀਤ ਸਿੰਘ ਦਾ ਸ਼ੇਰੇ ਪੰਜਾਬ ਦਾ ਰਾਜ ਸੀਗਾ, ਉਹ ਰਾਜ ਬਣਾਉਣਾ, ਉਸ ਚੀਜ਼ ਨੂੰ ਫੋਲੋ ਕਰਕੇ ਉਹਦੇ ਅਕੋਰਡਿੰਗਲੀ ਹਰ ਚੀਜ਼ ਕੀਤੀ ਜਾਊਗੀ, ਹੱਕ ਨੂੰ ਬਰਾਬਰ ਦਾ ਉੱਥੇ ਸਲੂਕ ਕੀਤਾ ਜਾਊਗਾ। ਹਾਂਜੀ, ਹਰਿੰਦਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ? ਹਰਿੰਦਰ ਸਿੰਘ ਜੀ ਜੀ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਦੇ ਨਾਲ ਇਕੱਠ ਜਿਹੜਾ ਆ ਉਹ ਹੋਇਆ ਆ, ਭਰਵਾਂ ਇਕੱਠ ਹੋਇਆ ਆ, ਭਾਰਤੀ ਏਜੰਸੀਆਂ ਜਿਹੜੀਆਂ ਆ ਉਹਨਾਂ ਦੀ ਨੀਂਦ ਜਿਹੜੀ ਆ ਉਹ ਉੱਡ ਚੁੱਕੀ ਆ। ਸੋ ਹੁਣ ਇਹ ਦੇਖਣਾ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਸੰਭਾਲਣਾ ਕਿਸ ਤਰ੍ਹਾਂ ਆ, ਕਿਉਂਕਿ ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਕਿ 70
ਪਰਸੈਂਟ ਜਿਹੜੇ ਆ ਉਹ ਨਵੇਂ ਚਿਹਰੇ ਆਏ ਸੀਗੇ ਤੇ ਹੋਰ ਅਸੀਂ ਲੋਕਾਂ ਨੂੰ ਕਿਸ ਤਰ੍ਹਾਂ ਦੇ ਨਾਲ ਆਪਣੇ ਜੋੜਨਾ ਆ ਤੇ ਇਸ ਚੀਜ਼ ਨੂੰ ਕਿਸ ਤਰ੍ਹਾਂ ਸੰਭਾਲਣਾ, ਕਿਉਂਕਿ ਜਦੋਂ ਹੀ ਸਿੱਖਾਂ ਦਾ ਕੋਈ ਵੀ ਇਕੱਠ ਹੁੰਦਾ ਆ ਜਿੱਥੇ ਭਰਵਾਂ ਸਮਰਥਨ ਮਿਲਦਾ ਆ ਉੱਥੇ ਹਮੇਸ਼ਾ ਹੀ ਏਜੰਸੀਆਂ ਉਸ ਨੂੰ ਤਾਰਪੀਡੋ ਕਰਨ ਦੀ ਪੂਰੀ ਕੋਸ਼ਿਸ਼ ਕਰਦੀਆਂ ਨੇ। ਸੋ ਹੁਣ ਅਗਲਾ ਟੀਚਾ ਜਿਹੜਾ ਆ ਉਹ ਇਹ ਆ ਕਿ ਇਸ ਨੂੰ ਮੁਕਾਮ ਤੱਕ ਕਿਸ ਤਰ੍ਹਾਂ ਲੈ ਕੇ ਜਾਣਾ ਆ ਤੇ ਨਾਲ ਦੀ ਨਾਲ ਇਸ ਨੂੰ ਖਿੰਡਣ ਤੋਂ ਕਿਸ ਤਰ੍ਹਾਂ ਬਚਾਉਣਾ ਆ ਕਿ ਜਿਹੜੇ ਇਸ ਵਾਰ ਇਸ ਦੇ ਵਿੱਚ ਸ਼ਾਮਲ ਨਹੀਂ ਹੋਏ ਉਹਨਾਂ ਨੂੰ ਵੀ ਅਸੀਂ ਕਿਸ ਤਰ੍ਹਾਂ ਪਿਆਰ ਦੇ ਨਾਲ ਸਮਝਾ ਕੇ ਜਾਂ ਕਹਿ ਕੇ ਜਾਂ ਦੱਸ ਕੇ ਜਾਂ ਜਿਸ ਤਰ੍ਹਾਂ ਵੀ ਉਹ ਆਉਂਦੇ ਉਹਨਾਂ ਨੂੰ ਵੀ ਸ਼ਾਮਲ ਕਰੀਏ। ਇਹ ਵੀ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਸਿੰਘ ਤੁਹਾਡੇ ਵੱਲ ਫੇਰ ਆਵਾਂਗਾ। ਇਹ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਕਰਨੈਲ ਸਿੰਘ ਜੀ, ਪੀਰ ਮੁਹੰਮਦ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ, ਉਹ ਸਾਡੇ ਨਾਲ ਜੁੜ ਚੁੱਕੇ ਨੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਕਰਨੈਲ ਸਿੰਘ ਜੀ, ਜਿਵੇਂ ਕਿ ਤੁਸੀਂ ਵੇਖਿਆ ਕਿ ਲੰਡਨ ਦੇ ਵਿੱਚ ਜਿਹੜਾ ਕਿ ਐਲਾਨਨਾਮਾ ਹੋਇਆ 2020 ਰੈਫਰੈਂਡਮ ਨੂੰ ਲੈ ਕੇ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਇਹ ਦੇਖੋ ਜੀ, ਸਿੱਖ ਕੌਮ ਦੀ ਆਜ਼ਾਦੀ ਵਾਸਤੇ ਬੜੇ ਲੰਮੇ ਸਮੇਂ ਤੋਂ ਅਸੀਂ ਸੰਘਰਸ਼ ਲੜਦੇ ਆ ਰਹੇ ਹਾਂ। ਉਸੇ ਦਾ ਇੱਕ ਪੜਾਅ ਹੈ ਜਿਹੜਾ ਕਿ ਕੱਲ ਕੀਤਾ ਗਿਆ ਹੈ ਲੰਡਨ ਐਲਾਨਨਾਮੇ ਦੇ ਵਿੱਚ, ਕਿਉਂਕਿ ਸਿੱਖ ਕੌਮ ਦੇ ਨਾਲ ਜਿੰਨੀਆਂ ਵੀ ਜ਼ਿਆਦਤੀਆਂ ਹੋਈਆਂ ਨੇ ਉਹਨਾਂ ਵਾਸਤੇ ਜਿਹੜਾ ਇੱਕ ਸੰਘਰਸ਼ ਲੜਿਆ ਜਾ ਰਿਹਾ ਪਿਛਲੇ ਲੰਮੇ ਸਮੇਂ ਤੋਂ, ਜਿਸ ਦੇ ਵਿੱਚ 1984 6 ਜੂਨ 1984 ਦਾ ਜਿਹੜਾ ਦਰਬਾਰ ਸਾਹਿਬ ਦੇ ਉੱਪਰ ਹਮਲਾ, ਨਵੰਬਰ 1984 ਦੇ ਵਿੱਚ ਸਿੱਖ ਨਸਲਕੁਸ਼ੀ, ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀ ਕਤਲੋਗਾਰਤ ਕੀਤੀ ਗਈ ਹੈ ਜਿਹਦੇ ਵਿੱਚ ਸਾਡੀ ਜਵਾਨੀ ਦਾ ਘਾਣ ਹੋਇਆ, ਤੇ ਉਸ ਤੋਂ ਬਾਅਦ ਜਦੋਂ ਇਨਸਾਫ ਵਾਸਤੇ ਹਰ ਜਗ੍ਹਾ ਦੇ ਉੱਤੇ ਜਾ ਕੇ ਨਹੀਂ ਮਿਲਿਆ, ਤਾਂ ਉਸ ਤੋਂ ਬਾਅਦ ਜਿਹੜੀ ਸਿੱਖ ਜਥੇਬੰਦੀਆਂ ਆਪਣੀ ਜਦੋਜਹਿਦ ਕਰ ਰਹੀਆਂ ਨੇ, ਮੈਂ ਸਮਝਣਾ ਉਹ ਉਸੇ ਦਾ ਹੀ ਇੱਕ ਪੜਾਅ ਹੈ। ਠੀਕ ਹੈ, ਹਾਂਜੀ ਹਾਂਜੀ ਜੀ, ਹਾਂਜੀ ਠੀਕ ਹੈ ਜੀ। ਤੇ ਮੈਂ ਪੱਟੀ ਸਾਹਿਬ ਤੁਹਾਡੇ ਵੱਲ ਆਵਾਂ ਕਿ ਜਿਹੜਾ ਕਰਨੈਲ ਸਿੰਘ ਜੀ ਉਹਨਾਂ ਨੇ ਜੋ ਗੱਲ ਕਹੀ ਆ ਵੀ ਜਿਹੜਾ ਕੋਈ ਇਨਸਾਫ ਨਹੀਂ ਮਿਲ ਰਿਹਾ ਜਾਂ ਲੰਬੇ ਸਮੇਂ ਤੋਂ ਇਸ ਤਰ੍ਹਾਂ ਹੋ ਰਿਹਾ, ਤੁਸੀਂ ਕੀ ਕਹਿਣਾ ਚਾਹੋਗੇ? ਵੇਖੋ ਜੀ, ਸਿੱਖ ਕੌਮ ਦਾ ਇਤਿਹਾਸ ਤੁਸੀਂ ਵੇਖ ਲਓ, ਇਹ ਤੇ ਦੂਜਿਆਂ ਨੂੰ ਇਨਸਾਫ ਦਿਵਾਉਂਦੇ ਰਹੇ। ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰ ਲਓ ਤੇ ਜਿਹੜਾ ਜਨੇਊ ਪਹਿਨਣ ਤੋਂ ਉਹਨਾਂ ਇਨਕਾਰ ਕੀਤਾ ਤੇ ਨਵੇਂ ਪਾਤਸ਼ਾਹ ਤੋਂ ਜਨੇਊ ਦੀ ਰਾਖੀ ਕਰਦੇ ਆਪਣੀ ਸ਼ਹਾਦਤ ਦਿੱਤੀ। ਔਰ ਮੈਂ ਉਸ ਤੋਂ ਇਲਾਵਾ ਗੱਲ ਕਰਾਂ, ਜੀ ਵੀਰ ਜੀ ਨੇ ਪਹਿਲਾਂ ਗੱਲ ਕੀਤੀ ਹੈ, ਮੈਂ ਕਹੂੰ 1885 ਦੇ ਵਿੱਚ ਕਾਂਗਰਸ ਦੀ ਬੁਨਿਆਦ ਰੱਖੀ ਗਈ ਜੀ। 1920 ਤੱਕ ਕਿਸੇ ਨਹੀਂ ਪੁੱਛਿਆ ਕਾਂਗਰਸ ਨੂੰ, ਤੇ ਜਦੋਂ ਪੰਜਾਬ ਦੇ ਵਿੱਚ ਮੋਰਚੇ ਲੱਗੇ, ਗੁਰਦੁਆਰਿਆਂ ਦੇ ਮੋਰਚੇ ਦਿੱਤੇ, ਤੇ ਸਾਰੇ ਜਿਹੜੇ ਸੀ ਕਾਂਗਰਸੀ ਲੀਡਰ ਦੇ ਵੱਡੇ ਵੱਡੇ ਸੀ, ਮਹਾਤਮਾ ਗਾਂਧੀ ਵਗੈਰਾ ਲਾ ਲਓ, ਪੰਡਿਤ ਜਵਾਹਰ ਲਾਲ ਨਹਿਰੂ, ਪਟੇਲ, ਸਾਰੇ ਪੰਜਾਬ 'ਚ ਆ ਗਏ। ਜਿਹੜੀ ਗੱਲ ਵੀਰ ਜੀ ਨੇ ਕਹੀ ਵੀ ਉਹਨਾਂ ਕਿਸੇ ਨੂੰ ਆਜ਼ਾਦੀ ਲੈ ਦਿਓ, ਸਾਡੀ ਆਜ਼ਾਦੀ ਹੈਗੀ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਬਹਾਲ ਕੀਤਾ ਜਾਵੇ, ਲੇਕਿਨ ਉਹ ਸਾਡੀ ਆਪਣੀ ਆਜ਼ਾਦੀ ਜਿਹੜੀ ਆ ਹਿੰਦੁਸਤਾਨ ਦੀ ਆਜ਼ਾਦੀ ਤਬਦੀਲ ਹੋ ਗਈ, ਕਿਉਂਕਿ ਉਸ ਟਾਈਮ ਤੇ ਸਾਡੇ ਲੀਡਰ ਅੱਜ ਵੀ ਭੋਲੇ ਨੇ, ਪਹਿਲਾਂ ਵੀ ਭੋਲੇ ਸੀ, ਬੜੀ ਜਲਦੀ ਪਿਘਲ ਜਾਂਦੇ ਆ। ਇੱਕ ਗੱਲ ਪੁੱਛਣੀ ਚਾਹਾਂਗਾ, ਜਿਹੜੀ ਗੱਲ ਪੱਟੀ ਸਾਹਿਬ ਇੱਕ ਮਿੰਟ, ਮੈਂ ਕਹਿਣਾ ਕਿ ਭੋਲੇ ਨਹੀਂ ਹੈਗੇ, ਇਹ ਸਗੋਂ ਜ਼ਿਆਦਾ ਚਲਾਕ ਹੈ। ਤੁਸੀਂ ਕੰਟੀਨਿਊ ਕਰੋ, ਮੈਂ ਤੁਹਾਨੂੰ ਇਹ ਗੱਲ ਐਡ ਕਰੋ, ਇਹ ਸਗੋਂ ਚਲਾਕ ਬੰਦੇ ਆ। ਮੈਂ ਅਗਲੀ ਗੱਲ ਜਿਹੜੀ ਗੱਲ ਪੱਟੀ ਸਾਹਿਬ ਮੇਰੀ ਇੱਕ ਬੇਨਤੀ ਸੁਣਿਓ। ਮੈਂ ਇੱਕ ਨਾ ਸਮਾਗਮ ਦੇ ਵਿੱਚ ਬੈਠਾ ਜਿਹੜਾ ਇਸੇ ਆਜ਼ਾਦੀ ਦੇ ਵਿਸ਼ੇ ਦੇ ਉੱਤੇ ਹੀ ਚੱਲ ਰਿਹਾ ਹੈ ਇੱਥੇ ਚੰਡੀਗੜ੍ਹ ਦੇ ਵਿੱਚ, ਜਿਹੜਾ ਦਲ ਖਾਲਸਾ ਵੱਲੋਂ ਇਸ ਵਕਤ ਹੋ ਰਿਹਾ, ਸੋ ਮੈਂ ਉਹਦੇ ਵਿੱਚ ਵੀ ਪਾਰਟਿਸਿਪੇਟ ਕਰਨ ਆਇਆ ਸੀ ਇਸ ਵਕਤ, ਤੇ ਕੋਈ ਮੇਰੇ ਨਾਲ ਲਿੰਕਡ ਕੋਈ ਸਵਾਲ ਹੋਵੇ ਤਾਂ ਮੈਨੂੰ ਪਲੀਜ਼ ਪਹਿਲਾਂ ਕਰ ਲਿਓ, ਫਿਰ ਮੈਂ ਨਾ ਸਟੇਜ ਤੋਂ ਅਲੱਗ ਹੋ ਕੇ ਇੱਧਰ ਆਇਆ ਤੁਹਾਡੇ ਕੋਲ। ਠੀਕ ਹੈ ਜੀ। ਜਿਹੜੀ ਗੱਲ ਪੀਰ ਮੁਹੰਮਦ ਕੀਤੀ ਹੈ ਬਿਲਕੁਲ ਦਰੁਸਤ ਕੀਤੀ ਹੈ ਜੀ, ਬਿਲਕੁਲ ਠੀਕ ਕੀਤੀ ਹੈ ਉਹਨਾਂ ਵੀ। ਸਾਡੇ ਨਾਲ ਧੱਕੇਸ਼ਾਹੀ ਆਈਆਂ, ਧੱਕੇਸ਼ਾਹੀ ਦਾ ਜਵਾਬ ਫਿਰ ਸਾਨੂੰ ਜਿਹੜਾ ਦੇਣਾ ਪੈਂਦਾ, ਉਹਦੇ ਵਾਸਤੇ ਰੈਫਰੈਂਡਮ ਆਇਆ, ਉਹਦੇ ਵਾਸਤੇ ਸਾਨੂੰ ਜਿਹੜੇ ਸੰਘਰਸ਼ ਕਰਨਾ ਪਿਆ। ਪੰਜਾਬ ਦੇ ਵਿੱਚ 25,000 ਲਾਸ਼ਾਂ ਦਿੰਦੇ ਆ ਸਾਡੀਆਂ, ਉਹ ਜਸਵੰਤ ਸਿੰਘ ਖਾਲੜਾ ਨੇ ਜਿਹੜੀਆਂ ਸਾਬਤ ਕਰ ਦਿੱਤੀਆਂ। ਠੀਕ ਹੈ ਪੱਟੀ ਸਾਹਿਬ, ਮੈਂ ਇੱਕ ਮਿੰਟ ਤੁਹਾਡੇ ਵੱਲ ਫੇਰ ਆਵਾਂਗਾ, ਰੁਕਿਓ ਜਰਾ ਕੁ। ਪੀਰ ਮੁਹੰਮਦ ਸਾਹਿਬ ਜੀ, ਮੈਂ ਤੁਹਾਨੂੰ ਇਹ ਗੱਲ ਜ਼ਰੂਰ ਪੁੱਛਣੀ ਚਾਹਾਂਗਾ ਕਿ ਜੇ ਅਗਰ ਜਿਵੇਂ ਕਿ ਸਰਕਾਰਾਂ ਵੀ ਇਹ ਸਭ ਕੁਝ ਵੇਖ ਰਹੀਆਂ ਨੇ, ਜੇ ਸਰਕਾਰਾਂ ਜਿਹੜੀਆਂ ਉਹ ਤੁਹਾਨੂੰ ਕੁਝ ਮੰਗਾਂ ਤੁਹਾਡੀਆਂ ਮੰਨ ਲੈਣ ਜਾਂ ਸਰਕਾਰਾਂ ਇਸ ਬਾਰੇ ਵਿਚਾਰ ਕਰਨ, ਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਪੱਟੀ ਸਾਹਿਬ ਨੇ ਕਿਹਾ ਨਾ ਕਿ ਖਾਲਸਾ ਤਾਂ ਆਪ ਆਪਣਾ ਇਨਸਾਫ ਕਰਦਾ ਤੇ ਖਾਲਸਾ ਦੂਸਰਿਆਂ ਦਾ ਇਨਸਾਫ ਕਰਦਾ।
ਲੇਕਿਨ ਇੱਥੇ ਸਰਕਾਰਾਂ ਜਿਹੜੀਆਂ ਨੇ ਉਹ ਬੇਈਮਾਨ ਨੇ। ਸਰਕਾਰਾਂ ਉਹਨਾਂ ਲੋਕਾਂ ਦੇ ਹੱਥ ਦੇ ਵਿੱਚ ਨੇ ਜਿਹੜੇ ਸਦੀਆਂ ਤੋਂ ਗੁਲਾਮ ਸਨ ਔਰ ਜਿਨ੍ਹਾਂ ਨੂੰ ਆਜ਼ਾਦੀ ਦਿਵਾਉਣ ਵਾਸਤੇ ਸਭ ਤੋਂ ਵੱਡਾ ਯੋਗਦਾਨ ਸਿੱਖ ਕੌਮ ਨੇ ਪਾਇਆ। ਅੱਜ ਸਿਰਫ ਤੇ ਸਿਰਫ ਜਿੱਥੇ ਅੜਿੱਕਾ ਪਿਆ ਹੋਇਆ ਹੈ ਉਹ ਸਾਡੀ ਆਪਣੀ ਦੁਚਿੱਤੀ ਹੈ। ਜਿਵੇਂ ਪੱਟੀ ਸਾਹਿਬ ਨੇ ਕਿਹਾ ਹੈ ਕਿ ਸਾਡੀ ਲੀਡਰਸ਼ਿਪ ਦੇ ਵਿੱਚ ਚਾਹੇ ਉਹਨੂੰ ਭੋਲਾਪਣ ਕਹਿ ਲਓ ਜਾਂ ਬਹੁਤੀ ਚਲਾਕੀ ਸਮਝ ਲਓ ਜਾਂ ਸਵਾਰਥ ਸਮਝ ਲਓ, ਕੋਈ ਨਾ ਕੋਈ ਕਾਰਨ ਹੈਗਾ ਹੈ ਜਿਸ ਕਰਕੇ ਡੈਡਲੌਕ ਜਿਹੜਾ ਚੱਲ ਰਿਹਾ। ਜਿਸ ਦਿਨ ਖਾਲਸਾ ਪੰਥ ਦੀਆਂ ਸਰਮੌਰ ਜਥੇਬੰਦੀਆਂ ਜਾਂ ਖਾਲਸਾ ਪੰਥ ਨੇ ਆਪਣਾ ਫੈਸਲਾ ਜੋ ਅਸੀਂ ਰੋਜ਼ ਅਰਦਾਸ ਦੇ ਵਿੱਚ ਕਰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਏ, ਜਿਸ ਦਿਨ ਅਸੀਂ ਉਸ ਦੇ ਉੱਪਰ ਪੂਰੀ ਤਰ੍ਹਾਂ ਪਹਿਰੇਦਾਰ ਬਣ ਗਏ ਤਾਂ ਕੋਈ ਦੁਨੀਆ ਦੀ ਤਾਕਤ ਜਿਹੜੀ ਉਹ ਸਾਨੂੰ ਰੋਕ ਨਹੀਂ ਸਕਦੀ। ਠੀਕ ਹੈ ਜੀ, ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਪੱਟੀ ਸਾਹਿਬ ਜੀ? ਵੇਖੋ ਜੀ, ਟੀਵੀ ਤੇ ਬੈਠ ਕੇ ਬੇਸ਼ੱਕ ਜੋ ਮਰਜ਼ੀ ਕੋਈ ਕਹੀ ਜਾਵੇ, ਲੇਕਿਨ ਜਦੋਂ ਸਵੇਰੇ ਅਸੀਂ ਅਰਦਾਸ ਕਰਦੇ ਹਾਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਖੁਆਰ ਇਸ ਵੇਲੇ ਕਿ ਬਚੇ ਸ਼ਰਨ ਜੋ ਹੋਏ, ਉਦੋਂ ਹਰ ਸਿੱਖ ਦਾ ਹਿਰਦਾ ਜ਼ਰੂਰ ਟੁੰਬਦਾ ਵੀ ਸਾਡੇ ਨਾਲ ਬੇਇਨਸਾਫੀ ਹੋਈ ਹੈ। ਤੁਹਾਡੀ ਗੱਲ ਠੀਕ, ਉਹ ਕਟਵਾਇਆ ਗਿਆ ਸੀਗਾ ਛੱਤਰ ਚੱਲੇਗਾ, ਉਹ ਕਟਵਾਇਆ ਗਿਆ ਸੀ ਤੇ ਫਿਰ ਇਹ ਨਾ ਰਹਿਣ ਦਿੱਤਾ ਗਿਆ ਸੀ। ਤੇ ਅੱਜ ਜਦੋਂ ਅਰਦਾਸ ਹੁੰਦੀ ਹੈ ਤਾਂ ਹਰ ਸਿੱਖ ਦੇ ਮਨ ਦੇ ਵਿੱਚ ਹੁੰਦਾ ਵੀ ਯਾਰ ਸਾਡੇ ਧੱਕਾ ਹੋਇਆ, ਵਾਕਿਆ ਸਾਨੂੰ ਅਰਦਾਸ ਜਿਹੜੀ ਆਪਣੀ ਆਜ਼ਾਦੀ ਵਾਸਤੇ ਗੱਲ ਕਰਨੀ ਚਾਹੀਦੀ ਹੈ। ਲੇਕਿਨ ਟੀਵੀ ਤੇ ਬਹਿ ਕੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗਾ, ਜਦੋਂ 1984 ਸਾਕਾ ਨੀਲਾ ਤਾਰਾ ਹੋਇਆ ਨਾ ਜੀ, ਕਾਂਗਰਸ ਕੱਟੜ ਖਿਲਾਫ ਸੀ, ਸੰਤ ਭਿੰਡਰਾਂ ਕੱਟੜ ਖਿਲਾਫ ਸੀਗੇ। ਸਤਪਾਲ ਡਾਂਗ ਨੇ ਉਸ ਸਾਕੇ ਦੀ ਬੜੀ ਪ੍ਰੋੜਤਾ ਕੀਤੀ ਵੀ ਜੋ ਆਰਮੀ ਨੇ ਕੀਤਾ, ਜੋ ਇੰਡੀਆ ਗਵਰਨਮੈਂਟ ਨੇ ਕੀਤਾ, ਬਹੁਤ ਚੰਗਾ ਕੀਤਾ। ਜਿਹੜੀ ਹੈਗੀ ਆ ਇੰਦਰਾ ਗਾਂਧੀ ਵਧਾਈ ਦੀ ਪਾਤਰ। ਤੇ ਜਦੋਂ ਉੱਥੇ ਇੱਕ ਕਾਮੜ ਗਿਆ, ਕਾਮੜ ਸੀ ਵੀ ਕੱਟੜ ਕਾਮੜ ਸੀ, ਉਹ ਵੀ ਖਿਲਾਫ ਸੀ ਭਿੰਡਰਾਂ ਵਾਲੇ ਦਾ, ਉਹਦਾ ਨਾਂ ਹੁਣ ਮੈਨੂੰ ਲੈਣਾ ਨੀ ਗਾ। ਉਹ ਸਰਦਾਰ ਸੀ, ਉਹਨੇ ਇੰਨੀ ਗੱਲ ਕਹੀ ਜੀ ਅਸੀਂ ਤੁਹਾਡੀ ਜਿਹੜੀ ਜੋ ਕਾਰਵਾਈ ਜੋ ਤੁਸੀਂ ਕੀਤਾ ਠੀਕ ਕੀਤਾ, ਲੇਕਿਨ ਤੁਹਾਡੀ ਕਾਰਵਾਈ ਨਾਲ ਸਹਿਮਤ ਨਹੀਂ, ਤੁਸੀਂ ਅਕਾਲ ਤਖਤ ਕਿਉਂ ਢਾਇਆ? ਉਸ ਕਾਮੜ ਦੇ ਵਿੱਚ ਮਨ ਦਿਲ ਦੇ ਵਿੱਚ ਦਰਦ ਸੀਗਾ, ਭਾਵੇਂ ਸੇ ਉਹ ਹੈਗਾ ਸੀ, ਉਹ ਕਾਮੜ ਸੀ, ਦਰਦ ਸੀਗਾ ਕਿ ਅਕਾਲ ਤਖਤ ਢਾਇਆ, ਮਾੜਾ ਕੀਤਾ, ਅਕਾਲ ਤਖਤ ਨਹੀਂ ਢਾਣੀ ਤਾਂ ਬਾਕੀ ਜੋ ਮਰਜ਼ੀ ਹੋ ਜਾਂਦਾ। ਇਸ ਕਰਕੇ ਹਰ ਸਿੱਖ ਆਜ਼ਾਦੀ ਚਾਹੁੰਦਾ ਵਾ ਤੇ ਅਸੀਂ ਸਹਿਮਤ ਇਹਨਾਂ ਨਾਲ ਵੀ ਜੋ ਕੀਤਾ ਨਾ 2020 ਕੀਤਾ ਵਾ। ਲੇਕਿਨ ਇਹਦਾ ਇੱਕ ਮੈਂ ਕਹੂੰਗਾ, ਇਹਦਾ ਜਿਹੜਾ ਕੋਈ ਬਲਿਊ ਪ੍ਰਿੰਟ ਜ਼ਰੂਰ ਤਿਆਰ ਕਰ ਲਓ ਕਿ ਅਸੀਂ ਕਿਵੇਂ ਗਾਂ ਮੂਵਮੈਂਟ ਚਲਾਉਣੀ ਹੈ, ਕਿਵੇਂ ਕਰਨਾ, ਕੀ ਕਰਨਾ, ਕਿਉਂ ਜਿੰਨ ਚ ਉਹ ਨਹੀਂ ਕਿਉਂਕਿ ਉਹ ਚ ਗਾਂ ਤੁਹਾਡੇ ਵਾਸਤੇ ਕੋਈ ਬਹੁਤੀ ਸਹੂਲਤ ਨਹੀਂ ਹੋਣੀ ਜੀ। ਇਹਦੇ ਬਾਰੇ ਦਿਲਬਾਗ ਸਿੰਘ ਤੇ ਗੁਰਦੇਵ ਸਿੰਘ ਜੀ ਜਵਾਬ ਦੇਣ। ਠੀਕ ਹੈ ਜੀ, ਗੁਰਦੇਵ ਸਿੰਘ ਜੀ ਕੀ ਜਵਾਬ? ਹਾਂ ਜੀ, ਮੈਂ ਜਿੱਦਾਂ ਦੱਸਿਆ ਉਹਨੇ ਗੱਲ ਕਹੀ ਹੈ ਨਾ ਵੀ ਜਿਹੜੀ ਇਹ ਚੀਜ਼ 2020 ਦਾ ਜਿਹੜਾ ਦੱਸਿਆ, ਉਹਨਾਂ ਦੱਸਿਆ ਵੀ ਇਹਨੂੰ ਬਰਕਰਾਰ ਕਿੱਦਾਂ ਰੱਖਿਆ ਜਾਂਦਾ। ਮੈਂ ਜਿਸ ਟੀਮ ਨੇ, ਜਿਹੜੀ ਟੀਮ ਇਹ ਨਹੀਂ ਹੈਗਾ ਪਹਿਲਾਂ ਵੀ, ਕਿਉਂਕਿ ਉਸ ਟੀਮ ਜਿਹੜੀ ਉਹ ਟੀਮ ਉਹ ਬਹੁਤੀ ਕੋਈ ਸਟੇਜ ਤੇ ਨਹੀਂ ਉੱਥੇ ਆਈ, ਉਹ ਟੀਮ ਜਾਣੀ ਜੇ ਸਾਨੂੰ ਪਤਾ ਜਿਸ ਤਰ੍ਹਾਂ ਵਿਚਰੀ ਹੈਗੀ ਆ, ਲੇਕਿਨ ਉਸ ਟੀਮ ਦੇ ਨਾਲ ਜਿਹੜੀਆਂ ਸਾਡੀ ਉੱਥੇ ਵੀ ਗੱਲਾਂ ਚੱਲਦੀਆਂ ਰਹੀਆਂ ਕਿਉਂਕਿ ਅਸੀਂ ਉਹਦੇ ਪਿੱਛੇ ਖੜੇ ਹਾਂ, ਡਟ ਕੇ ਖੜੇ ਹਾਂ। ਉਹ ਨੌਜਵਾਨ ਜਿਹੜੇ ਹੈਗੇ ਆ ਉਹ ਇਹ ਕਹਿ ਰਹੇ ਹੈਗੇ ਆ ਵੀ ਜਦ ਤੁਸੀਂ ਸਾਡੇ ਪਿੱਛੇ ਬਜ਼ੁਰਗ ਖੜੇ ਹੈਗੇ ਆ ਵੀ ਤੁਸੀਂ ਇਹ ਭੁੱਲ ਜਾਓ ਵੀ ਹੁਣ ਇਹ ਚੀਜ਼ ਮੱਠੀ ਪੈ ਜਾਊਗੀ, ਇਹ ਮੱਠੀ ਨਹੀਂ ਪਊਗੀ। ਜਿਹੜੇ ਕਹਿਣ ਤੋਂ ਭਾਵੇਂ ਕਿਤੇ ਨਾ ਕਿਤੇ ਸਵਾਲ ਉੱਠਿਆ ਸੀਗਾ ਕਿ ਜਿਹੜੇ ਕਈ ਪੁਰਾਣੇ ਚਿਹਰੇ ਆਏ ਮੰਗ ਕਰਦੇ ਆ ਰਹੇ ਆ, ਦੇਖੋ ਜਿਹੜੀ ਨਹੀਂ ਉੱਥੇ ਜਿਹੜੀ ਦੇਖੋ ਜਿਹੜੀ ਗੱਲ ਜਿਵੇਂ ਹੁਣ ਮਿਸਾਲ ਦੇ ਤੌਰ ਤੇ ਇਹ ਵੀ ਗੱਲ ਆਈ ਹੈਗੀ ਆ, ਜਿਹੜੇ ਭਰਾ ਉੱਥੇ ਨਹੀਂ ਵੀ ਗਏ, ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਦਰਦ ਨਹੀਂ ਹੈਗਾ, ਉਹਨਾਂ ਨੂੰ ਵੀ ਦਰਦ ਉਹ ਨਹੀਂ ਆ, ਕਿਉਂਕਿ ਉਹਨਾਂ ਦੇ ਜਦ ਵਾਪਸ ਮੁੜ ਕੇ ਆਏ ਆ, ਅੱਜ ਸਵੇਰੇ ਅਰਲੀ ਵੀ ਟੈਲੀਫੋਨ ਕਈ ਆਏ ਹੈਗੇ ਆ ਵੀ ਠੀਕ ਹੈ ਅਸੀਂ ਨਹੀਂ ਪਰ ਸਾਨੂੰ ਦਰਦ ਹੈਗਾ, ਉਹ ਕਈ ਗੱਲਾਂ ਹੁੰਦੀਆਂ, ਮਜਬੂਰੀਆਂ ਹੁੰਦੀਆਂ। ਲੇਕਿਨ ਇੱਕ ਮੈਂ ਬੇਨਤੀ ਕਰ ਦਵਾਂ, ਇਹ ਹੁਣ ਗੱਲ ਜਿਹੜੀ ਆ ਇਹ ਬਿਲਕੁਲ ਨਾ ਠੰਡੀ ਪੈਣੀ ਤੇ ਨਾ ਠੰਡੀ ਪੈਣ ਦੇਣੀ ਆ, ਕਿਉਂਕਿ ਪੰਜਾਬ ਦਾ ਛੱਡਿਆ ਕੁਛ ਨਹੀਂ। ਜੋ ਸਾਡੇ ਨਾਲ ਵਾਅਦੇ ਕੀਤੇ ਪਾਣੀ ਸਾਡਾ ਨਹੀਂ ਛੱਡਿਆ, ਸਾਡੇ ਅਨੇਕਾਂ ਹੀ ਉੱਥੇ ਜਿਹੜੇ ਕਿਸਾਨ ਜ਼ਿਮੀਂਦਾਰ ਉਹ ਰੋਜ਼ ਜ਼ਮੀਨ ਫਸਲਾਂ ਉਗਾਉਣੇ ਆ, ਜਦ ਜਿਣਸ ਜਾਂਦੀ ਉਹਦਾ ਭਾਅ ਨਹੀਂ ਦਿੱਤਾ ਜਾਂਦਾ। ਠੀਕ ਹੈ ਜੀ, ਮੈਂ ਤੁਹਾਡੇ ਨਾਲ ਫਿਰ ਆਵਾਂਗਾ। ਸਾਡੇ ਨਾਲ ਇਸ ਵੇਲੇ ਸਰਦਾਰ ਵਿਰਸਾ ਸਿੰਘ ਜੀ ਬਲਟੋਆ, ਉਹ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ। ਆਓ ਉਹਨਾਂ ਤੋਂ ਆਪਾਂ ਪੁੱਛ ਕਰਦੇ ਹਾਂ। ਸਰਦਾਰ ਬਿਰਸਾ ਸਿੰਘ ਜੀ ਬਲਟੋਆ ਸਾਹਿਬ, ਜੋ ਆਪਣੇ ਰੈਫਰੈਂਡਮ 2020 ਉਹਦਾ ਐਲਾਨਨਾਮਾ ਹੋਇਆ ਲੰਡਨ ਦੇ ਵਿੱਚ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਤੁਹਾਡੇ ਕੀ ਵਿਚਾਰ ਨੇ? ਉਸ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਔਰ ਜਿੱਥੋਂ ਤੱਕ ਰੈਫਰੈਂਡਮ ਦੀ ਗੱਲ ਹੈ, ਮੈਂ ਤੇ ਇੱਕ ਅਕੀਦੇ ਦਾ ਮਾਲਕ ਹਾਂ ਕਿ ਕੌਮ ਦੀ ਚੜ੍ਹਦੀ ਕਲਾ ਵਾਸਤੇ, ਕੌਮ ਦੀ ਬਿਹਤਰੀ ਵਾਸਤੇ ਕਿਸੇ ਵੀ ਤਰ੍ਹਾਂ ਦਾ ਕੋਈ ਇੱਕ ਵੀ ਕਦਮ ਪੁੱਟਦਾ ਹੈ ਉਹਦਾ ਧੰਨਵਾਦ ਹੈ ਜੀ। ਔਰ ਇਸ ਕੋਈ ਦਰਾਵਾਂ ਲੱਗੀਆਂ, ਚਾਹੇ ਰੈਫਰੈਂਡਮ ਦੀ ਗੱਲ ਚੱਲਦੀ ਹੈ ਜਾਂ ਸਿੱਖ ਕੌਮ ਦੇ ਚੜ੍ਹਦੀ ਕਲਾ ਦੀ ਕਿਸੇ ਵੀ ਰੂਪ 'ਚ ਗੱਲ ਚੱਲਦੀ ਹੈ ਜੀ,
ਜਾਂ ਇਹ ਸਭ ਕੁਝ ਜੋ ਬੀਤੇ ਵਿੱਚ ਸਿੱਖ ਕੌਮ ਦੇ ਨਾਲ ਬੇਇਨਸਾਫੀ ਹੋਈ ਹੈ। ਔਰ 1947 ਚ ਸਾਡੀ ਕੌਮ ਦੇ ਲੀਡਰਾਂ ਨੇ ਹਿੰਦੁਸਤਾਨ ਦੇ ਨਾਲ ਕਿਸਮਤ ਇਸ ਕਰਕੇ ਜੋੜੀ ਸੀ ਜੀ, ਉਹਨਾਂ ਨਾਲ ਉਸ ਸਮੇਂ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਤੇ ਉਹਨਾਂ ਵਾਅਦਿਆਂ ਦੇ ਵਿੱਚ ਉਹ ਗੁੰਮਰਾਹ ਹੋਏ ਸੀ ਜੀ। ਕਿ ਸ਼ਾਇਦ ਜੋ ਮਹਾਤਮਾ ਗਾਂਧੀ ਕਹਿੰਦਾ ਹੈ ਜਾਂ ਜਵਾਹਰ ਲਾਲ ਨਹਿਰੂ ਕਹਿੰਦਾ ਆ ਕਿ ਵਾਕਈ ਹਿੰਦੁਸਤਾਨ ਦੇ ਅੰਦਰ ਅਜਿਹਾ ਕੀਤਾ ਹੋਏਗਾ ਜਿੱਥੇ ਸਿੱਖ ਵੱਖਰੇ ਤੌਰ ਤੇ ਪੂਰਾ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਪਰ ਸਭ ਤੋਂ ਪਹਿਲਾ ਪਹਾੜਾ ਜਿਹੜਾ ਆਜ਼ਾਦੀ ਤੋਂ ਬਾਅਦ ਸਿੱਖਾਂ ਤੇ ਚੱਲਿਆ, ਇਹ ਸਿੱਖਾਂ ਵਿਰੋਧੀ ਇਹ ਜਰਾਇਮ ਪੇਸ਼ਾ ਇਹ ਕੌਮ ਹੈ, ਇਹ ਸਰਕੂਲਰ ਜਾਰੀ ਹੋਇਆ 1947 ਚ। ਇੱਕ ਬੰਨੇ ਆਜ਼ਾਦੀ, ਜਿਸ ਆਜ਼ਾਦੀ ਵਾਸਤੇ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਸਭ ਤੋਂ ਵੱਧ ਘਾਲਣਾਵਾਂ ਘਾਲੀਆਂ, ਔਰ ਆਜ਼ਾਦੀ ਵੀ ਉਹ ਜਿਹਦਾ ਖਮਿਆਜਾ ਵੀ ਸਿੱਖਾਂ ਨੂੰ ਭੁਗਤਣਾ ਪਿਆ। ਪੰਜਾਬ ਦੇ ਦੋਨੋਂ ਪਾਸੇ ਜਿਹੜੀ ਵੱਢ ਫੱਟ ਹੋਈ ਔਰ ਜਿਹਦੇ ਵਿੱਚ ਲੱਖਾਂ ਪਰਿਵਾਰਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ, ਉਹ ਖਮਿਆਜਾ ਭੁਗਤ ਕੇ ਵੀ ਅਸੀਂ ਜਿਹੜੀ ਸਾਡੇ ਵੱਡਿਆਂ ਨੇ ਆਪਣੀ ਕਿਸਮਤ ਜਿਹੜੀ ਹਿੰਦੁਸਤਾਨ ਨਾਲ ਜੋੜੀ। ਤੇ ਸਭ ਤੋਂ ਪਹਿਲਾਂ ਜਿਹੜਾ ਸਰਕੂਲਰ ਜਾਰੀ ਹੋਇਆ ਸੀ ਉਹਨੇ ਹੀ ਸਾਨੂੰ ਅਹਿਸਾਸ ਕਰਾਤਾ ਸੀਗਾ ਵੀ ਤੁਹਾਡੇ ਨਾਲ ਧੋਖਾ ਹੋਇਆ। ਠੀਕ ਹੈ ਜੀ, ਮੈਂ ਤੁਹਾਨੂੰ ਇਹ ਗੱਲ ਪੁੱਛਣੀ ਚਾਹਾਂਗਾ ਬਲਟੋਆ ਸਾਹਿਬ ਜੀ, ਇਹ ਗੱਲ ਪੁੱਛਣੀ ਚਾਹਾਂਗਾ ਕਿ ਕੀ ਇਸ ਇਨਵੋਲਵਮੈਂਟ ਦੇ ਵਿੱਚ ਕੋਈ ਪਾਕਿਸਤਾਨ ਦਾ ਵੀ ਹੈ ਕੋਈ ਹੱਥ? ਦੇਖੋ, ਜਿੱਥੋਂ ਤੱਕ ਮੈਂ ਆਪਣੀ ਗੱਲ ਕਰੂੰਗਾ ਜਾਤੀ ਨਾ, ਤੇ ਮੈਂ ਦੇਖੋ ਜਦੋਂ ਅਸੀਂ ਵੀ ਸੀਗੇ ਫੈਡਰੇਸ਼ਨ ਦੇ ਵਿੱਚ ਸੀ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਣ ਦੇ ਨਾਲ ਸੀਗੇ, ਉਸ ਸਮੇਂ ਵੀ ਇਹੀ ਸਾਰਾ ਦੋਸ਼ ਲੱਗਦੇ ਸੀ ਕਿ ਜੋ ਕੁਛ ਵੀ ਹੈ ਜੀ ਇਹ ਪਾਕਿਸਤਾਨ ਦੀ ਖੇਡ ਹੈ। ਪਰ ਹੈਰਾਨੀ ਦੀ ਗੱਲ ਤੇ ਦੁੱਖ ਦੀ ਗੱਲ ਤੇ ਇਹ ਹੈ ਕਿ ਸਿੱਖਾਂ ਦੇ ਤੁਸੀਂ ਮਸਲੇ ਹੱਲ ਨਾ ਕਰੋ ਤੇ ਬਗਾਨਿਆਂ ਦੇ ਉੱਤੇ ਤੁਸੀਂ ਜਿਹੜੀ ਸਾਜ਼ਿਸ਼ਾਂ ਮੜੋ, ਇਹ ਇੱਕ ਸ਼ੋਭਾ ਵਾਲੀ ਗੱਲ ਨਹੀਂ ਗੀ। ਦੇਖੋ ਜਿਹੜੀ ਬਾਤ ਨੇ ਮੈਂ ਜੋ ਜਦ ਦਰਦ ਮਹਿਸੂਸ ਕਰਦਾ, ਭਾਰਤ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਕਿਤੇ ਨਾ ਕਿਤੇ ISI ਏਜੰਸੀ ਜਿਹੜੀ ਹੈ ਉਹ ਫੰਡਿੰਗ ਕਰ ਰਹੀ ਹੈ ਇਸ ਵਾਸਤੇ, ਕਿੱਥੋਂ ਕੁ ਤੱਕ ਸੱਚਾਈ ਇਹਦੇ ਵਿੱਚ? ਇਹ ਸਿੱਖਾਂ ਕੋਲੇ ਆਪਦੇ ਕੋਲੇ ਫੰਡ ਬਹੁਤ ਨੇ, ਸਿੱਖ ਬੜੇ ਫਾਈਨੈਂਸ਼ੀਅਲੀ ਸਾਊਂਡ ਨੇ, ਖਾਸ ਕਰਕੇ ਵਿਦੇਸ਼ਾਂ 'ਚ ਬੈਠੇ ਸਿੱਖ ਜਿਹੜੇ ਨੇ। ਔਰ ਇਹਦੇ ਤੇ ਇਹ ਤਾਂ ਹੈਗਾ ਕੋਈ ਬਹੁਤ ਖਰਚਾ ਆ ਰਿਹਾ ਹੈ, ਕੋਈ ਪੈਸਾ ਬਹੁਤ ਖਰਚਾ ਆ ਰਿਹਾ ਹੈ। ਔਰ ਇਹ ਜਿਹੜੀ ਜਿਸ ਤਰ੍ਹਾਂ ਦੀ ਸਿੱਖਾਂ ਵੱਲੋਂ ਜਿਹੜੀ ਮੂਵਮੈਂਟ ਚਲਾਈ ਗਈ ਹੈ, ਇਹਦੇ 'ਚ ਜਾਂ ਤਾਂ ਕੋਈ ਤੱਥ ਪੇਸ਼ ਕਰਨ, ਜਾਂ ਤਾਂ ਕੋਈ ਸਬੂਤ ਪੇਸ਼ ਕਰਨ, ਲੋਕਾਂ ਦੇ ਸਾਹਮਣੇ ਲਿਆਉਣ ਤੇ ਤਾਦੀ ਗੱਲ ਮੰਨੀ ਜਾ ਸਕਦੀ ਹੈ ਨਾ। ਜਵਾਨੀ ਕਲਾਮੀ ਬਲੇਮ ਕਰ ਦੇਣ ਦੇ ਨਾਲ ਮੈਂ ਨਹੀਂ ਮੰਨਦਾ ਵੀ ਇਹ ਗੱਲ ਜਿਹੜੀ ਹੈ ਕਹੀ ਜਾ ਰਹੀ ਹੈ। ਇਹਦੇ 'ਚ ਕਿਸੇ ਮੈਂ ਬਲਟੋਆ ਸਾਹਿਬ ਬਹੁਤ ਵਾਹਿਗੁਰੂ ਜੀ ਖਾਲਸਾ ਫਤਿਹ। ਬਲਟੋਆ ਸਾਹਿਬ, ਗੁਰਦੇਵ ਸਿੰਘ ਚੌਹਾਨ ਮੈਂ ਬੋਲਦਾ, ਸ਼੍ਰੋਮਣੀ ਅਕਾਲੀ ਦਲ UK ਤੋਂ। ਬਲਟੋਆ ਸਾਹਿਬ, ਬੇਨਤੀ ਇਹ ਹੈਗੀ ਆ ਵੀ ਗੱਲ ਤੁਹਾਡੀ ਬਿਲਕੁਲ ਦਰੁਸਤ ਤੁਸੀਂ ਕੀਤੀ ਹੈ, ਉਹਨਾਂ ਦੀ ਗੱਲ ਸਹੀ ਹੈਗੀ ਆ ਵੀ ਜਾਂ ਤਾਂ ਤੱਥ ਕੋ ਪੇਸ਼ ਕਰਨ। ਜਿਹੜੇ ਲੋਕ ਕੈਨੇਡਾ, ਅਮਰੀਕਾ, ਇੰਗਲੈਂਡ, UK ਦੇ ਵਿੱਚ ਬੈਠੇ ਆ, ਇੱਥੇ ਕੋਈ ਭੁੱਖੇ ਨਹੀਂ ਮਰਦੇ। ਹਰ ਬੰਦੇ ਦੇ ਉੱਤੇ ਮਾਲਕ ਦੀ ਬੜੀ ਕਿਰਪਾ ਹੈਗੀ ਆ। 5-5, 700, 1000 ਜਾਂ 2-2, 4-4 ਪਾਉਂਡ ਹਰ ਕਿਸੇ ਕੋਲ ਹੈਗਾ, ਹਰ ਬੰਦਾ ਦੇ ਸਕਦਾ, ਕੋਈ ਪਰਵਾਹ ਹੀ ਨਹੀਂ ਇੱਦਾਂ ਦੀ ਹੈਗੀ। ਔਰ ਜਿਹੜੇ ਅਮਰੀਕਾ ਦੇ ਵਿੱਚ ਬੜੇ ਬੜੇ ਧਨਾੜ ਬੈਠੇ ਹੈਗੇ ਆ, ਔਰ ਇਹ ਇੱਕ ਕਿਸੇ ਵੀ ਮੂਵਮੈਂਟ ਨੂੰ ਬਦਨਾਮ ਕਹਿੰਦਾ ISI, ਉਹ ਜਿਹੜੀ ਆਹ ਭੁੱਖੇ ਮਰਦੇ ਉਹਨੇ ਸਾਨੂੰ ਕੀ ਦੇਣਾ ਹੈਗਾ। ਸਹੀ ਗੱਲ ਆ, ਆਪਣੇ ਡੋਲਿਆਂ ਦੇ ਜ਼ੋਰ ਤੇ ਲੜਾਈਆਂ ਲੜੀਆਂ ਜਾਣੀਆਂ ਹੋਣੀਆਂ, ਔਰ ਕਿਸੇ ਦੀ ਖੈਰਾਤ ਤੇ ਨਹੀਂ ਲੜੀਆਂ ਜਾਣੀਆਂ। ਬਲਟੋਆ ਸਾਹਿਬ ਜੋ ਕਿ ਬਿਲਕੁਲ ਸਹੀ ਗੱਲ, ਜਨਤਾ ਦੇ ਤੱਥ ਪੇਸ਼ ਕਰਨ, ਜੇ ਮਰਦੇ ਬੱਚੇ ਆ, ਨਹੀਂ ਤਾਂ ਮੂੰਹ ਬੰਦ ਕਰ ਲੈਣਾ ਚਾਹੀਦਾ, ਬਿਲਕੁਲ ਨਹੀਂ। ਔਰ ਅੱਜ ਜਿਹੜੀ ਗੱਲ ਹੈਗੀ ਆ, ਔਰ ਸਾਨੂੰ ISI ਤੋਂ ਫੰਡ ਲੈਣ ਨਹੀਂ ਜਾਣਾ ਕਿਸੇ ਨੇ ਉੱਥੋਂ। ਠੀਕ ਹੈ, ਮੈਂ ਤੁਹਾਡੇ ਨਾਲ ਫਿਰ ਆਵਾਂਗਾ। ਬਲਟੋਆ ਸਾਹਿਬ ਜੀ, ਜਿਹੜੇ ਭਾਰਤ ਦੇ ਲੋਕ ਆ, ਇੰਡੀਆ ਦੇ ਲੋਕ ਆ ਜਾਂ ਪੰਜਾਬ ਦੇ ਲੋਕ ਆ, ਉਹ ਕੀ ਉਹਨਾਂ ਦੇ ਵਿਚਾਰ ਕੀ ਹੈ ਇਸ ਬਾਰੇ? ਦੇਖੋ, ਮੇਰਾ ਖਿਆਲ ਹੈ ਕਿ ਜ਼ਿਆਦਾ ਤੇ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਜਾਂ ਵਿਦੇਸ਼ਾਂ 'ਚ ਚੱਲ ਰਿਹਾ ਹੈ। ਪੰਜਾਬ ਦੀ ਧਰਤੀ ਤੇ ਅਜੇ ਕੋਈ ਇਸ ਗੱਲ ਦਾ ਮੈਂ ਗਲਤ ਬਿਆਨ ਨਹੀਂ ਕਰਾਂ, ਕੋਈ ਮੇਰਾ ਖਿਆਲ ਹੈ ਕਿ ਬਾਹਲੀ ਜਨਤਾ ਨੂੰ ਤਾਂ ਪਤਾ ਵੀ ਨਹੀਂ ਕੋਈ ਰੈਫਰੈਂਡਮ ਨਾਂ ਦੀ ਕੋਈ ਚੀਜ਼ ਹੈਗੀ ਹੈ, ਖਾਸ ਕਰ ਸਿੱਖਾਂ ਦੇ ਵਿੱਚ ਹੀ। ਹਾਂਜੀ, ਜਿਹੜੇ ਧਾਰਮਿਕ ਤੌਰ ਤੇ ਜਿਹੜੇ ਥੋੜਾ ਜਿਹਾ ਜਿਵੇਂ ਆਪਾਂ ਕੱਟੜਤਾ ਕਹਿ ਸਕਦੇ ਹਾਂ, ਉਹਨਾਂ ਲੋਕਾਂ ਨੂੰ ਜਾਂ ਜਿਹੜੇ ਥੋੜੇ ਬਹੁਤੇ ਅਵੇਅਰ ਨੇ ਇਸ ਗੱਲ ਤੋਂ, ਉਹਨਾਂ ਨੂੰ ਜ਼ਿਆਦਾ ਪਤਾ ਹੈ। ਹੁਣ ਥੋੜਾ ਜਿਹਾ ਮੀਡੀਆ 'ਚ ਗੱਲ ਆਈ ਹੈ, ਲੋਕਾਂ ਨੂੰ ਅਜੇ ਵੀ ਨਹੀਂ ਪਤਾ ਲੱਗ ਰਿਹਾ ਵੀ ਇਹ ਕੀ ਰੈਫਰੈਂਡਮ ਹੈ, ਕੀ ਹੈ, ਇਹ ਕਿਸ ਤਰ੍ਹਾਂ ਆ, ਕੀ ਹਿਸਾਬ ਕਿਤਾਬ ਵਿੱਚ ਨਿਕਲੂਗੀ, ਪਊਗੀ। ਇਹ ਵੀ ਗੱਲਾਂ ਜਿਹੜੀਆਂ ਲੋਕਾਂ ਦੇ ਵਿੱਚ ਜਿਹੜੇ ਮਾੜੇ ਮੋਟੇ ਅਵੇਅਰ ਨੇ ਉਹ ਗੱਲਾਂ ਕਰਦੇ ਨੇ, ਪਰ ਬਾਹਲਾ ਕੋਈ ਅਜੇ ਕੋਈ ਇੱਥੇ ਅਸਰ ਹੈ ਜੀ। ਮੈਂ ਤਾਂ ਕਹਿਣਾ ਚਾਹੁੰਦਾ, ਹਾਂਜੀ ਤੁਸੀਂ। ਹਾਂ, ਮੈਂ ਗੱਲ ਬਲਟੋਆ ਸਾਹਿਬ ਦੀ ਗੱਲ ਬਿਲਕੁਲ ਮੰਨਣ ਯੋਗ ਹੈ, ਬਿਲਕੁਲ ਨਹੀਂ ਯੋਗ ਹੈ। ਉਹਦੀ ਦਰੁਸਤ ਕਹੀ ਗੱਲ, ਦਰੁਸਤ ਕਹੀ ਹੈਗੀ ਆ। ਰੈਫਰੈਂਡਮ
ਕੱਲ ਉੱਥੇ ਹੋਇਆ, ਕੱਲ ਉਹ ਜਿਹੜਾ ਡੈਕਲੇਰੇਸ਼ਨ ਹੋਈ ਕੱਲ ਲੰਡਨ ਹੋਈ ਹੈ, ਰਾਈਟ, ਇਕੱਠ ਉੱਥੇ ਹੋਇਆ। ਮੈਂ ਸਗੋਂ ਬਲਟੋਆ ਸਾਹਿਬ ਉਹਨਾਂ ਨੂੰ ਵੀ ਬੇਨਤੀ ਕਰਾਂਗਾ, ਆਪਣੇ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਉਹਨੂੰ ਬੇਨਤੀ ਕਰਾਂਗਾ, ਜਸਵੀਰ ਸਿੰਘ ਨੂੰ ਬੇਨਤੀ ਕਰਾਂਗਾ, ਜਿੰਨੇ ਵੀ ਅਸੀਂ ਲਾਇਕਮੰਦ ਬੰਦੇ ਹੈਗੇ ਆ, ਸਾਨੂੰ ਅਸੀਂ ਵੀ ਇੱਥੋਂ ਜੋ ਜੇ ਸਾਨੂੰ ਮੂਵਮੈਂਟ ਚਲਾਉਣੀ ਉੱਥੇ, ਔਰ ਅੱਜ ਤੋਂ 2020 ਤੱਕ ਇਹ ਮੂਵਮੈਂਟ ਚੱਲਣੀ ਹੈਗੀ, ਲੋਕਾਂ ਨੂੰ ਅਵੇਅਰਨੈਸ ਲਿਆਉਣੀ ਲੋਕਾਂ ਦੇ ਵਿੱਚ ਵੀ ਉਸ ਵੇਲੇ ਰਿਫੰਡ ਦੇ ਵਿੱਚ ਤੁਸੀਂ ਕੀ ਕਰਨਾ ਹੈਗਾ। ਸੋ ਮੈਂ ਇਹਨਾਂ ਸਾਰੇ ਜਿਹਨਾਂ ਦੇ ਨਾਂ ਲਏਗਾ ਨਾ ਵੀਰਾਂ ਨੂੰ ਖਾਸ ਕਰ ਬੇਨਤੀ ਕਰਾਂਗਾ, ਔਰ ਇਹ ਵੀ ਡਟ ਕੇ ਉੱਥੇ ਇਸ ਚੀਜ਼ ਦੇ ਇਸ ਲਾਈਨ ਤੋਂ ਚੱਲ ਕੇ ਔਰ ਲੋਕਾਂ ਨੂੰ ਅਵੇਅਰਨੈਸ ਨੂੰ ਦੇਣ ਦੀ ਕੋਸ਼ਿਸ਼ ਕਰੋ। ਤੁਸੀਂ ਜਿਹੜੇ ਆਪਾਂ ਪੱਟੀ ਸਾਹਿਬ ਕੁਝ ਪੁੱਛਣਾ ਚਾਹੁੰਦੇ ਆ ਵਲਟੋਆ ਸਾਹਿਬ ਕੋਲੋਂ? ਪੱਟੀ ਸਾਹਿਬ ਮੈਂ ਕਹਿ ਰਿਹਾ ਜੀ, ਵਲਟੋਆ ਸਾਹਿਬ ਨੇ ਜਿਹੜੇ ਬਿਆਨ ਦਿੱਤੇ ਨੇ ਬੜੇ ਸੋਹਣੇ ਦਿੱਤੇ, ਲੇਕਿਨ ਉਹਨਾਂ ਨਿੱਜੀ ਤੌਰ ਤੇ ਬਿਆਨ ਨੇ, पार्टी तौर पर मेरे ख्याल 2020 के पार्टी टोटली खिलाफ जो भी गलत है जी, इसी निखेधी करते जी, विरोधता करते, बड़ा कुछ उन्होंने है। लेकिन मैं गल कहूँगा, ਜਿਹੜੀ ਗੱਲ ਇਲਜ਼ਾਮ ਲਾਉਣ ਦੀ ਗੱਲ ਕੀਤੀ ਗਈ, ਇਲਜ਼ਾਮ ਬਿਲਕੁਲ ਇਲਜ਼ਾਮ ਲਾਏ ਜਾਂਦੇ, ਸਾਬਤ ਨਹੀਂ ਹੁੰਦੇ। ਮੈਂ ਸਿੱਖਾਂ ਦੀ ਗੱਲ ਕਰਾਂ, ਸਿੱਖ ਵੀਰ, ਸਿੱਖ ਦਾ ਵਿਰਸਾ ਵੀ ਵੀਰ, ਸਿੱਖ ਦਾ ਸੱਭਿਆਚਾਰ ਵੀ ਵੀਰ, ਕਦੀ ਸਿੱਖ ਵੀ ਮੰਗਦਾ ਵਿਖਾਈ ਨਹੀਂ ਦੇਊਗਾ। ਨਹੀਂ ਦੇਖੋ ਜੀ, ਪੱਟੀ ਸਾਹਿਬ ਮੈਂ ਗੱਲ ਜ਼ਰੂਰ ਸਾਰੇ ਆਪਣੇ ਕੀਤਾ, ਨਾ ਕਿ ਉਹਨਾਂ ਨੇ ਕਿਸੇ ਦੀ ਸਪੋਰਟ ਲੈ ਕੇ ਕੀਤਾ। ਇਸ ਕਰਕੇ ਇਹਨਾਂ ਦੋਸ਼ਾਂ ਦੀ ਪਰਵਾਹ ਨਾ ਕਰੋ, ਕਿਉਂਕਿ ਇਹਨਾਂ ਨੂੰ ਲੋ, ਇਹਨਾਂ ਦੀ ਇਹਦੇ ਗੌਰ ਹੀ ਨਾ ਕਰੋ, ਇਹਨਾਂ ਕਈ ਜਾਣ ਤੋਂ ਫਰਕ ਨਹੀਂ ਪੈਂਦਾ। ਪੱਟੀ ਸਾਹਿਬ ਦੇਖੋ, ਜਦੋਂ ਸਿੱਖਾਂ ਦੇ ਵਿੱਚ ਵਿਚਾਰਾਂ ਹੋ ਰਹੀਆਂ ਨੇ, ਅਸੀਂ ਕਿਸੇ ਦੇ ਖਿਲਾਫ ਨਹੀਂ ਕੋਈ ਗੱਲ ਕਹਿਣੀ, ਨਾ ਕੋਈ ਕਵੇ ਕਿਸੇ ਦੇ ਖਿਲਾਫ ਗੱਲ, ਜਿਹੜੇ ਤੁਹਾਡੇ ਵਿਚਾਰ ਨੇ ਆਪਣੇ ਆਪਣੇ ਤੁਸੀਂ ਵਿਚਾਰ ਜ਼ਰੂਰ ਦਿਓ, ਕਿਸੇ ਦੇ ਖਿਲਾਫ ਕੋਈ ਗੱਲ ਨਹੀਂ ਕਹਿਣੀ। ਆਪਾਂ ਇਹ ਜ਼ਰੂਰ ਇਸ ਗੱਲ ਨੂੰ ਨੋਟ ਤੁਸੀਂ ਰੱਖਣਾ ਆ, ਤੁਹਾਡੇ ਜਿਹੜੇ ਆਪਣੇ ਵਿਚਾਰ ਆ, ਕਿਉਂਕਿ ਜਿਹੜੇ ਵਿਚਾਰ ਸਾਰਿਆਂ ਦੇ ਸਾਂਝੇ ਆ। ਇਸ ਵੇਲੇ ਸਰਕਾਰ, ਇਸ ਵੇਲੇ ਰੈਫਰੈਂਡਮ ਵਾਲੇ ਜਿਹੜੇ ਉਹਨਾਂ ਦੇ ਕੀ ਵਿਚਾਰ ਆ ਜਾਂ ਕੀ ਗੱਲਾਂ ਆਪਾਂ ਉਹ ਵਿਚਾਰਾਂ ਜਿਹੜੀਆਂ ਕਰਦੀਆਂ ਨੇ, ਇਸ ਨੂੰ ਜ਼ਰੂਰ ਧਿਆਨ ਵਿੱਚ ਰੱਖਿਆ ਜਾਵੇ। ਮੈਂ ਥੋੜਾ ਐਡ ਕਰ ਦੇਣਾ ਚਾਹੁੰਦਾ ਪੱਟੀ ਸਾਹਿਬ, ਤੁਸੀਂ ਠੀਕ ਆ, ਮੈਂ ਦੇਖੋ ਆਪਣੇ ਕਿਉਂਕਿ ਆਪਣੇ ਜਿਹੜੀ ਇਸ ਵੇਲੇ ਗੱਲਬਾਤ ਆਪਣੀ ਟੀਵੀ ਤੇ ਚੱਲ ਰਹੀ ਹੈਗੀ ਆ, ਔਰ ਪਾਰਟੀ ਜਿਹੜੀ ਮਰਜ਼ੀ, ਲੇਕਿਨ ਜੋ ਬਲਟੋਆ ਸਾਹਿਬ ਨੇ ਆਪਣੇ ਜੋ ਉਹਨਾਂ ਦਾ ਵਿਊ ਉਹ ਰਿਕਾਰਡ ਹੋ ਗਏ ਆ, ਉਹ ਰਿਕਾਰਡ ਹੋਏ ਹੋਇਆ, ਉਹ ਇਹ ਨਹੀਂ ਗੱਲ ਹੈਗੀ। ਔਰ ਰਹੀ ਗੱਲ, ਜੇ ਆਪਾਂ ਜੋ ਵੀ ਬੋਲ ਰਹੇ ਹਾਂ ਉਹਦੀ ਰਿਕਾਰਡਿੰਗ ਹੋ ਰਹੀ ਹੈ, ਹਰ ਚੀਜ਼ ਹੋ ਰਹੀ ਹੈਗੀ ਆ। ਸੋ ਇਸ ਕਰਕੇ ਵੀ ਇਹਦੇ ਵਿੱਚ ਹੁਣ ਪੋਸੀਬਿਲਿਟੀ ਹੈ ਵੀ ਆ ਵੀ ਮੈਂ ਇੱਥੇ ਬੈਠਾ ਜੋ ਗੱਲ ਕਰ ਰਿਹਾ ਹੈਗਾ, ਮੇਰੀ ਪਾਰਟੀ ਮੇਰੇ ਨਾਲ ਕੀ ਕਰਦੀ ਜਾਂ ਕਿੱਦਾਂ, ਉਹ ਵੱਖਰੀ ਗੱਲ ਹੈਗੀ, ਲੇਕਿਨ ਮੈਂ ਜੋ ਗੱਲ ਕਹਿ ਰਿਹਾ ਇਹ ਮੇਰੀ ਡਿਊਟੀ ਬਣਦੀ, ਮੈਂ ਆਪਣੀ ਪਾਰਟੀ ਬਜਾ ਕੇ ਉਹਨੂੰ ਕਿੱਦਾਂ ਰੱਖਣਾ ਹੈਗਾ, ਵੀ ਮੈਂ ਜੋ ਕਹਿ ਕੇ ਆ ਵੀ ਭਾਈ ਉਹਨੂੰ ਮੈਂ ਕਿੱਦਾਂ ਆਪਣੀ ਪਾਰਟੀ ਨੂੰ ਕਨਵਿੰਸ ਕਰਨਾ ਹੈਗਾ। ਸੋ ਇਸ ਕਰਕੇ ਅੱਜ ਦਾ ਜਿਹੜਾ ਹੈਗਾ ਵਿਸ਼ਾ ਹੈਗਾ ਵੀ ਅੱਜ ਆਪਣੇ ਜਸਵੀਰ ਸਿੰਘ ਹੋਣੀ, ਆਪਣੇ ਹਰਿੰਦਰ ਸਿੰਘ ਹੋਣੀ, ਜਿੱਦਾਂ ਉਹ ਆਪਣੇ ਸਾਡੇ ਕੋਲ ਸਵਾਲ ਪੁੱਛ ਰਹੇ ਹੈਗੇ, ਜੋ ਵੀ ਹੈਗਾ ਅੱਜ ਜਿੰਨੇ ਕੁ ਅੱਜ ਤੱਕ ਸੇਧ ਵਧਾਈ ਹੈ ਉਹ ਡਾਇਰੈਕਸ਼ਨ ਬਿਲਕੁਲ ਰਾਈਟ ਡਾਇਰੈਕਸ਼ਨ ਜਾ ਰਹੇ ਹਾਂ। ਠੀਕ ਹੈ ਜੀ, ਮੈਂ ਵਿਰਸਾ ਸਾਹਿਬ ਜੀ ਤੁਹਾਡੇ ਵੱਲ ਫਿਰ ਆਵਾਂਗੇ, ਅਖੀਰ ਦੇ ਵਿੱਚ ਤੁਸੀਂ ਕੁਝ ਕਹਿਣਾ ਚਾਹੋਗੇ ਜੀ? ਮੇਰੀ ਇੱਕ ਬੇਨਤੀ ਹੈ ਜੀ। ਹਾਂਜੀ। ਇਹ 'ਚ ਕੋਈ ਡਰਾਵਾ ਨਹੀਂ ਗਿਆ ਕਿ ਕੋਈ ਵੀ ਸਿੱਖ ਕਿਸੇ ਤਰ੍ਹਾਂ ਦੀ ਕੋਈ ਕੁਰਬਾਨੀ ਕਰਦਾ ਹੈ। ਪਿਛਲੇ ਸਮੇਂ 'ਚ ਜਿਹੜੀ ਲਹਿਰ ਚੱਲੀ ਸੀ ਉਹਦੇ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਨੇ ਆਪਣੀ ਸ਼ਹੀਦੀ ਦਿੱਤੀ ਹੈ ਤੇ ਹਜ਼ਾਰਾਂ ਜਿਹੜੇ ਜੇਲ੍ਹਾਂ 'ਚ ਗਏ ਸੀ, ਔਰ ਕਈ ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਦੀ ਅੱਜ ਮਾਲੀ ਹਾਲਤ ਬਹੁਤ ਮਾੜੀ ਹੈ। ਔਰ ਅਸੀਂ ਗੱਲਾਂ ਤੇ ਬੜੀਆਂ ਵੱਡੀਆਂ ਕਰਦੇ ਹਾਂ, ਪੰਥਕ ਜਜ਼ਬੇ ਦੀਆਂ ਕਰਦੇ ਹਾਂ, ਕੁਰਬਾਨੀ ਦੀਆਂ ਕਰਦੇ ਹਾਂ, ਪਰ ਕੁਰਬਾਨੀ ਵਾਲਿਆਂ ਨੂੰ ਪੁੱਛਦਾ ਕੌਣ ਹੈ? ਕੁਰਬਾਨੀ ਵਾਲਿਆਂ ਦੇ ਜਾ ਕੇ ਘਰੇ ਜਾ ਕੇ ਕੋਈ ਸਾਰ ਵੀ ਲੈਂਦਾ ਹੈ? ਜਾ ਕੇ ਆਪਾਂ ਗੱਲਾਂ ਤਾਂ ਕਰਦੇ ਹਾਂ ਕਿ ਸਿੱਖ ਬੜੇ ਧਨਾੜ ਨੇ, ਇਹ 'ਚ ਕੋਈ ਦਰਾਵ ਨੇ ਲੜਾਈ ਵੀ ਲੜਨੀ ਚਾਹੀਦੀ ਆ, ਆਪਦੀ ਬਿਹਤਰੀ ਕੌਮ ਦੀ ਵੀ ਕਰਨੀ ਚਾਹੀਦੀ ਹੈ, ਪਰ ਜਿਨ੍ਹਾਂ ਨੇ ਬਿਹਤਰੀ ਵਾਸਤੇ ਆਪਣਾ ਆਪ ਮਾਰ ਦਿੱਤਾ ਆ, ਉਹਨਾਂ ਵਾਸਤੇ ਵੀ ਮੈਂ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਕਿ ਕੋਈ ਨਾ ਕੋਈ ਮਨਸੂਬਾ ਇਸ ਤਰ੍ਹਾਂ ਦਾ ਬਣਾਇਆ ਜਾਵੇ, ਕੋਈ ਨਾ ਕੋਈ ਇਸ ਤਰ੍ਹਾਂ ਦਾ ਬਣਾਇਆ ਜਾਵੇ। ਜਿਹੜੇ ਪਰਿਵਾਰ ਅੱਜ ਕਈਆਂ ਤਰਸ ਆਉਂਦਾ ਆ, ਅਸੀਂ ਤਾਂ ਕਹਿੰਦੀ ਪਈ ਚਲੋ ਫਾਈਨੈਂਸ਼ੀਅਲੀ ਤੇ ਸੌਣ ਨਹੀਂ ਹੈ ਕਿ ਪਈ ਕਹਿੰਦੀ ਜਿੰਨੇ ਜੋਗੇ ਹੈਗੇ ਆ ਹਾਜ਼ਰ ਵੀ ਰਹਿੰਦੇ ਆ, ਪਰ ਮਦਦ ਕਰ ਸਕੀਏ। ਪਰ ਉਹਨਾਂ ਪਰਿਵਾਰਾਂ ਦੇ ਨਾਂ ਤੇ ਬੜੀ ਸਿਆਸਤ ਵੀ ਹੋਈ ਆ, ਬੜਾ ਕੁਝ ਹੋਇਆ, ਪਰ ਮੈਂ ਇੱਥੇ ਦੇਖਦਾ ਵੀ ਆ ਕਿ ਅਜੇ ਭਾਈ ਰਾਜੋਆਣਾ ਜੀ ਨੇ ਚਲੋ ਉਹਨਾਂ ਦੀ ਕਈਆਂ ਨੇ ਮਦਦ ਕੀਤੀ ਵੀ ਹੋਊਗੀ। ਹਾਲਾਤ ਇਸ ਤਰ੍ਹਾਂ ਦੇ ਨੇ, ਜਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਵਰਗੇ ਨੇ, ਲਾਹੌਰੀਏ ਵਰਗੇ ਨੇ, ਜਿਹੜੇ ਜੇਲ੍ਹਾਂ 'ਚ ਲੰਬੇ ਸਮੇਂ ਤੋਂ ਬੈਠੇ ਨੇ। ਹਾਂਜੀ, ਉਹਨਾਂ ਦੀ ਕੌਣ ਮਦਦ ਕਰਦੇ ਨੇ, ਕਿਸ ਰੂਪ 'ਚ ਕਰਦੇ ਨੇ? ਕਈ ਜਿਹੜਾ ਮੇਰੇ ਕੋਲੇ ਵੀ ਅਪਰੋਚ ਆਉਂਦੀ ਹੈ ਕਿ ਕਿਸੇ ਨਾ ਕਿਸੇ ਰੂਪ 'ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਮਦਦ ਕਰਾਈ ਜਾਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਕਰਾਈ ਜਾਵੇ, ਜਾਂ ਕਿਸੇ ਰੂਪ 'ਚ ਕਰਵਾਈ ਜਾਵੇ। ਕਰਦੇ ਵੀ ਨੇ ਜਿੰਨੇ ਯੋਗ ਹੈਗੇ ਨੇ, ਪਰ ਆਪਾਂ ਨੂੰ ਬੜੀ ਵੱਡੇ ਕੌਮ ਨੇ ਉਹ ਜਿਹੜਾ ਸਾਹਮਣਾ ਕੀਤਾ ਜ਼ੁਲਮ ਦੇ ਵਿੱਚ ਕੁਰਬਾਨੀਆਂ ਬੜੀਆਂ ਹੋਈਆਂ ਨੇ, ਉਹਨਾਂ ਪਰਿਵਾਰਾਂ ਦੀ ਮਾੜੀ ਮੋਟੀ ਸਾਰ ਲੈਣੀ ਚਾਹੀਦੀ ਆ। ਤੇ ਉਹਦੇ ਨਾਲ ਕੋਈ ਰਾਸਤਾ ਆਉਂਦੀ ਹੈ, ਪਿਛਲਿਆਂ ਨੂੰ ਪਿੱਛੇ ਕੋਈ ਨਹੀਂ ਤੇ ਗਾਂਹ ਆਪਾਂ ਚੱਲੀ ਵਧਾਈ ਜਾਂਦੇ ਆ। ਇਸ ਕਰਕੇ ਮੇਰੀ ਹੱਥ ਬੰਨ੍ਹ ਕੇ ਬੇਨਤੀ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਆਪਣੇ ਵਿਚਾਰ ਜਿਹੜੇ ਉਹ ਦਰਸ਼ਕਾਂ ਨੂੰ ਦਿੱਤੇ ਹਨ। ਤੇ ਰਮਨਦੀਪ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਜੀ ਇਹੀ ਗੁਜ਼ਾਰਿਸ਼ ਕਰਨੀ ਚਾਹੁੰਦਾ ਹੈ ਕਿ ਜੇ ਕੋਈ ਚੰਗਾ ਕਰਦਾ ਹੈ ਜਾਂ ਮਤਲਬ ਉਹਦੇ ਰਿਜ਼ਲਟ ਹਜੇ ਆਪਾਂ ਨੂੰ ਨਹੀਂ ਪਤਾ ਜਾਂ ਉਹਨਾਂ ਤੋਂ ਕੋਈ ਗੱਲ ਹੈ
ਤਾਂ ਮੈਂ ਇੱਥੇ ਸਾਰ ਸਾਹਿਬ ਹੋਣੀ ਜਿਹੜੇ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਹੈਗੇ ਆ ਰੈਫਰੈਂਡਮ ਨੂੰ, ਉਹਨਾਂ ਨੂੰ ਇਹ ਗੁਜ਼ਾਰਿਸ਼ ਕਰਨੀ ਚਾਹੁੰਦਾ ਹੈ ਕਿ ਜੇ ਇੱਥੇ ਜਿਹੜੇ ਦੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਜਿਹੜੇ ਹੈ ਉਹ ਇੱਥੇ ਕਰ ਰਹੇ ਹੈਗੇ ਆ ਆਪਦਾ ਖਾਲਿਸਤਾਨ ਦੀ ਗੱਲ, ਹੁਣ ਕੌਣ ਚੰਗਾ ਕੌਣ ਮਾੜਾ ਇਸ ਵਿਸ਼ੇ ਨੂੰ ਛੱਡ ਕੇ ਮੈਂ ਤੁਹਾਨੂੰ ਇਹ ਗੁਜ਼ਾਰਿਸ਼ ਕਰਦਾ, ਨਾ ਮੈਂ ਦਲ ਖਾਲਸਾ ਨਾਲ ਸੰਬੰਧ ਰੱਖਦਾ, ਨਾ ਮੈਂ ਅਕਾਲੀ ਦਲ ਅੰਮ੍ਰਿਤਸਰ ਨਾਲ ਸੰਬੰਧ ਰੱਖਦਾ, ਪਰ ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਹੈ ਕਿ ਇਹਨਾਂ ਜੋ ਅੱਜ 3 ਮੋਹਰੀ ਧਿਰਾਂ ਨੇ, ਤੀਜੀ ਧਿਰ ਦੇ ਵਜੋਂ ਪੰਨੂ ਸਾਹਿਬ ਅਵਤਾਰ ਸਿੰਘ ਹੋਰੀ ਆਪਣੀ ਟੀਮ ਨੂੰ ਲੈ ਕੇ, ਐਡਵੋਕੇਟ ਪੰਨੂ, ਜਥੇਦਾਰ ਪਰਮਜੀਤ ਸਿੰਘ ਪੰਮਾ ਤੇ ਇਹ ਸਾਰੀ ਟੀਮ ਆਈ ਹੈਗੀ ਹੈ, ਤਾਂ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਜਿਹੜੀ ਆਪਣੇ ਤੌਰ ਤੇ ਇੱਕ ਦੂਜੇ ਦੇ ਵਿਰੁੱਧ ਬਿਆਨਬਾਜ਼ੀ ਕਰ ਰਹੇ ਹੈ, ਤੇ ਮੈਂ ਕਹਿੰਦਾ ਹੈ ਕਿ ਇਹਦੀ ਪਹਿਲ ਕਦਮੀ ਕਰਨੀ ਚਾਹੀਦੀ ਹੈ। ਰੈਫਰੈਂਡਮ ਵਾਲੇ ਜਿਹੜੇ ਵੀਰ ਆ ਉਹਨਾਂ ਨੂੰ, ਇਹਨਾਂ ਨੂੰ ਟੇਬਲ ਤੇ ਬਿਠਾ ਕੇ ਕਿਤੇ ਇਹਨਾਂ ਦੀ ਗੱਲ ਕਰਵਾਈ ਜਾਵੇ। ਗੱਲ ਨਹੀਂ ਕਰਵਾਉਣੀ ਤਾਂ ਇਹੋ ਜਿਹਾ ਕੋਈ ਮਾਹੌਲ ਸਿਰਜਿਆ ਜਾਵੇ ਕਿ ਇਹ ਜਿਹੜੀਆਂ ਗੱਲਾਂ ਕਰ ਰਹੇ ਹੈਗੇ ਆ ਉਹ ਗੱਲਾਂ ਨਾ ਹੋਣ, ਇਹ ਗੱਲਾਂ ਸਾਡੇ ਸਾਹਮਣੇ। ਠੀਕ ਹੈ ਜੀ, ਮੈਂ ਹਰਿੰਦਰ ਸਿੰਘ ਤੁਹਾਡੇ ਵੱਲ ਆਵਾਂ, ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਜਿਸ ਤਰ੍ਹਾਂ ਦੇ ਨਾਲ ਵਲਟੋਆ ਸਾਹਿਬ ਨੇ ਗੱਲ ਕੀਤੀ ਹੈ ਬਿਲਕੁਲ ਦਰੁਸਤ ਆ ਕਿ ਕੁਰਬਾਨੀਆਂ ਦੀ ਵੀ ਗੱਲ ਕਰੀਏ ਤਾਂ ਬਹੁਤ ਸਾਰੇ ਅਜਿਹੇ ਪਰਿਵਾਰ ਹੈਗੇ ਨੇ ਜਿਹੜੇ ਅੱਜ ਵੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਰੋਟੀ ਜਿਹੜੀ ਆ ਉਹ ਬੜੀ ਮੁਸ਼ਕਿਲ ਦੇ ਨਾਲ ਬਣਦੀ ਆ। ਮੈਂ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਜਾਣਦਾ, ਗੁਰਦਾਸਪੁਰ ਏਰੀਏ ਦੇ ਵਿੱਚ ਵੀ ਗਿਆ ਸੀਗਾ। ਸੋ ਇਹ ਵੀ ਖਿਆਲ ਸਾਨੂੰ ਨਾਲ ਨਾਲ ਰੱਖਣਾ ਚਾਹੀਦਾ ਆ ਕਿ ਜੇਕਰ ਸਾਡਾ ਕੋਈ ਭਰਾ ਜਿਹੜਾ ਆ ਉਹ ਕਿਸੇ ਮੂਵਮੈਂਟ ਦੇ ਵਿੱਚ ਸ਼ਾਮਲ ਰਿਹਾ ਆ ਤੇ ਅੱਜ ਉਸਦਾ ਪਰਿਵਾਰ ਜਿਹੜਾ ਆ ਉਹ ਜੇਕਰ ਲਾਚਾਰ ਆ ਕਿ ਇਸ ਕਾਬਿਲ ਨਹੀਂ ਹੈਗਾ ਕਿ ਉਹ ਆਪਣੇ ਜਿਹੜੇ ਬੱਚੇ ਆ ਜਾਂ ਪਰਿਵਾਰ ਨੂੰ ਚੰਗੀ ਤਰ੍ਹਾਂ ਨਹੀਂ ਪਾਲ ਸਕਦਾ, ਤਾਂ ਉਹਨਾਂ ਦੀ ਮਦਦ ਕਰਨੀ ਵੀ ਜ਼ਰੂਰ ਬਣਦੀ ਆ। ਇਹ ਵੀ ਇੱਕ ਚਰਚਾ ਦਾ ਵਿਸ਼ਾ ਆ। ਅਸੀਂ ਇਹ ਪ੍ਰੋਗਰਾਮ ਜਿਹੜਾ ਕੀਤਾ ਹੈ ਉਸ ਦੀ ਸ਼ਲਾਘਾ ਕਰਦੇ ਹਾਂ ਕਿ ਬਹੁਤ ਅੱਛਾ ਉਪਰਾਲਾ ਸੀਗਾ। ਸੋ ਇਸ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇ ਤੇ ਇਸ ਨੂੰ ਤੋੜਨ ਵਾਲਿਆਂ ਦੇ ਕੋਲੋਂ ਜਿਹੜਾ ਆ ਉਹ ਬਚਾਇਆ ਜਾਵੇ, ਕਿਉਂਕਿ ਏਜੰਸੀਆਂ ਜਿਹੜੀਆਂ ਆ ਉਹ ਉਹਨਾਂ ਦੀ ਨੀਂਦ ਜਿਹੜੀ ਆ ਉਹ ਜ਼ਰੂਰ ਹਰਾਮ ਹੋ ਗਈ ਹੋਵੇਗੀ ਕਿ ਜਿਸ ਤਰ੍ਹਾਂ ਦਾ ਇਹ ਪ੍ਰੋਗਰਾਮ ਜਿਹੜਾ ਆ ਉਹ ਕੱਲ ਹੋਇਆ ਆ ਜੀ। ਠੀਕ ਹੈ ਜੀ, ਗੁਰਦੇਵ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ? ਬਿਲਕੁਲ ਜੀ, ਮੈਂ ਬਲਟੋਆ ਸਾਹਿਬ ਦੇ ਇਹਨਾਂ ਨਾਲ ਬਿਲਕੁਲ ਸਹਿਮਤ ਹਾਂ। ਵਾਕਿਆ ਹੀ ਆ, ਵੈਸੇ ਤਾਂ ਜਿਹੜੀ ਜਿੱਦਾਂ ਜਿਹਨੇ ਉੱਥੇ ਆਪਣੀ ਕੁਰਬਾਨੀਆਂ ਦਿੱਤੀਆਂ ਕੋਈ ਸ਼ੱਕ ਨਹੀਂ। ਵੈਸੇ ਹੁਣ ਇੱਥੋਂ ਇੰਗਲੈਂਡ ਦੇ ਵਿੱਚੋਂ ਵਿਦੇਸ਼ਾਂ ਦੇ ਵਿੱਚੋਂ ਫੰਡ ਤਾਂ ਕਰੋੜਾਂ ਪਾਉਂਡਾਂ ਦੇ ਹਿਸਾਬ ਨਾਲ ਉੱਥੇ ਇਕੱਠੇ ਹੋ ਕੇ ਗਏ ਹੈਗੇ ਆ। ਹੁਣ ਜਿਹੜੇ ਇਕੱਠੇ ਕਰਕੇ ਜਿਹੜੇ ਉੱਥੇ ਫੰਡ ਜਾਂਦੇ ਆ ਉਹ ਕੌਣ ਡਿਸਟਰੀਬਿਊਟ ਕਰਦੇ ਜਾਂ ਕਿੱਦਾਂ ਯਕੀਨੀ ਬਦਕਿਸਮਤੀ ਇੱਥੇ ਹੈ ਨਾ। ਔਰ ਜਿੰਨੇ ਫੰਡਸ ਗਏ ਇੱਕ ਕਾਲ ਦੇ ਉੱਤੋਂ ਹਜ਼ਾਰਾਂ ਹੀ ਪਾਉਂਡ ਇਕੱਠੇ ਹੋ ਜਾਂਦੇ ਸੀ, ਲੋਕੀ ਸੋਨੇ ਦਾ ਸੱਲਾ ਛੱਡ ਦਿੰਦੇ ਸੀਗੇ, ਰਾਈਟ। ਚਲੋ ਇਸ ਚੀਜ਼ ਦੇ ਉੱਤੇ ਵੀ ਇਹ ਗੱਲ ਵਿੱਚ ਰੱਖੀ ਜਾਊਗੀ। ਔਰ ਰਹੀ ਗੱਲ ਇਹ ਜਿਹੜੇ ਬੰਦੇ ਸਾਡੇ ਨਾਲ ਇਸ ਵੇਲੇ ਜਿੱਦਾਂ ਵੀ ਹੈਗੇ, ਮੈਂ ਪਹਿਲਾਂ ਵੀ ਉਹਦਾ ਗੱਲ ਦਾ ਜਵਾਬ ਦੇ ਚੁੱਕਾ ਹੈਗਾ ਵੀ ਜੇ ਅਸੀਂ ਉਹਨਾਂ ਦੇ ਨਾਲ ਬਕਾਇਦਾ ਟੀਮ ਬਹਿ ਕੇ ਗੱਲਬਾਤ ਵਿਚਾਰ ਕੀਤੀ ਜਾਊਗੀ ਔਰ ਹਰ ਗੱਲ ਪਈ ਇਹ ਨਹੀਂ ਹੈ ਵੀ ਉਹਨਾਂ ਨਾਲ ਗੱਲ ਡਾਇਲੋਗ ਚੱਲ ਰਹੀ, ਸਟਿਲ ਚੱਲ ਰਹੇ ਹੈਗੇ ਆ। ਇਹ ਸਵੇਰੇ ਗੱਲਾਂ ਹੋਈਆਂ ਕੁਝ ਗੱਲਾਂ ਪਈ, ਅਸੀਂ ਖੁਦ ਆਪ ਲੈ ਉਹਨਾਂ ਨਾਲ ਆ ਗੱਲ ਕੀਤੀ ਜਾਵੇ ਇਸ ਤਰ੍ਹਾਂ ਵੀ ਕਿਸੇ ਨੂੰ ਕੋਈ ਇੱਦਾਂ ਨਹੀਂ ਕਹਿਣਾ ਵੀ ਫਲਾਣਾ ਤੂੰ ਨਹੀਂ, ਨੋ, ਉਹ ਖੁਦ ਫੀਲ ਕਰਦੇ ਵੀ ਸ਼ਾਬਾਸ਼ ਤੁਸੀਂ ਜਾ ਕੇ ਆਏ ਆ ਔਰ ਅਸੀਂ ਮਹਿਸੂਸ ਕਰਦੇ ਵੀ ਅਸੀਂ ਕਿਉਂ ਮਿਸ ਕੀਤਾ, ਵੀ ਇਹਦੇ ਤੇ ਜ਼ਰੂਰ ਗੱਲਬਾਤ ਕੀਤੀ ਜਾਊਗੀ। ਕੋਈ ਇਹੀ ਗੱਲ ਆਪਣਾ ਜਿਹੜਾ ਵਿਸ਼ਾ ਚੱਲਦਾ ਨਾ ਉਹ ਇਹ ਹੈਗਾ ਕਿ ਜਿਹੜਾ 2020 ਰੈਫਰੈਂਡਮ ਹੈ ਉਹਦਾ ਐਲਾਨਨਾਮਾ ਜਿਹੜਾ ਕੀਤਾ ਆ ਉਹਦੇ ਬਾਰੇ ਆਪਾਂ ਗੱਲਬਾਤ ਜਿਹੜੀ ਕਰ ਰਹੇ ਹਾਂ, ਕਿਉਂਕਿ ਉਹਦੇ ਵਿੱਚ ਪੱਟੀ ਸਾਹਿਬ ਮੈਂ ਤੁਹਾਡੇ ਨਾਲ ਆਵਾਂ ਵੀ ਸਰਕਾਰ ਦਾ ਇਹਦੇ ਵਿੱਚ ਕੀ ਕਹਿਣਾ ਆ ਜਾਂ ਪੰਜਾਬ ਦੇ ਲੋਕਾਂ ਦਾ ਕੀ ਕਹਿਣਾ ਆ ਜਾਂ ਹਿੰਦੁਸਤਾਨ ਦੇ ਜਿਹੜੇ ਇੰਡੀਆ ਦੇ ਲੋਕ ਆ ਉਹਨਾਂ ਦਾ ਕੀ ਕਹਿਣਾ ਇਹਦੇ ਬਾਰੇ? ਵੇਖੋ ਜੀ, ਸਭ ਤੋਂ ਪਹਿਲੀ ਗੱਲ ਤੇ ਜਿਹੜੀ ਵੀਰ ਜੀ ਨੇ ਕੀਤੀ ਹੈ ਉਹ ਬੜੀ ਚੰਗੀ ਕੀਤੀ ਹੈ ਕਿ ਲੜਾਈ ਜਿਹੜੀ ਸਾਡੀ ਸਿਰਫ ਸਿੱਖਾਂ ਵਾਸਤੇ ਨਹੀਂ ਹੈਗੀ, ਪੰਜਾਬ ਵਾਸਤੇ। ਔਰ ਇਸ ਚੀਜ਼ ਨੂੰ ਪ੍ਰਚਾਰਨ ਦੀ ਲੋੜ ਆ। ਬਿਲਕੁਲ, ਜਦੋਂ ਅਸੀਂ ਇਹ ਪ੍ਰਚਾਰ 'ਚ ਕਾਮਯਾਬ ਹੋ ਗਏ ਤੇ ਫਿਰ ਸਾਡਾ ਵਿਰੋਧ ਘਟ ਜਾਏਗਾ, ਬਹੁਤ ਘੱਟ ਹੋਏਗਾ ਵਿਰੋਧ ਹੋਏਗਾ। ਪਹਿਲੀ ਗੱਲ ਤਾਂ ਹੋਏਗਾ ਹੀ ਨਹੀਂ, ਘੱਟੋ ਘੱਟ ਪੰਜਾਬ 'ਚ ਨਹੀਂ ਹੋਏਗਾ। ਇਸ ਕਰਕੇ ਅਜੇ ਤੱਕ ਤੇ ਅਜੇ ਲੋਕਾਂ ਦੇ ਮਨਾਂ 'ਚ ਵੀ ਸਿੱਖ ਖਾਲਿਸਤਾਨ ਚਾਹੁੰਦੇ। ਇਹ 2020 ਰੈਫਰੈਂਡਮ ਜਿਹੜਾ ਖਾਲਿਸਤਾਨ ਵਾਸਤੇ ਆ, ਖਾਲਸਾ ਵਾਸਤੇ ਗੱਲ ਲੇਕਿਨ ਨਾਲ ਪੰਜਾਬੀਆਂ ਵਾਸਤੇ, ਪੰਜਾਬੀ ਵੀ ਸ਼ਾਮਲ ਹੋ ਸਕਦੇ, ਹਰ ਧਰਮ ਦੇ ਲੋਕ ਸ਼ਾਮਲ ਹੋ ਸਕਦੇ, ਸਾਰਿਆਂ ਨੂੰ ਅਸੀਂ ਉਸਦਾ ਖੁੱਲ੍ਹਾ ਦਿੰਦੇ ਹਾਂ। ਮੈਂ ਉਹਦੀ ਇੱਕ ਐਗਜ਼ਾਮਪਲ ਦੇਣ ਲੱਗਾ ਅੱਜ ਦੇ ਨੌਜਵਾਨ ਦੀ। ਅੱਗੇ ਵੀ ਕਈ ਵਾਰੀ ਗੱਲ ਕੀਤੀ ਆ, ਸਾਕਾ ਨੀਲਾ ਤਾਰਾ 6 ਜੂਨ 1984 ਨੂੰ ਹੋਇਆ, ਪਰ 3 ਸਾਲ ਪਹਿਲਾਂ ਦਲ ਖਾਲਸਾ ਨੇ ਕਾਲ ਦਿੱਤੀ ਵੀ ਤੁਸੀਂ ਬੰਦ ਰੱਖੋ ਪੰਜਾਬ। ਪੱਟੀ ਜੀ ਤੁਸੀਂ ਸੁਣਿਆ ਹੋਣਾ, ਪੱਟੀ ਜੀ ਇੱਕ ਮਿੰਟ, ਤੁਸੀਂ ਸੁਣਿਆ ਹੋਣਾ ਕਿ ਜਿਹੜਾ ਰੈਫਰੈਂਡਮ ਦਾ ਐਲਾਨਨਾਮਾ ਹੋਇਆ ਉਹਦੇ ਵਿੱਚ ਜਿਹੜੇ
ਲੋਕ ਉੱਥੇ ਇਕੱਠੇ ਹੋਏ ਸਨ, ਉਹ ਇੱਕ ਖਾਲਿਸਤਾਨ ਦੀ ਮੰਗ ਕਰ ਰਹੇ ਸਨ, ਕੀ ਤੁਸੀਂ ਉਹ ਸੁਣੀ ਹੈ? ਜੀ ਮੈਂ ਤਾਂ ਤੁਹਾਨੂੰ ਕਹਿਤਾ ਵੀ ਭਾਵੇਂ ਖਾਲਿਸਤਾਨ ਹੋਵੇ, ਲੇਕਿਨ ਨਾਲ ਪੰਜਾਬੀਆਂ ਦੀ ਗੱਲ ਕੀਤੀ ਤੁਸੀਂ ਵੀ ਜੀ, ਜੇ ਖਾਲਿਸਤਾਨ ਚਾਹੁੰਦੇ ਪੰਜਾਬੀਆਂ ਵਾਸਤੇ ਚਾਹੁੰਦੇ ਆ, ਨਾ ਕਿ ਕੱਲੇ ਸਿੱਖਾਂ ਵਾਸਤੇ। ਕੱਲੇ ਸਿੱਖਾਂ ਵਾਸਤੇ ਇਹ ਬਹੁਤ ਜ਼ਰੂਰੀ ਹੈ ਜੀ। ਕੀ ਹੈ ਨਾ, ਇਹ ਕਿਹਾ ਨਾ, ਇਹ ਇਸ ਗੱਲ ਨੂੰ ਪ੍ਰਚਾਰਨ ਦੀ ਲੋੜ ਆ, ਵੱਧ ਚੜ ਕੇ ਪਰਨ ਜਾਣੀ ਚਾਹੀਦੀ। ਇਹਦੇ ਉੱਤੇ ਸੈਮੀਨਾਰ ਵੀ ਕੀਤੇ ਜਾਣ, ਵੱਖ-ਵੱਖ ਪ੍ਰੈਸ ਕਾਨਫਰੰਸ ਕੀਤੀਆਂ ਜਾਣ, ਜੇ ਹੋਰ ਵੀ ਕਿਸੇ ਤਰੀਕੇ ਨੂੰ ਕੋਈ ਤੁਹਾਡਾ ਮੀਡੀਅਮ ਮਾਧਿਅਮ ਹੈਗਾ ਉਹਦੇ ਰਾਹੀਂ ਪ੍ਰਚਾਰ ਕੀਤਾ ਜਾਵੇ ਵੀ ਸਾਡੀ ਲੜਾਈ ਕੱਲੀ ਸਿੱਖਾਂ ਵਾਸਤੇ ਨਹੀਂ ਹੈਗੀ, ਸਾਡੀ ਲੜਾਈ ਸਮੁੱਚੇ ਪੰਜਾਬੀਆਂ ਵਾਸਤੇ ਆ। ਮੈਂ ਪਹਿਲਾਂ ਕਹਿਤਾ ਪੰਜਾਬ ਨੂੰ ਸਬ ਸਟੇਟ ਬਣਾ ਦਿੱਤਾ ਗਿਆ, ਪੰਜਾਬ ਦੇ ਹੱਕਾਂ ਦੀ ਗੱਲ ਆ, ਪੰਜਾਬ ਦੇ ਪਾਣੀਆਂ ਦੀ ਗੱਲ ਆ। ਅਗਲੀ ਲੜਾਈ ਤੇ ਵੇਖੋ ਜਿਹੜੀ UN ਦੀ ਰਿਪੋਰਟ ਦੇ ਮੁਤਾਬਕ ਜਿਹੜੀ ਲੜਾਈ ਹੋਣੀ ਪਾਣੀ ਤੋਂ ਜਿਹੜੀ ਹੋਈ, ਇਸ ਕਰਕੇ ਇਹ ਚੀਜ਼ ਨੂੰ ਜੇ ਉਜਾਗਰ ਕਰਾਂਗੇ ਤੇ ਮੇਰਾ ਖਿਆਲ ਬਹੁਤ ਸਾਰੇ ਬਾਕੀ ਕੌਮਾਂ ਦੇ ਲੋਕ ਵੀ ਸਾਡੇ ਨਾਲ ਰਲ ਜਾਣਗੇ ਵੀ ਵਾਕਿਆ ਸੱਚ ਬੋਲਦੇ ਆ। ਮੈਂ ਤਾਂ ਜਿਹੜੀ ਗੱਲ ਕਰਨ ਲੱਗਾ ਸੀ ਮੇਰੀ ਵਿੱਚ ਇੱਕ ਸੈਕਿੰਡ ਦੀ ਗੱਲ ਕਰ ਦੇਣੀ। ਹਾਂਜੀ ਠੀਕ ਹੈ ਜੀ। 1984 6 ਜੂਨ ਨੂੰ ਜਦੋਂ 6 ਜੂਨ ਨੂੰ ਜੋ ਬੰਦ ਦੀ ਕਾਲ ਦਿੱਤੀ ਜਾਂਦੀ ਹੈ, ਪਹਿਲਾਂ ਕੋਈ ਬੰਦ ਨਹੀਂ ਸੀ ਕਰਦਾ। 3-4 ਸਾਲ ਪਹਿਲਾਂ ਖਾਲਸਾ ਜਿਹੜੇ ਹੈਗੇ ਆਪਣੇ ਦਲ ਖਾਲਸਾ ਨੇ ਕਾਲ ਦਿੱਤੀ, ਕੋਈ ਪ੍ਰੋਟੈਸਟ ਨਹੀਂ ਕਰਦਾ, ਕੁਛ ਨਹੀਂ ਕਰਦਾ। ਲੋਕ ਆਪਣੀ ਜਿਹੜਾ ਨੌਜਵਾਨ ਪੀੜ੍ਹੀ ਉਹ ਮਹਿਸੂਸ ਕਰਦੀ ਦਰਬਾਰ ਸਾਹਿਬ ਤੇ ਅਟੈਕ ਗਲਤ ਹੋਇਆ ਸੀ। ਹਰ ਤਰ੍ਹਾਂ ਦੇ ਲੋਕ ਆਪਣਾ ਕਾਰੋਬਾਰ ਬੰਦ ਰੱਖਦੇ ਉਸ ਟਾਈਮ। ਇਹਦਾ ਮਤਲਬ ਲੋਕ ਮਹਿਸੂਸ ਕਰਦੇ ਪੰਜਾਬ ਦਾ ਧੱਕਾ ਹੋ ਰਿਹਾ, ਇਸ ਕਰਕੇ ਚੀਜ਼ ਨੂੰ ਪ੍ਰਚਾਰਨ ਦੀ ਲੋੜ ਹੈ, ਇਹਨੂੰ ਹਰ ਮਾਧਿਅਮ ਨਾਲ ਪ੍ਰਚਾਰਿਆ ਜਾਵੇ। ਅਸੀਂ ਵੀ ਕੋਸ਼ਿਸ਼ ਕਰਾਂਗੇ, ਤੁਸੀਂ ਵੀ ਕੋਸ਼ਿਸ਼ ਕਰੋ। ਠੀਕ ਹੈ ਜੀ। ਦਿਲਬਾਗ ਸਿੰਘ ਤੁਸੀਂ ਉੱਥੇ ਸੀਗੇ, ਬਿਲਕੁਲ ਜਦੋਂ ਐਲਾਨਨਾਮਾ ਹੋਇਆ 2020 ਰੈਫਰੈਂਡਮ, ਜਦੋਂ ਉਹਦਾ ਐਲਾਨਨਾਮਾ ਹੋਇਆ ਜਿਹੜਾ ਨਾ, ਤੁਸੀਂ ਉਸ ਵਕਤ ਉੱਥੇ ਸੀਗੇ, ਤੁਸੀਂ ਕੀ ਮਹਿਸੂਸ ਕਰਦੇ ਆ ਕਿ ਉੱਥੇ ਤੋਂ ਜਿਹੜੀ ਵੀ ਗੱਲ ਕਹੀ ਜਾਂਦੀ ਸੀ, ਕੀ ਉਹ ਪੰਜਾਬੀਆਂ ਵਾਸਤੇ ਕਹੀ ਜਾਂਦੀ ਸੀ ਜਾਂ ਕਿ ਖਾਲਿਸਤਾਨ ਦੀ ਮੰਗ ਸੀ? ਕੀ ਨਹੀਂ, ਇਹ ਮੈਂ ਬੜਾ ਸਪਸ਼ਟ ਕਰ ਦਿੰਦਾ ਜੀ, ਕਿਉਂਕਿ ਉਹ ਜਿਹੜੀ ਟੀਮ USA ਤੋਂ ਆਈ ਨਾ, 5 ਬੰਦੇ ਮੇਨ ਜਿਹੜੇ ਆਏ ਨੇ, ਪੰਨੂ ਸਾਹਿਬ ਬਾਅਦ 'ਚ ਆਇਆ, ਉਹ ਸਾਰਿਆਂ ਨਾਲ ਵੀ ਮੇਰੀ ਗੱਲਬਾਤ ਹੋਈ ਹੈ, ਬੜੇ ਲਾਗੇ ਨੇ, ਕੱਲ੍ਹ ਵੀ ਮੇਰੇ ਨਾਲ ਹੀ ਰਹੇ ਤਕਰੀਬਨ। ਹੋਰ USA ਤੋਂ ਬੜੇ ਸਿਆਣੇ ਪਤਵੰਤ ਸੱਦਣ ਆਏ ਸੀਗੇ, 15-20 ਨਾਲ ਮੇਰੀ ਮੁਲਾਕਾਤ ਹੋਈ। ਬੜੇ ਜਿੱਦਾਂ ਵੀਰ ਜੀ ਨੇ ਕਿਹਾ 63 ਬੰਦੇ ਆਏ ਸੀ, ਜਿਨ੍ਹਾਂ ਦੇ ਬੜੇ ਫਾਰਮ ਨੇ, ਟਰੱਕ 100 ਟਰੱਕ ਚੱਲਦਾ, 200 ਟਰੱਕ ਚੱਲਦਾ, ਬੜੇ ਵੱਡੇ ਬੰਦੇ ਆਏ ਨੇ। ਔਰ ਉਹਨਾਂ ਨੇ ਮੈਨੂੰ ਨੰਬਰ ਵੀ ਆਪਣਾ ਦੇ ਕੇ ਗਏ ਨੇ ਵੀ ਵੈਲਕਮ, ਜਦੋਂ ਮਾਰੀ USA ਆਓ। ਅਤੇ ਉਹ ਇੱਦਾਂ ਸੀ ਵੀ ਆਪਾਂ ਨੂੰ, ਜਿੱਦਾਂ ਭਾਈ ਸਾਹਿਬ ਨੇ ਕਿਹਾ, ਪਹਿਲਾਂ ਕਹਿ ਕੇ ਹਟੇ ਨੇ, ਮੇਰਾ ਵੀ ਇਹ ਮੁੱਖ ਮੁੱਦਾ ਉੱਥੇ ਕੱਲ੍ਹ ਪ੍ਰਚਾਰ ਵੀ ਇਹ ਹੋਇਆ ਕਿ ਅਸੀਂ ਸਿਰਫ ਖਾਲਿਸਤਾਨ ਦੀ ਲੋਕਾਂ ਨੂੰ ਦੱਸਣਾ ਚਾਹੀਦਾ ਖਾਲਿਸਤਾਨ ਹੈ ਕੀ ਹੈ। ਇਕੱਲੇ ਆਪਾਂ ਸਿੱਖ ਵਾਸਤੇ ਨਹੀਂ ਹੈਗਾ, ਜੋ ਪੰਜਾਬ ਦੇ ਵਿੱਚ ਵਸਦਾ ਹੈ ਉਹ ਪੰਜਾਬੀਆਂ ਨੂੰ ਜੋ ਚੰਗੇ ਰਾਈਟਸ ਮਿਲਣੇ ਚਾਹੀਦੇ, ਕੋਈ ਵੀ ਕਿਸੇ ਵੀ ਕੌਮ ਦਾ ਹੈਗਾ, ਚਾਹੇ ਉਹ ਹਿੰਦੂ ਹੈ, ਚਾਹੇ ਉਹ ਮੁਸਲਮਾਨ, ਜਿੱਦਾਂ ਤੁਸੀਂ ਪਹਿਲਾਂ ਦੱਸਿਆ, ਉਹਨਾਂ ਸਾਰਿਆਂ ਨੂੰ ਜਿਹੜਾ ਆ ਪੂਰਾ ਜਿਹੜਾ ਆ ਉਹਨਾਂ ਨੂੰ ਬੈਨੀਫਿਟ ਹੋਵੇ, ਜਿੱਦਾਂ ਇੱਥੇ ਹੁੰਦਾ। ਉਹ ਚੀਜ਼ ਖਾਲਿਸਤਾਨ ਮੰਗਦੇ, ਉਹ ਜਿਹੜਾ ਪ੍ਰਚਾਰ ਉਹਨਾਂ ਨੇ ਸਟੇਜ ਤੇ ਵੀ ਕੀਤਾ, ਬੜੀ ਕਲੀਅਰ ਕੱਟ ਹੈ ਜੀ, ਇਹਦੇ ਵਿੱਚ ਕੋਈ ਦੋ ਰਹਿਣਾ ਨਹੀਂ। ਆਪਾਂ ਜਿਵੇਂ ਗੱਲ ਕਰਦੇ ਹਾਂ ਆਪਣੇ ਦਿਲਬਾਗ ਸਿੰਘ ਦੀ, ਕੀ ਇਹ ਜਿਹੜੀ ਮੰਗ ਹੈ ਵਿਦੇਸ਼ਾਂ ਦੇ ਵਿੱਚ ਉੱਠੀ ਹੈ ਕਿ ਪੰਜਾਬ ਦੇ ਲੋਕ ਵੀ ਚਾਹੁੰਦੇ ਆ? ਨਹੀਂ, ਪੰਜਾਬ ਦੇ ਲੋਕ ਵੀ ਕਾਫੀ ਚਾਹੁੰਦੇ ਨੇ, ਪਰ ਉਹ ਅਜੇ ਅੰਡਰਗਰਾਉਂਡ ਰਹੇ, ਕਿਉਂਕਿ ਹਾਂਜੀ ਨਹੀਂ ਦੇਖੋ ਗੱਲ ਬੜੀ ਕਲੀਅਰ ਹੈਗੀ ਆ ਗਿਆ ਜੀ, ਬੜੀ ਪੱਧਰੀ ਗੱਲ ਹੈਗੀ ਆ। ਇਹਨੂੰ ਖਾਲਸਤਾਨ ਕਹਿ ਲਓ, ਉਹਨੂੰ ਉਸ ਵੇਲੇ ਬੋਲਦੇ ਵੀ ਕਿਹਾ ਹੈ, ਇਹਨੂੰ ਖਾਲਸਤਾਨ ਕਹਿ ਲਓ, ਪੰਜਾਬਸਤਾਨ ਕਹਿ ਲਓ, ਜੋ ਮਰਜ਼ੀ ਰੱਖ ਲਓ, ਕੁਛ ਰੱਖ ਲਓ, ਇਹਦੇ ਕੋਈ ਨਾਂ ਤਾਂ ਰੱਖਿਆ ਜਾਣਾ ਹੀ ਨਾ। ਉਹ ਚਾਹੇ ਖਾਲਸਤਾਨ ਹੋਵੇ, ਚਾਹੇ ਪੰਜਾਬਸਤਾਨ ਹੋਵੇ, ਉਹ ਹਿੰਦੂ ਸਿੱਖ ਮੁਸਲਮਾਨ ਇਕੁਐਲਿਟੀ ਉੱਥੇ ਹੋਊਗੀ। ਉੱਥੇ ਇਹ ਨਹੀਂ ਵੀ ਸਿੱਖਾਂ ਨੂੰ ਪ੍ਰਾਇੋਰਟੀ ਹੋਊਗੀ, ਨੋਟ ਇਹ ਚੀਜ਼ ਦੀ ਬਹੁਤ ਜ਼ਰੂਰਤ ਹੈ। ਅੱਛਾ, ਸਭ ਤੋਂ ਵੱਡੀ ਗੱਲ ਦੂਜੀ ਦੀ ਗੱਲ ਜਿਹੜੀ ਮੈਂ ਕਹਿੰਦਾ, ਇੱਕ ਮੇਰੀ ਗੱਲ ਸੁਣ ਲਓ, ਜਿੱਦਾਂ ਇਹਨਾਂ ਕੰਟਰੀ ਇੱਥੇ ਹਿੰਦੁਸਤਾਨ ਸਰਕਾਰ ਨੇ ਪੂਰਾ ਜ਼ੋਰ ਲਾਤਾ, ਲਾਸਟ ਫਰਾਈਡੇ ਥਰਸਡੇ ਤੱਕ ਜ਼ੋਰ ਲਾਇਆ ਸੀ ਇਹ ਸਟਾਪ ਕੀਤਾ ਜਾਵੇ, ਲੇਕਿਨ ਇਹਨਾਂ ਕਿ ਡੈਮੋਕ੍ਰੇਟਿਕ ਕੰਟਰੀ ਔਰ ਅਸੀਂ ਜਿਹੜਾ ਪੀਸਫੁਲੀ ਇੱਥੇ ਕੋਈ ਵੀ ਇੱਥੇ ਅਸੀਂ ਅਲਾਉ ਕਰਦੇ, ਅਸੀਂ ਕਿਸੇ ਨੂੰ ਸਟਾਪ ਨਹੀਂ ਕਰ ਸਕਦੇ। ਅਗਰ ਇਹ ਹਿੰਦੁਸਤਾਨ ਸਰਕਾਰ ਐਲਾਨ ਕਰ ਦੇਵੇ ਡੈਮੋਕ੍ਰੇਟ, ਹਰ ਇੱਕ ਨੂੰ ਹੱਕ ਹੈ ਆਪਣੀ ਗੱਲ ਕਰਨ ਦਾ, ਸਾਰਾ ਪੰਜਾਬ ਨਾ ਬੋਲਦਾ ਉੱਥੇ ਡੰਡਾ, ਮਗਰ ਜਿਹਨੇ ਜੈਕਟ ਪਾਈ ਉਹਨੂੰ ਫੜ ਕੇ ਅੰਦਰ ਦੇ ਲੈਂਦੇ ਆ। ਠੀਕ ਹੈ, ਮੈਂ ਤੁਹਾਡੀ ਗੱਲ ਦੇ ਨਾਲ ਹੀ ਗੱਲ ਮੈਂ ਹਰਿੰਦਰ ਸਿੰਘ ਨੂੰ ਪੁੱਛਾਂ। ਹਰਿੰਦਰ ਸਿੰਘ ਜੀ, ਪੰਜਾਬ ਦੇ ਲੋਕਾਂ ਦਾ ਕੀ ਪ੍ਰਤੀਕਰਮ ਹੈ ਇਸ ਬਾਰੇ? ਦੇਖੋ ਜੀ, ਪੰਜਾਬ ਦੇ ਲੋਕ ਜਿਹੜੇ ਆ ਉਹ ਬੜੇ ਸੁਹਿਰਦ ਨੇ, ਉਹਨਾਂ ਨੂੰ ਸਾਰਾ ਕੁਝ ਪਤਾ ਆ, ਉਹ ਜਾਣਦੇ ਆ। ਕੁਝ % ਲੋਕ ਹੋਣਗੇ ਜਿਨ੍ਹਾਂ ਨੂੰ ਇਸ ਬਾਰੇ ਡੂੰਘਾਈ 'ਚ ਜ਼ਿਆਦਾ ਨਹੀਂ ਪਤਾ, ਪਰ ਹਾਲਾਤਾਂ ਦੇ ਮੁਤਾਬਕ ਬੰਦਾ ਉਹੀ ਜਿਹੜਾ ਸਮਾਂ ਵਿਚਾਰੇ, ਕਿਉਂਕਿ ਹਾਲਾਤਾਂ ਦੇ ਮੁਤਾਬਕ ਚੱਲਣਾ ਪੈਂਦਾ ਆ। ਕਿਉਂਕਿ ਪੰਜਾਬ ਦੇ ਵਿੱਚ ਜੇਕਰ ਕੋਈ ਆਵਾਜ਼ ਜਿਹੜੀ ਆ ਉਹ ਉਠਾਉਂਦਾ ਆ, ਝੂਠੇ ਮੁਕੱਦਮੇ ਪਾ ਦਿੱਤੇ ਜਾਂਦੇ। ਇੱਥੇ ਤਾਂ ਘਰ ਦੀਆਂ ਲੜਾਈਆਂ ਹੋਣ ਤਾਂ ਮੁਕੱਦਮੇ ਝੂਠੇ ਪਾ ਦਿੱਤੇ ਜਾਂਦੇ ਆ। ਇਹ ਤਾਂ ਬੜੀ ਵੱਡੀ ਗੱਲ ਹੈ ਜਿਹੜੀ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਜੋ ਕੁਝ ਚੱਲ ਰਿਹਾ ਆ। ਤੁਸੀਂ ਦੇਖ ਰਹੇ ਜੇ ਕਿਸ ਤਰ੍ਹਾਂ ਦੇ ਨਾਲ ਭਾਰਤੀ ਹੁਕੂਮਤ ਜਿਹੜੀ ਆ ਉਹ ਕੰਮ ਕਰ ਰਹੀ ਆ ਤੇ ਕਿਸ ਤਰ੍ਹਾਂ ਦੇ ਨਾਲ ਏਜੰਸੀਆਂ ਕੰਮ ਕਰ ਰਹੀਆਂ। ਸੋ ਲੋਕਾਂ ਨੂੰ ਪਤਾ ਸਾਰਾ ਕੁਝ ਆ, ਪਰ ਉਹ ਸਮਾਂ ਦੇਖ ਰਿਹਾ, ਸਹੀ ਸਮੇਂ ਦੇ ਉੱਤੇ ਸਹੀ ਆਵਾਜ਼ ਜਿਹੜੀ ਆ ਉਹ ਜ਼ਰੂਰ ਉਠਾਉਣਗੇ। ਭੱਟੀ ਸਾਹਿਬ, ਫਿਰ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਜੀ, ਮੈਂ ਤੇ ਪਹਿਲਾਂ ਕਹਿ ਦਿੱਤਾ ਵੀ ਹਰ ਵਿਅਕਤੀ ਜਿਹੜਾ ਵਾ ਆਟੋਨੋਮੀ ਚਾਹੁੰਦਾ ਵੀ ਮੈਨੂੰ ਸਵੇ ਜਿਹੜਾ
ਆਪਣੀ ਜਿਹੜੀ ਜ਼ਿੰਦਗੀ ਜਿਹੜੀ ਬੜੀ ਸ਼ਾਂਤਮਈ ਤਰੀਕੇ ਨਾਲ ਤੇ ਵਧੀਆ ਤਰੀਕੇ ਨਾਲ ਜੀਣ ਦਾ ਹੱਕ ਹੋਣਾ ਚਾਹੀਦਾ। ਪੰਜਾਬ ਇਸ ਵੇਲੇ ਜੇ ਸਥਿਤੀ 'ਚ ਹੈਗਾ ਵਾ, ਇਹ ਸਥਿਤੀ 'ਚ ਪਹਿਲਾਂ ਕਦੀ ਨਹੀਂ ਹੋਇਆ। ਮੇਰੇ ਖਿਆਲ ਅੱਜ ਦੀ ਡੇਟ ਦੇ ਵਿੱਚ ਇਕਨੋਮਿਕਲ ਤੌਰ ਤੇ ਲੈ ਲਈਏ ਤੇ ਮੇਰੇ ਖਿਆਲ ਇੱਕ ਉੜੀਸਾ ਸਟੇਟ ਹੈ ਜਿਸ ਤੋਂ ਇੱਕ ਨੰਬਰ ਉੱਪਰ ਹੈ। ਬਾਕੀ ਇਹਦੀ ਇਕਨੋਮੀ ਬੜੀ ਡਾਊਨ ਜਾ ਚੁੱਕੀ ਆ। ਇਹਦੇ ਬਾਰੇ ਕੋਈ ਸਰਕਾਰ ਕੋਈ ਪਤਾ ਕੁਝ ਕਰ ਨਹੀਂ ਰਹੀ। ਸਾਡਾ ਦੇਣ ਬਰੇਨ ਜਿਹੜਾ ਨੌਜਵਾਨ ਮੁੰਡੇ ਵਿਦੇਸ਼ਾਂ ਨੂੰ ਭੱਜ ਰਹੇ ਨੇ, ਵਿਥੇ ਭੱਜ ਰਹੇ ਨੇ, ਇਸ ਕਰਕੇ ਇਹ ਗੱਲ ਸਾਰੀਆਂ ਕੌਮਾਂ 'ਚ ਪ੍ਰਚਾਰਨ ਦੀ ਲੋੜ ਹੈ ਕਿ ਅਸੀਂ ਪੰਜਾਬ ਦੀ ਹਮਦਰਦ ਆ। ਜਿਹੜੇ ਵੀਰ B20 ਕਰਾ ਰਹੇ, ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ, ਅਸੀਂ ਖਾਲਿਸਤਾਨ ਦੀ ਗੱਲ। ਜੇ ਖਾਲਿਸਤਾਨ ਬਣ ਜਾਏ ਤੁਹਾਨੂੰ ਇਤਰਾਜ਼ ਵੀ ਕੀ ਆ? ਜਦੋਂ ਐਮਰਜੈਂਸੀ ਲੱਗੀ ਸੀ, ਇੰਦਰਾ ਗਾਂਧੀ ਨੇ ਖੁਦ ਕਾਲੀਆਂ ਨੂੰ ਕਿਹਾ ਸੀਗਾ ਤੁਸੀਂ ਪੰਜਾਬ ਦਾ ਨਾਂ ਖਾਲਿਸਤਾਨ ਰੱਖ ਲਓ, ਪੰਜਾਬੀ ਬੋਲਦੇ ਇਲਾਕੇ ਲੈ ਲਓ, ਡੈਮ ਲੈ ਲਓ, ਜਿਹੜੀ ਆ ਚੰਡੀਗੜ੍ਹ ਤੋਂ ਲੈ ਲਓ, ਹਾਈ ਕੋਰਟ ਤੁਹਾਡੀ ਵੱਖਰੀ ਬਣਾ ਦਿੰਦੇ ਆ, ਲੇਕਿਨ ਤੁਸੀਂ ਮੋਰਚਾ ਨਾ ਲਗਾਇਓ। ਇੰਦਰਾ ਗਾਂਧੀ ਨੇ ਕਿਹਾ ਲੋ ਕੋਰੇ ਕਾਗਜ਼ ਸਾਈਨ ਕਰ ਦਿੰਦੇ ਆ ਤੁਸੀਂ, ਤੇ ਤੁਸੀਂ ਮੋਰਚਾ ਲਗਾਇਓ ਕਿ ਮੋਰਚਾ ਲਾ ਕੇ ਤੁਸੀਂ ਜਿਹੜਾ ਬੰਦਾ ਸਾਥ ਦੇਣਾ ਬੀਜੇਪੀ ਵਾਲਿਆਂ ਦੀ ਤੇ ਦਿੱਕਤ ਰਿਸ਼ਤੇ ਤੇ ਕਰ ਦੂੰ ਮੈਂ ਇੱਕ ਵਾਰੀ। ਲੇਕਿਨ ਉਸ ਟਾਈਮ ਦੇ ਉੱਤੇ ਜਿਹੜਾ ਸੀ ਇਹਨਾਂ ਨੂੰ ਖਤਰਾ ਪੈਦਾ ਹੋ ਗਿਆ ਸੀ ਬਾਦਲ ਹੋਰਾਂ ਨੂੰ ਕਿ ਟੌੜਾ ਮੁੱਖ ਮੰਤਰੀ ਬਣ ਕੇ ਮੁੜ ਕੇ ਸਾਡੀ ਵਾਰੀ ਨਹੀਂ ਆਉਣੀ, ਤੇ ਇਹਨਾਂ ਨੇ ਵਿਰੋਧ ਕਰਕੇ ਜਿਹੜਾ ਸੀ ਉਹ ਐਮਰਜੈਂਸੀ ਮੋਰਚਾ ਲਵਾ ਦਿੱਤਾ ਸੀ। ਇਸ ਕਰਕੇ ਸਾਨੂੰ ਅੱਜ ਲੋੜ ਆ ਉਹਨੇ ਸਾਰੇ ਵੀਰਾਂ ਨੂੰ ਨਾਲ ਲੈ ਕੇ ਚੱਲਣ ਦੀ, ਇੱਥੇ ਪ੍ਰਚਾਰ ਕਰਨ ਦੀ। ਇੰਡੀਆ ਦੇ ਵਿੱਚ ਜਿਹੜੇ ਬੰਦੇ ਹੁੰਦੇ ਇਹੀ ਪ੍ਰਚਾਰ ਕਰਨ। ਠੀਕ ਹੈ ਜੀ, ਅਸੀਂ ਪੰਜਾਬੀਆਂ ਦੀ ਗੱਲ ਕਰਦੇ, ਪੰਜਾਬੀਆਂ ਦੀ ਹੱਕਾਂ ਦੀ ਗੱਲ ਕਰਦੇ, ਪੰਜਾਬੀ ਦੀ ਮੰਗਾਂ ਦੀ ਗੱਲ ਕਰਦੇ, ਪੰਜਾਬ ਦੇ ਵਿਕਾਸ ਦੀ ਗੱਲ ਕਰਦੇ। ਠੀਕ ਹੈ ਪੱਟੀ ਸਾਹਿਬ ਜੀ, ਮੈਂ ਤੁਹਾਡੇ ਕੋਲ ਫਿਰ ਆਵਾਂਗਾ। ਰਮਨਦੀਪ ਸਿੰਘ ਜੀ, ਕੀ ਤੁਸੀਂ ਇਸ ਗੱਲ ਨੂੰ ਸਮਝਦੇ ਆ ਕਿ ਇਨਸਾਫ ਦੀ ਜਿਹੜੀ ਲੜਾਈ ਆ ਉਹ ਕਿੱਧਰ ਨੂੰ ਜਾ ਰਹੀ ਆ? ਪੰਜਾਬ ਦੇ ਲੋਕ ਕੀ ਕਹਿ ਰਹੇ ਆ ਜਾਂ ਇੰਡੀਅਨ ਲੋਕ ਜਿਹੜੇ ਆ ਉਹ ਕੀ ਕਹਿ ਰਹੇ ਇਹਦੇ ਬਾਰੇ? ਵੇਖੋ ਜੀ, ਗੱਲ ਇਹਨਾਂ ਦੀ ਜਿਹੜੀ ਹੈਗੀ ਹੈ ਉਹ ਆਪਣੇ ਨਿੱਜੀ ਮੁਫਾਦਾਂ ਨੂੰ ਲੈ ਕਰਕੇ ਗੱਲ ਜਿਹੜੇ ਇੱਥੋਂ ਦੇ ਪੋਲੀਟੀਸ਼ੀਅਨ ਹੈ ਉਹਨਾਂ ਦਾ ਇਹ ਸਾਡੀ ਤਰਾਸਦੀ ਹੈ ਕਿ ਉਹਨਾਂ ਦੀ ਇਮਾਨਦਾਰੀ ਸਾਡੇ ਪ੍ਰਤੀ ਰਹੀ ਹੋਈ ਨਹੀਂ ਹੈ। ਤਾਂ ਕਈ ਵਾਰੀ ਜਿਹੜਾ ਹੈ ਧਿਰਾਂ ਮਤਲਬ ਜੇ ਕੋਈ ਜ਼ਿਆਦਾ ਧਿਰਗਾਂਵਾਦੀ ਹੈ ਤੇ ਤਕਲੀਫ ਦੇ ਕਾਰਨ ਕੀ ਹੈ, ਸਾਨੂੰ ਕਾਰਨ ਇਹ ਸਮਝਣੇ ਪੈਣਗੇ ਕਿ ਜੇ ਕੋਈ ਗੱਲ ਕਰ ਰਿਹਾ ਤਾਂ ਪਹਿਲਾਂ ਕਿਸੇ ਨੇ ਕਿਸੇ ਨੂੰ ਨਹੀਂ ਟੋਕਿਆ ਤੇ ਅੱਜ ਉਹਨਾਂ ਨੂੰ ਟੋਕਿਆ ਕਿਉਂ ਜਾ ਰਿਹਾ ਹੈ। ਆਪ ਤਾਂ ਗੱਲ ਇਹ ਹੈਗੀ ਹੈ ਨਾ ਜੀ। ਦੂਜੀ ਜਿਹੜੀ ਗੱਲ ਹੈਗੀ ਹੈ, ਜਿਹੜੀ ਐਲਾਨਨਾਮੇ ਦੀ ਆਪਾਂ ਇੱਥੋਂ ਦੀ ਵਿਰੋਧਤਾ ਦੀ ਗੱਲ ਕਰਦੇ ਆ, ਤੇ ਮੈਂ ਨਾ ਇੱਕ ਫੋਟੋ ਵੇਖਣਾ ਹੁੰਦਾ, ਸ਼ਾਇਦ ਤੁਹਾਡੇ ਕੋਲੇ ਵੀ ਉਹ ਆਈ ਹੋਵੇ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸਾਹਿਬ ਤੇ ਸਾਬਕਾ ਮੁੱਖ ਮੰਤਰੀ ਤੇ ਇਹ ਸਾਰੇ ਜਿਹੜੇ ਹੈਗੇ ਆ ਉਹ ਐਲਾਨਨਾਮੇ ਦੇ ਵਿੱਚ ਉੱਥੇ ਖੜੇ ਹੈਗੇ ਆ। ਤਲਵੱਡੀ, ਟੌੜਾ ਤੇ ਕੈਪਟਨ ਅਮਰਿੰਦਰ ਸਿੰਘ, ਆ ਸਾਰੇ ਜਣੇ ਖੜੇ ਆ। ਉਹ ਫੋਟੋ ਦੀ ਮੇਰੇ ਕੋਲ ਕੋਈ ਅਥੈਂਟਿਸਿਟੀ ਨਹੀਂ ਹੈ ਵੀ ਉਹ ਸਹੀ ਹੈ ਕਿ ਗਲਤ ਹੈ। ਫਿਰ ਜੇ ਉਦੋਂ ਐਲਾਨਨਾਮਾ ਜਦੋਂ ਕਰਦੇ ਸੀਗੇ ਕੀ ਉਦੋਂ ਸਹੀ ਸੀ ਤੇ ਹੁਣ ਫਿਰ ਕਿਉਂ ਗਲਤ ਹੈ? ਤਾਂ ਇਹ ਕਰਕੇ ਸਵਾਲ ਉੱਠਦੇ ਹੈ, ਸਾਡੇ ਸਿੱਖਾਂ ਨਾਲ ਧੱਕਾ ਹੋਇਆ ਹੈ ਕਿ ਸਾਡੀ ਲੀਡਰਸ਼ਿਪ ਸਮੇਂ-ਸਮੇਂ ਤੇ ਇਹਨਾਂ ਗੱਲਾਂ ਨੂੰ ਜਿਹੜਾ ਵਰਤ ਕੇ ਸਿਆਸਤ ਤਾਂ ਨਹੀਂ ਕਰ ਰਹੀ। ਤਾਂ ਜੇ ਅੱਜ ਜੇ ਉਹਨਾਂ ਨੇ ਅੱਗੇ ਪੰਜਾਬ ਤੋਂ ਹੀ ਮੁਹਿੰਮਾਂ ਚੱਲੀਆਂ ਹੈਗੀਆਂ ਤੇ ਜੇ ਅੱਜ ਉਹਨਾਂ ਨੇ ਮੁਹਿੰਮ ਚਲਾਈ ਹੈ, ਤੁਸੀਂ ਉਹਨੂੰ ਵੇਖੋ ਤਾਂ ਸਹੀ, ਉਹਨਾਂ ਨੂੰ ਇੱਕ ਵਾਰੀ ਵੇਖੋ ਕੀ ਕਰਦੇ ਹੈਗੇ ਆ। ਵਿਰੋਧ ਦਾ ਜਿਹੜਾ ਹੈਗਾ ਉਹ ਹੋਰ ਤਾਂ ਕਰਨ ਦੀ ਕਿਸੇ ਨੂੰ ਲੋੜ ਹੀ ਨਹੀਂ। ਸਾਡੇ ਵਾਲਾ ਲਾਣਾ ਹੀ ਮਗਰ ਪੈ ਗਿਆ ਉਹਨਾਂ ਦੇ, ਜੀ ਆਹ ਕਰਤਾ ਜੀ ਉਹਨਾਂ ਨੇ, ਆਹ ਕੀ ਕਰਤਾ ਉਹਨਾਂ ਨੇ, ਉੱਥੇ ਲੋਕ ਇਕੱਠੇ ਹੋਏ ਉਹਨਾਂ ਨੇ ਰੈਲੀ ਕਰ ਲਈ। ਇੰਡੀਅਨ ਗਵਰਨਮੈਂਟ ਉਹਨਾਂ ਦੇ ਮਤਲਬ ਪਈ ਹੋਈ ਆ, ਉਹਨਾਂ ਨੇ ਆਹ ਕਰਤਾ ਉਹਨਾਂ ਨੂੰ ਤਾਂ ਕਰਨ ਦਿਓ। ਸਾਡੇ ਵਾਲਾ ਲਾਣਾ ਜੇ ਤੁਸੀਂ ਵੇਖੋਗੇ ਸੋਸ਼ਲ ਮੀਡੀਆ ਤੇ ਸਭ ਨਾਲੋਂ ਵੱਧ ਉਹਨਾਂ ਦੇ ਪਿੱਛੇ ਪੈ ਗਿਆ। ਮੈਂ ਕਹਿੰਦਾ ਹੈ ਕਿ ਉਹ ਸਹੀ ਕਰਦੇ ਆ, ਉਹ ਗਲਤ ਕਰਦੇ ਆ। ਇਹ ਸਮੇਂ ਨੂੰ ਤੁਸੀਂ ਦਿਓ ਟਾਈਮ, ਆ 2 ਸਾਲ ਰਹਿ ਗਏ, ਉਹਨਾਂ ਦਾ ਪਤਾ ਲੱਗ ਜੂਗਾ ਵੀ ਕੀ ਕਰਦੇ ਕੀ ਨਹੀਂ ਕਰਦੇ। ਠੀਕ ਹੈ ਰਮਨਦੀਪ ਸਿੰਘ ਜੀ, ਮੈਂ ਤੁਹਾਡੇ ਨਾਲ ਫਿਰ ਆਵਾਂਗਾ। ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਕਾਂਗਰਸ ਪਾਰਟੀ ਵੱਲੋਂ ਯੂਥ ਕਾਂਗਰਸ ਦੇ ਸਰਦਾਰ ਕਮਲਜੀਤ ਸਿੰਘ ਦੀ ਬਰਾੜ, ਉਹ ਸਾਡੇ ਨਾਲ ਜੁੜ ਚੁੱਕੇ ਨੇ। ਤੇ ਮੈਂ ਸਰਦਾਰ ਕਮਲਜੀਤ ਸਿੰਘ ਦੀ ਬਰਾੜ, ਤੁਹਾਡਾ ਬਿਹਾਈਂਡ ਦਾ ਹੈਡਲਾਈਨਸ ਪ੍ਰੋਗਰਾਮ ਦੇ ਵਿੱਚ ਬਹੁਤ ਸਵਾਗਤ ਹੈ। ਜੋ ਰੈਫਰੈਂਡਮ 2020 ਦੇ ਮਾਮਲੇ ਦੇ ਵਿੱਚ ਐਲਾਨਨਾਮਾ ਹੋਇਆ ਲੰਡਨ ਦੇ ਵਿੱਚ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਤੁਹਾਡੀ ਪਾਰਟੀ ਕੀ ਕਹਿਣਾ ਚਾਹੇਗੀ? ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਆਵਾਜ਼ ਬਣਾਉਣ ਨੂੰ ਸਾਨੂੰ ਸ਼ਾਮਿਲ ਕੀਤਾ। ਮੈਂ ਸਰਦਾਰ ਚਰਨਜੀਤ ਸਿੰਘ ਜੀ, ਮੈਂ ਇੱਕ ਬੇਨਤੀ ਕਰੂੰਗਾ ਜੀ ਕਿ
ਸਭ ਤੋਂ ਜ਼ਰੂਰੀ ਚੀਜ਼ ਹੈ ਜਿਹੜੀ ਉਹ ਪਹਿਲਾਂ ਇਹਦੀ ਪਰਿਭਾਸ਼ਾ ਲੋਕਾਂ ਨੂੰ ਦੱਸਣੀ ਚਾਹੀਦੀ ਆ ਕਿ ਰੈਫਰੈਂਡਮ 2020 ਲਈ ਜਿਹੜਾ ਤੁਸੀਂ ਆਮ ਲੋਕਾਂ ਨੂੰ ਵਰਗਲਾ ਕੇ ਗੁੰਮਰਾਹ ਕਰਕੇ ਸੜਕਾਂ ਤੇ ਲੈ ਆਏ ਹੋ, ਕੀ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਰੈਫਰੈਂਡਮ 2020 ਆਉਣ ਤੋਂ ਬਾਅਦ ਜੇ ਖਾਲਿਸਤਾਨ ਬਣਦਾ ਤਾਂ ਉਹਦੀ ਪਰਿਭਾਸ਼ਾ ਕੀ ਹੋਊਗੀ, ਕੌਣ ਉਹਦੀ ਹਕੂਮਤ ਕਰੂਗਾ ਤੇ ਉਹਦੀਆਂ ਕੀ ਨੀਤੀਆਂ ਹੋਣਗੀਆਂ, ਲੋਕਾਂ ਨੂੰ ਆਮ ਲੋਕਾਂ ਨੂੰ ਜਿਹੜਾ ਸਬਜ਼ ਬਾਗ ਦਿਖਾਏ ਜਾ ਰਹੇ ਆ ਉਹਦੇ ਕੀ ਕੀ ਫਾਇਦੇ ਹੋਣਗੇ। ਇਹਦੇ ਬਾਰੇ ਪਹਿਲਾਂ ਚਾਨਣਾ ਪਾ ਦੇਣ ਇਹ, ਫਿਰ ਲੋਕ ਫੈਸਲਾ ਕਰਨਗੇ। ਕਿਉਂਕਿ ਅੱਜ ਜਿਹੜੇ ਲੋਕ ਰੈਫਰੈਂਡਮ 2020 ਦੀ ਗੱਲ ਕਰ ਰਹੇ ਆ ਉਹ ਜਗ੍ਹਾ ਤਾਂ ਉਹਨਾਂ ਨੇ ਮੁਕਰਰ ਕੀਤੀ ਹੈ ਕਿ ਪੰਜਾਬ ਦੀ ਜਿਹੜੀ ਜਗ੍ਹਾ ਉਹਨੂੰ ਚੂਜ਼ ਕਰਕੇ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਸਰਜ਼ਮੀ ਤੇ ਜਿੱਥੇ ਹਜ਼ਾਰਾਂ ਸ਼ਹੀਦਾਂ ਦਾ ਖੂਨ ਡੁੱਲਿਆ ਹੈ, ਜਿੱਥੇ ਹਜ਼ਾਰਾਂ ਨੌਜਵਾਨਾਂ ਦਾ ਖੂਨ ਡੁੱਲਿਆ ਹੈ, ਜਿਹੜੀ ਉਹਨੂੰ ਧਰਤੀ ਨੂੰ ਅਸੀਂ ਸਿੰਜਿਆ ਹੈ ਖੂਨ ਦੇ ਨਾਲ ਪਸੀਨੇ ਦੇ ਨਾਲ, ਉਸ ਧਰਤੀ ਤੇ ਖਾਲਿਸਤਾਨ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਪਰ ਇਹ ਸੁਨੇਹਾ ਬੇਗਾਨੀ ਧਰਤੀ ਤੋਂ ਕਿਉਂ ਦਿੱਤਾ ਜਾ ਰਿਹਾ ਹੈ? ਉੱਥੇ ਬੈਠੇ ਲੋਕ ਕਿਉਂ ਇਹ ਸੁਨੇਹਾ ਦੇ ਰਹੇ ਆ? ਉਹਨਾਂ ਦੇ ਧੀਆਂ ਪੁੱਤ, ਉਹਨਾਂ ਦੇ ਬੱਚੇ ਉੱਥੇ ਪੜ੍ਹਦੇ ਆ, ਉੱਥੇ ਸੈਟਲ ਆ, ਉਹ ਆਪਣਾ ਕਾਰੋਬਾਰ ਉੱਥੇ ਕਰਦੇ ਆ, ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਕਿਉਂ ਵਰਗਲਾ ਕੇ ਇਸ ਪਾਸੇ ਨੂੰ ਤੋਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਇਹ ਕਨਫਰਮ ਕਰਨਾ ਚਾਹੀਦਾ ਪਹਿਲਾਂ ਪੰਜਾਬ ਦੇ ਲੋਕਾਂ ਨੂੰ। ਇੱਕ ਮਿੰਟ, ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਜੀ। ਗੁਰਦੇਵ ਸਿੰਘ ਜੀ ਜੋ ਅਕਾਲੀ ਦਲ ਯੂਕੇ ਤੋਂ ਨੇ, ਉਹ ਤੁਹਾਨੂੰ ਇਸ ਚੀਜ਼ ਦਾ ਜਵਾਬ ਦੇਣਗੇ। ਕੋਈ ਕਿਸੇ ਨੂੰ ਆਪਣੇ ਜੋ ਕਮਲਜੀਤ ਸੋਨੀ ਕਿਹਾ, ਕੋਈ ਕਿਸੇ ਨੂੰ ਬਰਗਲਾ ਨਹੀਂ ਰਿਹਾ। ਡੈਮੋਕ੍ਰੇਟਿਕ ਕੰਟਰੀ 'ਚ ਰਹਿ ਰਹੇ ਆ, ਬਿਗੇਸਟ ਡੈਮੋਕ੍ਰੇਸੀ ਇਨ ਦਾ ਵਰਲਡ, ਸੈਕੰਡ ਬਿਗੇਸਟ ਡੈਮੋਕ੍ਰੇਸੀ ਕਹਿੰਦੇ ਹੈਗੇ ਆ ਇੰਡੀਆ ਨੂੰ। ਕੋਈ ਨਿਆਣਾ ਨਹੀਂ ਹੈਗਾ, ਕੋਈ ਕਿਸੇ ਤੇ ਕੋਈ ਫੋਰਸ ਨਹੀਂ ਯੂਜ਼ ਕਰ ਰਿਹਾ, ਹਰ ਬੰਦਾ ਆਪਣੇ ਵਿਊ ਇੰਡੀਪੈਂਡੈਂਟ ਦੇ ਰਿਹਾ। ਔਰ ਜਿਹੜੇ ਨੈਕਸਟ 2 ਸਾਲ ਆਉਣੇ ਹੈਗੇ ਆ ਉਹਨਾਂ ਦੇ ਵਿੱਚ ਹਰ ਚੀਜ਼ ਤੋਂ ਐਜੂਕੇਟ ਕੀਤਾ ਜਾਊਗਾ। ਔਰ 2020 ਦਾ ਰੈਫਰੈਂਡਮ ਦੇ ਵਿੱਚ ਉੱਥੇ ਮੰਨ ਲਓ ਰੈਫਰੈਂਡਮ ਇਹਦਾ ਮਤਲਬ ਨਹੀਂ ਖਾਲਿਸਤਾਨ ਬਣ ਗਿਆ, ਨੋ ਦੈਟਸ ਨਾਟ ਦੈਟ। ਕਮਲਜੀਤ ਇਹ ਬਿਲਕੁਲ ਨਹੀਂ ਹੈਗਾ। ਤੁਸੀਂ ਕੀ ਕਹਿਣਾ ਚਾਹੋਗੇ ਜੋ ਗੁਰਦੇਵ ਸਿੰਘ ਜੀ ਕਹਿ ਰਹੇ ਹੈਗਾ? ਔਰ ਬਿਲਕੁਲ ਅੱਜ ਕੱਲ੍ਹ ਕੋਈ ਅਣਜਾਣ ਨਹੀਂ ਹੈਗਾ। ਗੁਰਦੇਵ ਸਿੰਘ ਜੀ ਇੱਕ ਗੱਲ ਸਪਸ਼ਟ ਕਰਨੇ ਪਹਿਲਾਂ ਉਹਨਾਂ ਨੂੰ ਕਿ ਸਾਡੀ ਲੜਾਈ ਜਿਹੜੀ ਸਿਰਫ ਸਿੱਖਾਂ ਦੀ ਜੀ, ਸਾਡੀ ਪੰਜਾਬ ਦੇ ਹੱਕਾਂ ਦੀ ਤੇ ਪੰਜਾਬ ਵਾਸਤੇ ਅਸੀਂ ਬੜੀ ਕਲੀਅਰ ਕਰ ਚੁੱਕੇ ਹਾਂ ਪਹਿਲਾਂ। ਇਹ ਗੱਲ ਜਿਹੜੀ ਆ ਉਹ ਉੱਥੇ ਪੰਜਾਬੀਆਂ ਦੀ ਲੜਾਈ ਆ, ਨਾ ਕਿ ਇਹ ਸਿੱਖਾਂ ਲਈ ਆ। ਸਿੱਖੂ ਸਿੱਖ ਹਿੰਦੂ ਸਭ ਸਾਰੀ ਲੜਾਈ ਆ ਇਹ। ਸਾਨੂੰ ਜੇ ਇੱਥੇ ਬੈਠੇ ਨੂੰ ਦਰਦ ਹੈਗਾ, ਅਸੀਂ ਹਰ ਕਲੀ ਅਸੀਂ ਪੰਜਾਬ ਦੇ ਹਰ ਕਮਲਜੀਤ ਸਿੰਘ ਜੋ ਗੱਲ ਕਹਿ ਰਹੇ ਆ ਵੀ ਇਹ ਲੜਾਈ ਜਿਹੜੀ ਪੰਜਾਬੀਆਂ ਦੀ ਆ, ਤੁਸੀਂ ਕੀ ਕਹਿਣਾ ਚਾਹੋਗੇ? ਠੀਕ ਗੱਲ ਹੈ ਜੀ, ਚਲੋ ਇਹਨਾਂ ਦੀ ਗੱਲ ਨਾਲ ਸਹਿਮਤ ਹੋ ਜਾਂਦੇ ਆ ਕਿ ਜੇ ਲੜਾਈ ਪੰਜਾਬੀਆਂ ਦੀ ਆ, ਪੰਜਾਬੀਆਂ ਨੇ ਕੋਈ ਇੱਕ ਘੋਲ ਨਹੀਂ ਲੜਿਆ, ਬਥੇਰੀਆਂ ਲੜਾਈਆਂ ਲੜੀਆਂ ਬਥੇਰੇ। ਪਰ ਮੈਂ ਸ਼ੁਰੂ ਕੀਤੀ ਹੈ ਜੀ, ਜਿਹੜੀ ਸਰਦਾਰ ਗੁਰਦੇਵ ਸਿੰਘ ਹੋਰਾਂ ਨੇ ਜਵਾਬ ਦਿੱਤਾ ਕਿ 18 ਤੋਂ 20 ਤੱਕ 2 ਸਾਲ ਸਾਡੇ ਕੋਲੇ ਇਹਦੀ ਪਰਿਭਾਸ਼ਾ ਦੱਸਣ ਨੂੰ ਹੈਗੀ ਆ। ਮੈਂ ਕਹਿੰਦਾ ਵੀ ਚਲੋ ਕੋਈ ਵੀ ਲਹਿਰ ਚੱਲਦੀ ਆ, ਕੋਈ ਵੀ ਕੰਮ ਹੁੰਦਾ ਤਾਂ ਉਹਦੀ ਪਹਿਲਾਂ ਨਿਉ ਰੱਖਣ ਵੇਲੇ ਉਹ ਦੱਸਿਆ ਜਾਂਦਾ, ਸਮਝਾਇਆ ਜਾਂਦਾ ਕਿ ਅਸੀਂ ਜੇ ਰੈਫਰੈਂਡਮ 2020 ਦੀ ਗੱਲ ਕਰਦੇ ਆ ਤਾਂ ਆਹ ਲੋਕਾਂ ਨੂੰ ਫਾਇਦੇ ਹੋਣਗੇ। ਤੇ ਇਹਨੂੰ ਚਲਾਉਣ ਲਈ ਵੀ ਤਾਂ ਸਰਦਾਰ ਚਰਨਜੀਤ ਸਿੰਘ ਜੀ ਕਿਸੇ ਆਗੂ ਦੀ ਲੋੜ ਪੈਣੀ ਹੈ ਨਾ, ਕੋਈ ਬੰਦੇ ਹੀ ਚਲਾਉਣਗੇ ਆਪਣੇ ਆਪ ਤਾਂ ਮੂਵਮੈਂਟ ਜਾਂ ਲਹਿਰ ਚੱਲਣੀ ਨਹੀਂ। ਕਿ ਉਹ ਆਗੂ ਕਿਹੜੇ ਆ ਸਾਡੇ ਕੋਲ, ਕਿੱਥੇ ਬੈਠ ਕੇ ਆਪਰੇਟ ਕਰਨਗੇ ਸਾਡੇ ਉਹਨਾਂ ਰੈਫਰੈਂਡਮ 2020 ਜਦੋਂ ਬਣਾਵਾਂਗੇ, ਇਹ ਚੀਜ਼ਾਂ ਕਲੀਅਰ ਕਰਨ ਦੀ ਲੋੜ ਆ। ਦੂਜੀ ਗੱਲ ਵੀਰ ਜੀ ਇੱਕ ਮੈਂ ਬੜੀ ਕਲੀਅਰ ਕੱਟਿਆ ਇਹਦਾ ਜਿਹੜਾ ਸਰਦਾਰ ਗੁਰਦੇਵ ਸਿੰਘ, ਮੈਂ ਤੁਹਾਡੀ ਗੱਲ ਦੇ ਵਿੱਚ ਨਹੀਂ ਬੋਲਿਆ, ਮੈਨੂੰ ਕਰ ਲੈਣ ਦਿਓ ਕੰਪਲੀਟ। ਮੇਰਾ ਨਹੀਂ ਬੋਲਦਾ। ਹਾਂਜੀ ਕਰੋ ਹਨਾ, ਤੁਸੀਂ ਬਹੁਤ ਵੱਡੇ ਹੋ, ਸਤਿਕਾਰਯੋਗ ਹੋ, ਇਸ ਕਰਕੇ ਮੇਰੀ ਰਿਕੁਐਸਟ ਹੈ ਮੈਨੂੰ ਪੂਰਾ ਕਰ ਲੈਣ ਦਿਓ। ਅਸਲ ਦੇ ਵਿੱਚ ਜੀ ਸਰਦਾਰ ਚਰਨਜੀਤ ਸਿੰਘ ਜੀ, ਇਹਨੂੰ ਦੇਖਣ ਦੀ ਲੋੜ ਆ ਕਿ ਰੈਫਰੈਂਡਮ 2020 ਦੀ ਗੱਲ ਹੋ ਕਿਉਂ ਰਹੀ ਆ। ਕਾਰਨ ਕੀ ਆ ਕਿ ਕਿਉਂ ਪੰਜਾਬੀ ਆਪ ਦਾ ਵੱਖਰਾ ਸੂਬਾ, ਵੱਖਰਾ ਦੇਸ਼ ਮੰਗ ਰਹੇ। ਇਸ ਚੀਜ਼ ਨੂੰ ਘੋਖਣ ਦੀ ਪੜਤਾਲਣ ਦੀ ਲੋੜ ਆ ਕਿ ਲੋੜ ਨਾ ਪਵੇ ਉਹ ਸਿੱਖ, ਉਹ ਪੰਜਾਬੀ ਜਿਨ੍ਹਾਂ ਨੇ ਸਭ ਤੋਂ ਵੱਧ 85% ਕੁਰਬਾਨੀਆਂ ਕੀਤੀਆਂ। ਸਿੱਖ, ਮੈਂ ਸਿੱਖੀ ਦੀ ਗੱਲ ਕਰਦਾ ਕਿਉਂਕਿ ਮੈਂ ਕਿਸੇ ਰਾਜਨੀਤਿਕ ਧਿਰ ਨਾਲ ਜੁੜਨ ਤੋਂ ਪਹਿਲਾਂ ਜਦੋਂ ਮੈਂ ਪੈਦਾ ਹੋਇਆ ਤਾਂ ਮੈਂ ਇੱਕ ਸਿੱਖ ਪਰਿਵਾਰ 'ਚ ਪੈਦਾ ਹੋਇਆ ਜੀ। ਮੈਂ ਰਾਜਨੀਤਿਕ ਬਾਅਦ 'ਚ ਬਣਿਆ, ਪਹਿਲਾਂ ਮੈਂ ਸਿੱਖ ਦੀ ਹੀ ਗੱਲ ਕਰਨੀ ਚਾਹੁੰਦਾ, ਮੈਂ ਸਿੱਖ ਦੀ ਹੀ ਗੱਲ ਕਰੂੰਗਾ ਕਿਉਂਕਿ ਸਿੱਖ ਹਮੇਸ਼ਾ ਦੇਸ਼ ਭਗਤ ਰਿਹਾ। ਇੱਕ ਸਿੱਖ ਜਿਹੜਾ ਧਰਮ ਦੇ ਵਿੱਚ ਸਿੱਖ ਹਮੇਸ਼ਾ ਦੇਸ਼ ਭਗਤ ਰਿਹਾ ਔਰ 85% ਅਸੀਂ ਕੁਰਬਾਨੀਆਂ ਵੀ ਕੀਤੀਆਂ। ਵੰਡ ਵੇਲੇ ਵੀ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ, ਅਸਲ ਦੇ ਵਿੱਚ ਹਿੰਦੁਸਤਾਨ ਪਾਕਿਸਤਾਨ ਤੱਕ ਕਾਹਦੀ ਵੰਡ ਹੋਈ ਆ, ਪੰਜਾਬ ਦੇ ਹੀ ਬਟਵਾਰਾ ਹੋਇਆ, ਪੰਜਾਬ ਤੋਂ ਹੀ ਪਾਕਿਸਤਾਨ ਨਿਕਲ ਕੇ ਗਿਆ। ਪੰਜਾਬ ਮੈਂ ਇੱਕ ਗੱਲ ਬਰਾੜ ਸਾਹਿਬ ਤੋਂ ਮੈਂ ਪੁੱਛਣੀ ਚਾਹਾਂਗਾ, ਬਰਾੜ ਸਾਹਿਬ ਜੀ ਕਿ ਇੰਡੀਅਨ ਕਨਸਟੀਟਿਊਸ਼ਨ ਜਿਹੜਾ ਉਹ ਇਸ ਗੱਲ ਦੀ ਇਜਾਜ਼ਤ ਦੇ ਰਿਹਾ? ਬਾਈ ਜੀ ਮੇਰੀ ਗੱਲ ਕੰਪਲੀਟ ਨਹੀਂ, ਮੈਨੂੰ ਤੁਹਾਡਾ ਸਵਾਲ ਨਹੀਂ ਸੁਣਿਆ, ਮੈਂ ਬੋਲ ਰਿਹਾ ਸੀ, ਦੁਬਾਰਾ ਦੱਸਿਓ, ਮੈਨੂੰ ਸੁਣਿਆ ਨਹੀਂ ਤੁਹਾਡਾ। ਮੈਂ ਕਿਹਾ ਜੀ ਇੰਡੀਅਨ ਕਨਸਟੀਟਿਊਸ਼ਨ ਜਿਹੜਾ ਆ ਉਹ ਇਸ ਚੀਜ਼ ਦੀ ਇਜਾਜ਼ਤ ਦੇ ਰਿਹਾ ਕਿ ਨਹੀਂ? ਕਿਸ ਚੀਜ਼ ਦੀ ਬਾਈ ਜੀ? ਜਿੱਦਾਂ ਰੈਫਰੈਂਡਮ ਦੇ ਬਾਰੇ 'ਚ ਕੋਈ ਪੰਜਾਬ ਦੇ ਵਿੱਚ
ਜਿਹੜਾ ਨਹੀਂ ਉਹ ਤੁਸੀਂ ਗੱਲ ਸੁਣੋ, ਇਹ ਪੁੱਛਣ ਵਾਲੀ ਗੱਲ ਨਹੀਂ ਹੈਗੀ। ਇਹ ਤਾਂ ਤੁਹਾਨੂੰ ਤੁਸੀਂ ਯੂਕੇ ਦੇ ਵਿੱਚ ਕੀਤਾ ਰੈਫਰੈਂਡਮ 2020 ਦਾ, ਤੇ ਤੁਹਾਡੇ ਸਾਹਮਣੇ ਲਿਆ ਕੇ RSS ਨੇ ਆਪਦੇ ਬੰਦੇ ਖੜੇ ਕੀਤੇ ਆ। ਇਹ ਕੋਈ ਸਵਾਲ ਪੁੱਛਣ ਦੀ ਲੋੜ ਹੈ ਕਿ ਇਜਾਜ਼ਤ ਦੇ ਰਿਹਾ? ਇਹ ਤਾਂ ਤੁਹਾਡੇ ਸਾਹਮਣੇ ਆ ਕੇ ਕੱਲ ਮੈਂ ਦੇਖ ਰਿਹਾ ਸੀ ਜਦੋਂ ਟੀਵੀ ਦੇ ਉੱਤੇ 2020 ਦਾ, ਜੇ ਸਿੱਖ ਇੱਕ ਪਾਸੇ ਗੱਲ ਕਰ ਰਹੇ ਸੀ ਤਾਂ ਦੂਜੇ ਪਾਸੇ ਉਹਨਾਂ ਦੇ ਸਾਹਮਣੇ RSS ਨੇ ਕੱਟੜ ਹਿੰਦੂ ਜਥੇਬੰਦੀ ਨੇ ਲਿਆ ਕੇ ਬੰਦੇ ਖੜੇ ਕਰਕੇ ਤੁਹਾਡਾ ਸਿੱਖਾਂ ਦਾ ਵਿਰੋਧ ਕੀਤਾ ਇੱਥੇ। ਉਹ ਸਾਰਾ ਕੁਝ ਸਾਫ਼ ਹੈ। ਜਿਹੜਾ ਜਾਗਰੂਕ ਬੰਦਾ ਉਹਨੂੰ ਸਭ ਨੂੰ ਪਤਾ ਹੈ ਕਿ ਜੇ ਵਿਰੋਧ ਹੋ ਰਿਹਾ ਹੈ ਤਾਂ ਉੱਥੇ 2020 ਜੇ 2020 ਦੇ ਹੱਕ ਦੀ ਗੱਲ ਹੋ ਰਹੀ ਆ ਤਾਂ ਉਹਦੇ ਵਿਰੋਧ ਦੀ ਗੱਲ ਕੌਣ ਕਰ ਰਿਹਾ? ਇਹ ਸਭ ਪਤਾ ਸਭ ਨੂੰ। ਇਸ ਬਾਰੇ ਕੁਝ ਦੱਸਣ ਦੀ ਲੋੜ ਨਹੀਂ। ਇਹ ਤਾਂ ਇੰਡੀਅਨ ਕਨਸਟੀਟਿਊਸ਼ਨ ਕਿਵੇਂ ਮੰਨੂਗਾ? ਠੀਕ ਹੈ, ਮੈਂ ਉੱਥੇ ਗੱਲ ਲਿਆਉਣੀ ਚਾਹੁੰਦਾ ਤੁਹਾਨੂੰ ਜਿਹੜੇ ਅੱਜ ਇੰਡੀਆ ਦੇ ਉੱਤੇ ਹਕੂਮਤ ਕਰ ਰਹੇ ਆ, ਕਿਉਂਕਿ ਇੱਕ ਬਿਲਕੁਲ ਕਲੀਅਰ ਕੱਟ ਗੱਲ ਆ ਕਿ ਦੇਸ਼ ਨੂੰ ਹਿੰਦੂਤਵ ਬਣਾਉਣ ਵੱਲ ਲੈ ਕੇ ਜਾ ਰਹੇ ਆ। ਦੇਸ਼ ਦਾ ਹਿੰਦੂਤਵ ਕਰਨ ਜਾ ਰਹੇ ਆ, ਭਗਵਾਕਰਨ ਕਰਨ ਜਾ ਰਹੇ ਆ ਦੇਸ਼ ਦਾ। ਉਹ ਕੌਣ ਕਰਨ ਜਾ ਰਿਹਾ ਹੈ? RSS ਤੇ BJP। ਜਿਹੜਾ ਸਭ ਤੋਂ ਵੱਡਾ ਕਾਰਨ ਆ ਘੱਟ ਗਿਣਤੀਆਂ 'ਚ ਖੌਫ ਪੈਦਾ ਹੋ ਗਿਆ, ਤਾਂ ਇਹ 2020 ਦੀ ਇੱਕਦਮ ਲਹਿਰ ਖੜੀ ਹੋ ਗਈ ਆ। ਉਹ ਬਹੁਤ ਸਾਰੇ ਲੋਕ ਕਹਿੰਦੇ ਆ ਜੀ, ਜਿਵੇਂ ਆਮ ਆਦਮੀ ਪਾਰਟੀ ਦੇ ਲੀਡਰ ਕਹਿੰਦੇ ਆ, ਸਾਡੇ ਕਾਂਗਰਸ ਦੇ ਵੀ ਕਹਿੰਦੇ ਹੋਣਗੇ, ਅਕਾਲੀ ਦਲ ਦੇ ਵੀ ਕਹਿੰਦੇ ਆ ਕਿ ਇਹ ISI ਦੀ ਸਾਜ਼ਿਸ਼ ਆ। ਇਹਨੂੰ ਐਕਸੈਪਟ ਕਰੋ, ਕੋਈ ISI ਦੀ ਸਾਜ਼ਿਸ਼ ਨਹੀਂ। ਸਾਡੀਆਂ ਘੱਟ ਗਿਣਤੀਆਂ 'ਚ ਖੌਫ ਪੈਦਾ ਹੋ ਗਿਆ ਕਿ ਸਾਨੂੰ ਨਿਗਲ ਜਾਣਾ ਹੈ। ਸਾਨੂੰ ਹਿੰਦੂਤਵ ਦਾ ਨਾਅਰਾ ਲਾ ਕੇ ਮੋਦੀ ਹੋਰਾਂ ਨੇ, RSS ਨੇ ਨਿਗਲ ਜਾਣਾ ਹੈ। ਜਿਸ ਕਰਕੇ ਇਹ ਗੱਲ ਉੱਠ ਰਹੀ ਹੈ, ਜਿਸ ਕਰਕੇ ਲਹਿਰਾਂ ਖੜੀਆਂ ਹੋ ਰਹੀਆਂ। ਜੇ ਸਾਨੂੰ ਮਹਿਸੂਸ ਹੋਊਗਾ, ਜਿਹੜੇ ਲੋਕ ਕਹਿ ਰਹੇ ਆ ਰੈਫਰੈਂਡਮ ਦੀ, ਜੇ ਉਹਨਾਂ ਨੂੰ ਮਹਿਸੂਸ ਹੋਊਗਾ ਕਿ ਅਸੀਂ ਸੁਰੱਖਿਅਤ ਆ, ਚਾਹੇ ਉਹ ਮੁਸਲਮਾਨ ਆ, ਚਾਹੇ ਉਹ ਸਿੱਖ ਆ, ਚਾਹੇ ਕੋਈ ਹੋਰ ਘੱਟ ਗਿਣਤੀ ਕੌਮ ਆ, ਜੇ ਉਹਨਾਂ ਨੂੰ ਮਹਿਸੂਸ ਹੋਊਗਾ ਕਿ ਹਿੰਦੁਸਤਾਨ ਦੇ ਸੰਵਿਧਾਨ ਦੇ ਅੰਦਰ ਜਾਂ ਹਿੰਦੁਸਤਾਨ ਦੀ ਸਰਜ਼ਮੀਂ ਤੇ ਰਹਿ ਕੇ ਅਸੀਂ ਸੁਰੱਖਿਅਤ ਆ, ਤਾਂ ਉਹਨਾਂ ਨੇ ਕਿਸੇ ਚੀਜ਼ ਦੀ ਮੰਗ ਨਹੀਂ ਕਰਨੀ। ਪਰ ਖਤਰਾ ਪੈਦਾ ਹੋ ਰਿਹਾ ਹੈ, ਘੱਟ ਗਿਣਤੀ ਨੂੰ ਨਿਗਲਣ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਕਰਕੇ ਸਿੱਖਾਂ ਦੇ ਵਿੱਚ ਜਾਂ ਮੁਸਲਮਾਨਾਂ ਦੇ ਵਿੱਚ ਖੌਫ ਆ। ਅਦਰਵਾਈਜ਼ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ, ਤੁਸੀਂ ਬਾਹਰਲੀਆਂ ਕੰਟਰੀਆਂ 'ਚ ਕੈਨੇਡਾ, ਅਮਰੀਕਾ, UK ਦੇ ਵਿੱਚ ਤੁਸੀਂ ਰੈਫਰੈਂਡਮ ਦੀ ਗੱਲ ਕਰਦੇ, ਪੰਜਾਬ 'ਚ ਇੱਕ ਵੀ ਬੰਦਾ ਹਜੇ 2% ਲੋਕ ਆ ਜਿਹੜੇ ਇਹ ਗੱਲ ਕਰਦੇ ਆ। 98% ਲੋਕ ਤਾਂ ਇਸ ਗੱਲ ਦੇ ਨਾਲ ਸਹਿਮਤ ਨਹੀਂ। ਮੈਂ ਇਹੋ ਗੱਲ ਤੁਹਾਡੇ ਤੋਂ ਪੁੱਛਣੀ ਚਾਹਾਂਗਾ, ਆਪਦੀ ਸਰਜ਼ਮੀਂ ਤੇ ਅਸੀਂ ਬਣਾ ਦਾਂਗੇ। ਬਰਾੜ ਜੀ, ਮੈਂ ਇਹ ਗੱਲ ਤੁਹਾਡੇ ਤੋਂ ਪੁੱਛਣੀ ਚਾਹਾਂਗਾ ਕਿ ਪੰਜਾਬ ਸਰਕਾਰ ਦਾ ਕੀ ਪ੍ਰਤੀਕਰਮ ਹੋਵੇਗਾ ਜਦੋਂ ਅਗਲੇ ਸਾਲ ਰੈਫਰੈਂਡਮ ਜਿਹੜਾ ਪੰਜਾਬ ਦੇ ਵਿੱਚ ਹੋਵੇਗਾ, ਕਿਉਂਕਿ ਤੁਹਾਡੀ ਸਰਕਾਰ ਮੌਜੂਦ ਹੈ 20 ਦੇ ਵਿੱਚ ਜਦੋਂ ਹੋਣਾ ਪੰਜਾਬ। ਬਾਈ ਜੀ ਮੈਂ ਤੁਹਾਨੂੰ ਵਾਰ-ਵਾਰ ਕਲੀਅਰ ਕਰ ਰਿਹਾ, ਬੇਗਾਨੇ ਮੁਲਕਾਂ ਦੇ ਵਿੱਚ ਲਹਿਰ ਚੱਲੀ ਆ। ਸਾਡੇ ਮੁਲਕ ਦੇ ਲੋਕਾਂ ਨੂੰ ਭਰੋਸੇ 'ਚ ਨਹੀਂ ਲਿਆ, ਨਾ ਲੋਕਾਂ ਦੇ ਅੰਦਰ ਕੋਈ ਗੱਲ ਹੈ। ਇੱਥੇ ਲੋਕ ਬੜੇ ਵਧੀਆ ਤਰੀਕੇ ਨਾਲ ਭਾਈਚਾਰਕ ਸਾਂਝ ਬਣਾ ਕੇ ਰਹਿ ਰਹੇ ਆ, ਕਿਸੇ ਨੂੰ ਕਿਸੇ ਨਾਲ ਕੋਈ ਸਮੱਸਿਆ ਨਹੀਂ। ਇਹ ਉੱਥੇ ਲਹਿਰ ਚੱਲੀ ਆ, ਉੱਥੇ ਉਹਨਾਂ ਲੋਕਾਂ ਨੇ ਚਲਾਈ ਹੈ ਜਿਨ੍ਹਾਂ ਦੇ ਕਾਰੋਬਾਰ ਸੁਰੱਖਿਅਤ ਆ, ਜਿਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਸੁਰੱਖਿਅਤ ਆ। ਮੈਂ ਕਹਿੰਦਾ ਜੀ, ਮੈਂ ਥੋੜੇ ਦਿਨ ਪਹਿਲਾਂ ਚੈਨਲ ਤੇ ਗੱਲ ਹੋਈ ਸੀ, ਗੁਰਪਤਵੰਤ ਸਿੰਘ ਪੰਨੂ ਜੀ ਨੇ ਚਿੱਠੀ ਲਿਖੀ ਸੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ, ਤਾਂ ਉਸ ਚਿੱਠੀ ਵਿੱਚ ਇੰਡੀਆ ਨਿਊਜ਼ ਤੇ ਡਿਬੇਟ ਹੋਈ ਸੀ ਇਸ ਵਿਸ਼ੇ ਤੇ। ਮੈਂ ਪੰਨੂ ਸਾਹਿਬ ਨਾਲ ਵੀ ਉਦੋਂ ਆਨਲਾਈਨ ਸਾਡੀ ਵਿੱਚ ਉਹਨਾਂ ਨੂੰ ਫੋਨ ਤੇ ਲਿਆ ਹੋਇਆ ਸੀ, ਸਾਡੀ ਗੱਲ ਹੋਈ ਸੀ। ਤੇ ਮੈਂ ਹੁਣ ਵੀ ਸੱਜਣ ਜਿਹੜੇ ਚਾਹੁੰਦੇ ਆ ਨਾ, ਜਿਹੜੇ ਹੁਣ ਇੱਥੇ ਵੀ ਮੋਢੀ ਬਣੇ ਹੋਏ ਆ, ਮੈਂ ਉਹਨਾਂ ਨੂੰ ਇਹ ਕਹਿਣਾ ਕਿ ਪੰਜਾਬ ਆ ਜਾਓ ਬਾਈ ਜੀ। ਜੇ ਤੁਹਾਨੂੰ ਇੱਥੇ ਬੈਠਿਆਂ ਨੂੰ ਬਹੁਤ ਫਿਕਰ ਆ ਪੰਜਾਬ ਦਾ, ਤਾਂ ਪੰਜਾਬ ਦੀ ਧਰਤੀ ਤੇ ਆ ਕੇ ਰੈਫਰੈਂਡਮ ਦੀ ਗੱਲ ਕਰੋ। ਠੀਕ ਹੈ, ਮੈਂ ਇੱਕ ਮਿੰਟ ਤੁਹਾਡੇ ਵੱਲ ਫੇਰ ਆਵਾਂਗਾ। ਤੁਸੀਂ ਚਰਨਜੀਤ ਸਿੰਘ ਜੀ, ਮੈਨੂੰ ਇਹਨਾਂ ਦੀ ਆਵਾਜ਼ ਪੂਰੀ ਨਹੀਂ ਸੁਣ ਰਹੀ। ਇਹਨਾਂ ਨੂੰ ਕਾਲੀਆਂ ਸੂਚੀਆਂ ਖਤਮ ਕਰਵਾਓ, ਪੰਜਾਬ ਆ ਜਾਣਗੇ। ਲੈਂਦੇ ਜ਼ਿੰਮੇਵਾਰੀ, ਕਾਲੀਆਂ ਸੂਚੀਆਂ ਖਤਮ ਕਰਵਾਓ। ਸਰਕਾਰ ਤੇ ਜੇ ਤੁਸੀਂ ਕਹਿੰਦੇ ਹੋ ਸੈਂਟਰ ਦੇ ਕਰਨੀ, ਤੁਸੀਂ ਰਿਕਮੈਂਡੇਸ਼ਨ ਭੇਜ ਦਿਓ, ਫਿਰ ਇੱਥੇ ਆ ਕੇ ਕਰਵਾ ਲੈਣਗੇ। ਪੱਟੀ ਸਾਹਿਬ, ਮੈਂ ਤੁਹਾਡੇ ਇਲਾਵਾ ਜਿਹੜੀ ਗੱਲ ਕਰ ਰਹੇ ਨੇ ਬਰਾੜ ਜੀ ਤੇ ਨਾਲ ਰਮਨਦੀਪ ਸਿੰਘ ਜੀ ਕਰ ਰਹੇ ਨੇ ਗੱਲ, ਤੇ ਤੁਸੀਂ ਕੀ ਕਹਿਣਾ ਚਾਹੋਗੇ ਅਗਰ ਇਲੈਕਸ਼ਨ BJP ਜਿੱਤਦੀ ਆ ਪੰਜਾਬ ਦੇ ਵਿੱਚ, ਜਿਹੜੀ 2019 ਵਿੱਚ ਹੋਣੀਆਂ ਨੇ, ਜਾਂ ਕਾਂਗਰਸ ਪਾਰਟੀ ਜਿੱਤਦੀ ਆ ਜਾਂ ਅਕਾਲੀ ਦਲ ਜਿੱਤਦਾ, ਕੋਈ ਵੀ ਪਾਰਟੀ ਜਿੱਤਦੀ ਆ, ਤੇ ਉਹ ਕੀ ਰੈਫਰੈਂਡਮ ਤੇ ਕੀ ਅਸਰ ਹੋਵੇਗਾ ਉਹਨਾਂ ਦਾ? ਵੇਖੋ ਜੀ, ਰੈਫਰੈਂਡਮ ਤੇ ਕੋਈ ਅਸਰ ਨਹੀਂ। ਰੈਫਰੈਂਡਮ ਏਦਾਂ ਚੱਲਦੇ ਰਹਿਣੇ, ਰੈਫਰੈਂਡਮ ਦੀ ਕੋਈ ਗੱਲ ਨਹੀਂ ਬਣੀ। ਜਿਹੜੀ ਮਰਜ਼ੀ ਪਾਰਟੀ ਜਿੱਤ ਜਾਵੇ, ਜੋ ਮਰਜ਼ੀ ਹੋ ਜਾਵੇ, ਉਹ ਕੋਈ ਫਰਕ ਨਹੀਂ ਪੈਂਦਾ। ਲੇਕਿਨ ਗੱਲ ਮੈਂ ਬਰਾੜ ਸਾਹਿਬ ਦੇ ਇਹੀ ਗੱਲ ਕਰਦਾ ਵੀ 1994 ਵਿੱਚ ਐਲਾਨਨਾਮਾ ਹੋਇਆ ਸੀ ਅਕਾਲ ਤਖਤ ਤੋਂ, ਤੇ ਕੈਪਟਨ ਸਾਹਿਬ ਦੇ ਸਾਈਨ ਆ, ਜਿਹੜੀ ਸਿੱਧੇ ਰੂਪ ਦੇ ਵਿੱਚ ਜਿਹੜੀ ਆਜ਼ਾਦ ਰਾਜ ਦੀ ਗੱਲ ਕਰਦਾ ਸੀਗਾ। ਚਲੋ ਅੱਜ ਕੈਪਟਨ ਸਾਹਿਬ ਮੁੱਖ ਮੰਤਰੀ ਬਣ ਗਏ, ਚਲੋ ਆਪਣੇ ਹਿਸਾਬ ਨਾਲ ਬਿਆਨ ਦਿੰਦੇ, ਵੱਖਰੀ ਗੱਲ, ਉਹਦੀ ਆਪਣੀ ਮਜਬੂਰੀ ਕੀ ਹੋ ਸਕਦੀ ਆ। ਲੇਕਿਨ ਬਰਾੜ ਸਾਹਿਬ ਬਾਰ-ਬਾਰ ਕਈ ਗੱਲ ਕਹੀ ਜਾ ਰਹੀ ਹੈ, ਤੁਸੀਂ ਸ਼ਾਇਦ ਫੋਲੋ ਨਹੀਂ ਕਰ ਰਹੇ। ਗੱਲ ਇਹ ਕਹੀ ਜਾ ਰਹੀ ਆ ਵੀ ਇਹ ਇਕੱਲੇ ਸਿੱਖਾਂ ਦੀ ਗੱਲ ਨਹੀਂ ਹੋ ਰਹੀ, ਪੂਰੇ ਪੰਜਾਬ ਦੀ ਗੱਲ ਹੋ ਰਹੀ ਹੈ, ਪੰਜਾਬ ਦੇ ਹੱਕਾਂ ਦੀ ਗੱਲ ਹੋ ਰਹੀ ਹੈ, ਪੰਜਾਬ ਨੂੰ ਸਬ ਸਟੇਟ ਬਣਾ ਕੇ ਜਿਹੜਾ ਉਜਾੜੇ ਨੇ ਉਹਦੀ ਗੱਲ ਹੋ ਰਹੀ ਹੈ। ਪੰਜਾਬ ਦੇ ਵੇਖੋ, ਹਿੰਦੁਸਤਾਨ ਦੇ ਕਿੰਨੀਆਂ ਸਟੇਟਾਂ ਨੇ, ਉਹਨਾਂ ਕੋਲ ਸਾਰੇ ਕੋਲ ਅਧਿਕਾਰ ਹੈ, ਆਪਣੇ ਡੈਮਾਂ ਦੇ ਅਧਿਕਾਰ ਹੈ, ਆਪਣੀਆਂ ਉਹਨਾਂ ਕੋਲ ਆਪਣੀਆਂ ਰਾਜਧਾਨੀਆਂ ਨੇ, ਉਹਨਾਂ ਦੇ ਆਪਣੇ ਇਲਾਕੇ ਨੇ।
ਸਾਡੇ ਕੋਲ ਪਾਣੀ ਖੋਇਆ ਜਾ ਰਿਹਾ ਵਾ, ਸਾਡੇ ਕੋਲ ਡੈਮ ਖੋਲੇ ਗਏ ਨੇ, ਸਾਡੀ ਰਾਜਧਾਨੀ ਖੋਲੀ ਗਈ। ਗੱਲ ਤੇ ਹੋ ਰਹੀ ਹੈ। ਪੱਟੀ ਸਾਹਿਬ ਬਰਾੜ ਸਾਹਿਬ ਨੇ ਗੱਲ ਕੀਤੀ ਹੈ, ਪੰਜਾਬੀਆਂ ਦੀ ਗੱਲ ਕੀਤੀ, ਇੱਕ ਮਿੰਟ ਸਮੁੱਚੇ ਪੰਜਾਬੀ ਦੀ ਗੱਲ ਕੀਤੀ ਜਾ ਰਹੀ ਹੈ ਵੀ ਪੰਜਾਬ ਨੂੰ ਜਿਹੜੇ ਪੰਜਾਬ ਦੇ ਹੱਕ ਨਹੀਂ ਮਿਲਦੇ ਤਾਂ ਦੇ ਰੈਫਰੈਂਡਮ 2020 ਦੀ ਲੋੜ ਪਈ ਜੀ। ਇਹ ਬਰਾੜ ਜੀ ਨੇ ਗੱਲ ਕੀਤੀ ਹੈ ਜਿਵੇਂ ਕਿ RSS ਦੀ ਜਾਂ BJP ਦੀ ਗੱਲ ਕੀਤੀ ਹੈ, ਤੁਸੀਂ ਇਹਦੇ ਬਾਰੇ ਕੀ ਪ੍ਰਤੀਕਰਮ ਦੇਣਾ ਚਾਹੋਗੇ? ਹੈਲੋ ਹਾਂਜੀ ਪੱਟੀ ਸਾਹਿਬ ਜੀ, ਬਰਾੜ ਜੀ ਉਹਨਾਂ ਨੇ ਗੱਲ ਕੀਤੀ ਹੈ RSS ਦੀ ਜਾਂ BJP ਦੀ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਵੇਖੋ ਜੀ, ਮੈਂ ਤੇ ਦੋਵਾਂ ਪਾਰਟੀਆਂ ਨੂੰ ਬਰਾਬਰ ਦੇ ਦੋਸ਼ੀ ਮੰਨਦਾ ਵਾਂ, ਕਿਉਂਕਿ ਜੇ ਕਾਂਗਰਸ ਨੇ 1984 ਦੇ ਵਿੱਚ ਜਿਹੜਾ ਵੇਖੋ ਜੋ ਦਿੱਲੀ ਦੇ ਜੋ ਕੁਝ ਹੋਇਆ ਵਾ, ਅਜੇ ਤੱਕ ਇਨਸਾਫ ਨਹੀਂ ਮਿਲਿਆ, ਤੇ 2002 ਦੇ ਵਿੱਚ ਜੋ ਗੁਜਰਾਤ ਦੇ ਵਿੱਚ ਹੈ ਉਹਦਾ ਵੀ ਇਨਸਾਫ ਨਹੀਂ ਮਿਲਿਆ। ਇਸੇ ਕਰਕੇ ਲੜਾਈ ਸਿਰਫ ਇਹਨਾਂ ਚੀਜ਼ਾਂ ਦੀ ਆ, ਭਾਵੇਂ RSS ਹੋਵੇ ਤੇ ਭਾਵੇਂ BJP ਹੋਵੇ। RSS ਸਿੱਖਾਂ ਦਾ ਕੁਛ ਨਹੀਂ ਵਿਗਾੜ ਸਕਦੀ, ਜੇ ਵਿਗਾੜਦੇ ਸੀ ਆਪਣਾ ਆਪ ਵਿਗਾੜਦੇ, ਸਾਡੇ ਲੀਡਰ ਵਿਗਾੜਦੇ ਨੇ। RSS 1925 ਦੀ ਬਣੀ, ਜਦੋਂ SCPC ਬਣੀ ਸੀ ਉਦੋਂ ਦੀ ਬਣੀ ਆ, ਸਾਡੇ ਕੀ ਵਿਗਾੜਿਆ RSS ਅਜੇ ਤੱਕ? ਬਰਾੜ ਜੀ ਜੋ ਪੱਟੀ ਸਾਹਿਬ ਕਹਿ ਰਹੇ ਨੇ ਤੁਸੀਂ ਕੀ ਜਵਾਬ ਦੋਗੇ? ਸਾਨੂੰ ਖਤਰੇ ਸਾਡੇ ਬਗਲ ਤੇ ਸ਼ੁਰੂ ਬਣੇ, ਸਾਡੀ ਕੱਛ ਜਿਹੜੇ ਵਰਕੇ ਸਾਨੂੰ ਵੱਢ ਰਹੇ ਨੇ। ਬਰਾੜ ਜੀ ਕੀ ਜਵਾਬ ਦੋਗੇ ਜੋ ਪੱਟੀ ਸਾਹਿਬ ਕਹਿ ਰਹੇ ਨੇ? ਮੈਨੂੰ ਮਾੜਾ ਜਿਹਾ ਕਿਰਪਾ ਕਰਕੇ ਦੱਸੋ ਜੀ, ਪੱਟੀ ਸਾਹਿਬ ਕਿਹੜੀ ਧਿਰ ਨਾਲ ਸੰਬੰਧ ਰੱਖਦੇ ਨੇ, ਕਿਹੜੀ ਪਾਰਟੀ ਨਾਲ, ਅਕਾਲੀ ਦਲ ਨਾਲ ਜਾਂ ਕਿਹਦੇ ਨਾਲ? ਮੈਂ ਕਿਸੇ ਪਾਰਟੀ ਨਾਲ ਨਹੀਂ ਜੀ, ਮੈਂ ਕਿਸੇ ਪਾਰਟੀ ਨਾਲ ਨਹੀਂ ਹੈਗਾ ਜੀ। ਮੈਂ ਉਹੀ ਕਨਫਰਮ ਕਰਨਾ ਜੀ ਪੱਟੀ ਸਾਹਿਬ, ਕਿਉਂਕਿ ਮੈਨੂੰ ਪਤਾ ਨਹੀਂ, ਜਾਣਕਾਰੀ ਨਹੀਂ ਵੀ ਕੌਣ ਕੌਣ ਵਿੱਚ ਜੁੜੇ ਹੋਏ ਲਾਈਨ ਤੇ, ਇਸ ਕਰਕੇ ਮੈਂ ਪੁੱਛਿਆ। ਮਾਫ ਕਰਨਾ ਜੀ, ਅੰਮ੍ਰਿਤਸਰ ਤੋਂ ਬੋਲ ਰਿਹਾ ਜਸਵੀਰ ਸਿੰਘ ਪੱਟੀ ਮੇਰਾ ਨਾਮ, ਪੱਤਰਕਾਰ ਯੂਨੀਅਨ ਦਾ ਮੈਂ ਪ੍ਰਧਾਨ, ਜਿਹਨੇ ਮਜੀਠੀਆ ਨਾਲ ਪੰਗਾ ਲਿਆ ਸੀ ਉਦੋਂ, ਔਰ ਮੈਂ ਨਵਾਂ ਜ਼ਮਾਨਾ ਅਖਬਾਰ ਤੇ ਪਹਿਰੇਦਾਰ ਦਾ ਰਿਪੋਰਟਰ, ਨਾਲ 2-3 ਮੈਗਜ਼ੀਨ ਮੈਂ ਐਡੀਟਰ ਹਾਂ। ਪਹਿਰੇਦਾਰ ਠੀਕ ਹੈ ਜੀ। ਮੇਰੀ ਅਸੀਂ ਪੰਜਾਬੀ ਦੇ ਹੱਕਾਂ ਦੀ ਗੱਲ ਕਰਦੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਾਂ। ਇਹ ਕਿਉਂ ਨਿਕਲਿਆ, ਕਿਉਂ ਗੱਲ ਹੋਈ, ਅਸੀਂ ਇਹਦੇ ਕਾਰਨ ਲੱਭ ਰਹੇ ਹਾਂ। ਸੁਣ ਲਓ ਜੀ, ਸੁਣ ਲਓ। ਪਹਿਰੇਦਾਰ ਪੱਟੀ ਸਾਹਿਬ ਜਿਹੜਾ ਪਹਿਰੇਦਾਰ ਅਖਬਾਰ ਹੀਰਨ ਸਾਹਿਬ ਵਾਲਾ ਕਿ ਹੋਰ ਦੂਜੇ ਦੇ ਹੋ? ਇਹ ਦੂਜਾ ਬਲਵਿੰਦਰ ਵਾਲਾ ਜੀ, ਬਲਵਿੰਦਰ ਵਾਲਾ, ਜਿਹਦੇ ਵਿੱਚ ਅਸੀਂ ਬਿਲਕੁਲ ਤੁਸੀਂ ਵੇਖਿਆ ਹੋਊਗਾ, ਅਸੀਂ ਕਦੀ ਵੀ ਕਿਸੇ ਦੀ ਖਬਰ ਨਹੀਂ ਰੋਕੀ, ਜਿਹੜੀ ਖਬਰ ਜਿਹਦੀ ਮਰਜ਼ੀ ਹੋਵੇ ਉਹਦੀ ਲਾਈਦੀ ਆ, ਜੇ ਸਾਡੇ ਖਿਲਾਫ ਤਾਂ ਅਸੀਂ ਉਹ ਵੀ ਲਾ ਦਿੰਦੇ ਆ। ਚਲੋ ਇਹ ਗੱਲ ਤਾਂ ਮੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਕਿ ਇੱਕੋ ਹਮਾਰਾ ਪਹਿਰੇਦਾਰ ਜਿਹਨੂੰ ਜਿਹੋ ਜਿਹੀ ਖਬਰ ਬਣਾ ਕੇ ਦਿੰਦੇ ਆ ਉਹੀ ਲਾਉਂਦਾ ਹੈ, ਹੋਰ ਕੋਈ ਨਹੀਂ ਲਾਉਂਦਾ, ਮੈਨੂੰ ਕਲੀਅਰ ਇਹਦਾ ਮੈਨੂੰ ਪਤਾ ਹੈ। ਅੱਛਾ ਪੱਟੀ ਸਾਹਿਬ, ਗੱਲ ਇਹ ਆ ਵੀ ਤੁਸੀਂ ਮੈਨੂੰ ਲੱਗਦਾ, ਮੈਂ ਤੁਹਾਡੀ ਜਦੋਂ ਤੁਸੀਂ ਵਿਚਾਰ ਚਰਚਾ ਚੱਲਦੀ ਸੀ ਤੇ ਮੈਂ ਤੁਹਾਡੀ ਗੱਲ ਨਾਲ ਐਂ ਲੱਗਦਾ ਸੀ ਕਿ ਤੁਸੀਂ ਕਾਫੀ ਵਧੀਆ ਜਾਣਕਾਰੀ ਸਾਨੂੰ ਦਿਓਗੇ, ਪਰ ਤੁਸੀਂ RSS ਤੇ BJP ਤੇ ਆ ਕੇ ਪਤਾ ਨਹੀਂ ਕਿਉਂ ਰੁਕ ਗਏ, ਔਰ ਤੁਸੀਂ ਕਹੀ ਜਾਂਦੇ ਹੋ ਕਿ ਸਾਨੂੰ ਇਹਨਾਂ ਤੋਂ ਖਤਰਾ ਨਹੀਂ। ਮੈਨੂੰ ਲੱਗਦਾ ਤੁਸੀਂ ਅੰਮ੍ਰਿਤਸਰ ਰਹਿੰਦੇ ਹੋ ਤੇ ਮੇਰੇ ਤੋਂ ਉਮਰ 'ਚ ਵੀ ਕਾਫੀ ਵੱਡੇ ਹੋ, ਮੈਂ ਤਾਂ ਉਸ ਸਮੇਂ ਬਹੁਤ ਛੋਟਾ ਸੀ ਜਦੋਂ ਦਾ ਮੈਂ ਘਟਨਾਕ੍ਰਮ ਤੁਹਾਨੂੰ ਦੱਸਣ ਲੱਗਿਆ। 1988 ਦੀ ਗੱਲ ਆ। ਤੁਸੀਂ ਹਰਬੰਸ ਲਾਲ ਖੰਨੇ ਨੂੰ ਜਾਣਦੇ ਹੋ ਕਿ ਜਿਹੜਾ BJP ਦਾ ਪ੍ਰਧਾਨ ਸੀ, RSS ਦਾ ਕਾਰਕੁਨ ਸੀਗਾ, ਅੰਮ੍ਰਿਤਸਰ ਦਾ ਨਾਮ ਸੁਣਿਆ ਹੋ ਤੁਸੀਂ ਉਹਦਾ? ਤੁਹਾਡੀ ਗੱਲ ਦਾ ਮੈਂ ਜਵਾਬ ਜੀ ਜੀ ਤੁਸੀਂ ਕਹਿ ਰਹੇ ਹੋ ਸਾਨੂੰ ਗੱਲ ਮੈਂ ਜਵਾਬ ਦਿੰਦਾ, ਸਾਨੂੰ ਇਹਨਾਂ ਤੋਂ ਜਾਣਦੇ ਹੋ ਨਾ, ਤੁਸੀਂ ਕਹਿੰਦੇ ਹੋ ਸਾਨੂੰ ਇਹਨਾਂ ਤੋਂ ਕੋਈ ਖਤਰਾ ਨਹੀਂ। ਹਰਬੰਸ ਲਾਲ ਖੰਨਾ ਇੱਕੋ ਵਾਜਹਾਤ ਬੰਦਾ ਏ। ਜਦੋਂ ਐਲਾਨ ਹੋ ਗਿਆ ਸੀ ਕਿ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਊਗਾ, ਤਾਂ ਹਰਬੰਸ ਲਾਲ ਖੰਨੇ ਨੇ ਆਪ ਦੇ ਨਾਲ ਕੁਝ ਘਟੀਆ ਸੋਚ ਵਾਲੇ ਕੁਝ ਬੰਦੇ ਲੈ ਕੇ ਤੇ ਡਾਂਗਾ ਸੋਟੀਆਂ ਦੇ ਉੱਤੇ ਬੀੜੀਆਂ ਸਿਗਰਟਾਂ ਦੇ ਬੰਡਲਾਂ ਨੂੰ ਬੰਨ੍ਹ ਕੇ ਸਾਰੇ ਸ਼ਹਿਰ 'ਚ ਗੇੜਾ ਦਿੱਤਾ ਸੀ ਕਿ ਤੁਸੀਂ ਬਣਾ ਕੇ ਦਿਖਾਓ ਪਵਿੱਤਰ ਸ਼ਹਿਰ ਨੂੰ ਸਿੱਖਾਂ ਨੂੰ। ਬਰਾੜ ਸਾਹਿਬ ਤੁਹਾਨੂੰ ਸ਼ਾਇਦ ਨਹੀਂ ਪਤਾ, ਮੈਂ ਤੁਹਾਨੂੰ ਦੱਸਦਾ ਵਾਂ ਉਹ ਕਿਉਂ ਹੋਇਆ ਸੀਗਾ। ਮੈਂ ਦੱਸਦਾ ਕਿਉਂ ਹੋਇਆ ਸੀਗਾ। ਪੂਰੀ ਆਲ ਇੰਡੀਆ ਸਿੱਖ ਫੈਡਰੇਸ਼ਨ ਨੇ ਇੱਕ ਮਾਰਚ ਕਰਨਾ ਸੀ 31 ਮਈ 1982 ਨੂੰ, ਠੀਕ ਹੈ ਜੀ। ਉਹ ਮਾਰਚ ਇਹ ਸੀਗਾ ਵੀ ਉਹਨਾਂ ਦੀ ਇਹ ਗੱਲ ਸੀ ਵੀ ਸੰਤ ਭਿੰਡਰਾਂਵਾਲੇ ਨੂੰ ਅਗਾਈ ਕਰਨੀ ਸੀਗੀ। ਮਾਰਚ ਇਹ ਸੀਗਾ ਵੀ ਅਸੀਂ ਜਿਹੜੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣਾ ਚਾਹੁੰਦੇ ਆ, ਕੋਈ ਮਾੜੀ ਗੱਲ ਨਹੀਂ ਸੀਗੀ। ਉਸ ਟਾਈਮ ਤੇ ਜੀ ਕਾਂਗਰਸੀ ਵੀ ਸ਼ਾਮਲ ਸੀ, BJP ਵੀ ਸ਼ਾਮਲ ਸੀ, ਜਨਸੰਘ ਵੀ ਸ਼ਾਮਲ ਸੀ, ਸਾਰੇ ਸ਼ਾਮਲ ਸੀ ਉਹਦੇ ਵਿੱਚ, ਜਿਨ੍ਹਾਂ ਨੇ ਵਿਰੋਧ ਕੀਤਾ। ਤੇ 28 ਮਾਰਚ 1982 ਨੂੰ ਇੱਕ ਵੱਖਰਾ ਮਾਰਚ ਕੱਢਿਆ, ਜਿਹਦੇ ਤੇ ਤਰਸ਼ੂਲਾਂ ਦੇ ਉੱਤੇ ਉਹਨਾਂ ਨੇ ਬੀੜੀਆਂ ਸਿਗਰਟਾਂ ਬੰਨ੍ਹ ਕੇ ਲਿਖਿਆ ਸੀਗਾ, ਬੀੜੀ ਸਿਗਰਟ ਪੀਵਾਂਗੇ, ਲੰਮੀ ਉਮਰ ਜੀਵਾਂਗੇ। ਤੇ ਸੰਤ ਭਿੰਡਰਾਂਵਾਲੇ ਨਾਲ ਸ਼ਾਇਦ 1000 ਬੰਦਾ ਨਾ ਆਉਂਦਾ, ਲੇਕਿਨ ਇਸ ਰੋਸ ਦੇ ਵਿੱਚੋਂ ਲੱਖਾਂ ਬੰਦੇ ਸੜਕਾਂ ਤੇ ਆ ਗਏ, ਜਿੱਥੋਂ ਪੰਜਾਬ ਦੇ ਹਾਲਾਤ ਖਰਾਬ ਹੋਏ। ਇਸ ਕਰਕੇ ਮੈਂ ਇਹ ਕਹੂੰਗਾ RSS ਦੇ ਇੱਕ ਬਰਾਬਰ ਦੀ ਦੋਸ਼ੀ ਹੈ। ਤੇ ਬਰਾੜ ਸਾਹਿਬ ਤੁਸੀਂ ਗੁੱਸਾ ਨਾ ਕਰੋ, ਸਾਡੇ ਭਰਾ ਵੀ ਦੋਸ਼ੀ ਨੇ ਜਿਨ੍ਹਾਂ ਨੇ 84 ਜੋ ਕੁਛ ਹੈ। ਤੁਸੀਂ ਮਹਿੰਗਾ ਕੀ ਗੱਲ ਕਰਨੀ, ਬਾਰ-ਬਾਰ ਕਰੀ, ਚੰਗੇ ਲੱਗੀਦਾ ਜੀ।
ਪੱਟੀ ਸਾਹਿਬ ਆਹੀ ਗੱਲ ਤੁਹਾਡੇ ਮੂੰਹੋਂ ਕਢਵਾਉਣੀ ਸੀ। ਤੁਸੀਂ ਪਹਿਲਾਂ ਕਹਿ ਗਏ ਸੀ ਕਿ ਆਰਐਸਐਸ ਬੀਜੇਪੀ ਦਾ ਦੋਸ਼ ਨਹੀਂ, ਸਾਡਾ ਸਿੱਖਾਂ ਦਾ ਦੋਸ਼ ਹੈ। ਇਹੀ ਤੁਹਾਡੇ ਮੂੰਹੋਂ ਕਢਵਾਉਣਾ ਸੀ। ਹਰਬੰਸ ਲਾਲ ਜੀ ਨਾ ਮੈਂ ਇਹ ਗੱਲ ਕਹੀ ਤੁਹਾਨੂੰ, ਮੈਂ ਕਿਹਾ ਜੀ ਸਾਨੂੰ ਕਿਸੇ ਕੋਈ ਖਤਰਾ ਨਹੀਂ, 125 ਦੀ ਆਰਐਸਐਸ ਕੰਮ ਕਰ ਰਹੀ ਆ, ਖਤਰਾ ਨਹੀਂ। ਅਸੀਂ ਕਿਹਾ ਵੀ ਉਹਦਾ ਮੁਕਾਬਲਾ ਅਸੀਂ ਕਰ ਸਕਦੇ ਹਾਂ। ਸ਼ਾਇਦ ਮੈਨੂੰ ਲੱਗਦਾ ਕਿਸੇ ਤੋਂ ਭਟਕ ਰਹੇ ਆ, ਜਿਹੜੀ ਗੱਲ ਅਸੀਂ ਕਰਨੀ ਸੀਗੀ ਉਸ ਤੋਂ ਅਸੀਂ ਦੂਰ ਚਲੇ ਗਏ ਆ। ਬਿਲਕੁਲ ਅਸੀਂ ਮੁੱਦੇ ਤੇ ਆਈਏ, ਮੈਂ ਗੱਲ ਕਰਾਂਗਾ ਜੀ, ਕਿਉਂਕਿ ਸਾਡਾ ਮੁੱਦਾ ਇਹ ਨਿਗਾ, ਸਾਡਾ ਮੁੱਦਾ ਇਹ ਸੀਗਾ ਕਿ ਕੀ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਜਿਹੜਾ ਰੈਫਰੈਂਡਮ 2020 ਹੋ ਰਿਹਾ ਆ, ਕਿ ਪੰਜਾਬ ਦੇ ਲੋਕਾਂ ਦਾ ਪ੍ਰਤੀਕਰਮ ਕੀ ਆ ਜਾਂ ਹੋਰ ਪਾਰਟੀਆਂ ਦਾ ਪ੍ਰਤੀਕਰਮ ਕੀ ਆ, ਜਾਂ ਇਹ ਕਿਉਂ ਹੋ ਰਿਹਾ ਵਾ, ਇਹ ਆਵਾਜ਼ ਕਿਉਂ ਉੱਠ ਰਹੀ ਆ। ਸਾਡਾ ਮੁੱਦਾ ਇਹ ਆ ਜੀ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇਸੇ ਮੁੱਦੇ ਵਿੱਚ ਰਹਿ ਕੇ, ਕਿਉਂਕਿ ਪ੍ਰੋਗਰਾਮ ਦਾ ਟਾਈਮ ਵੀ ਹੋਣ ਵਾਲਾ ਆ, ਇਸੇ ਮੁੱਦੇ ਵਿੱਚ ਰਹਿ ਕੇ ਤੁਸੀਂ ਆਪਣੇ ਜਿਹੜੇ ਵਿਚਾਰ ਆ ਉਹ ਦਿਓ। ਹਾਂ ਹਰਿੰਦਰ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਆਪਾਂ ਵਿਸ਼ੇ ਤੋਂ ਭਟਕ ਕੇ ਗੱਲ ਜਿਹੜੀ ਆ ਉਹ ਨਾ ਕਰੀਏ। ਆਪਾਂ ਜਿਹੜਾ ਵਿਸ਼ਾ ਆ ਮੇਨ ਉਹੀ ਰਹੀਏ ਕਿ ਕਿਉਂ ਹੋ ਰਿਹਾ ਵਾ। ਹਰੇਕ ਚੀਜ਼ ਜਦੋਂ ਵੀ ਕੋਈ ਘਟਨਾ ਵਾਪਰਦੀ ਆ ਉਸ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਇਸ ਦੇ ਪਿੱਛੇ ਵੀ ਬਹੁਤ ਸਾਰੇ ਕਾਰਨ ਹੈ, ਜਿਸ ਤਰ੍ਹਾਂ ਸਰਦਾਰ ਗੁਰਦੇਵ ਸਿੰਘ ਹੋਰਾਂ ਨੇ ਦੱਸਿਆ ਆ ਕਿ ਕਿਉਂ ਹੋ ਰਿਹਾ ਆ। ਉਹ ਵੀ ਮੁੱਖ ਇਸ ਚੀਜ਼ ਦਾ ਕਾਰਨ ਹੈਗਾ ਆ। ਜੇਕਰ ਗਾਂ 2019 ਦੀ ਇਲੈਕਸ਼ਨ ਆ ਰਹੀ ਆ, ਮੈਨੂੰ ਤੇ ਲੱਗਦਾ ਆ ਜੇਕਰ ਦੁਬਾਰਾ ਬੀਜੇਪੀ ਦੀ ਸਰਕਾਰ ਬਣਦੀ ਆ ਤਾਂ ਜਿਸ ਤਰ੍ਹਾਂ ਦੇ ਨਾਲ ਘੱਟ ਗਿਣਤੀਆਂ ਦੇ ਉੱਤੇ ਤਸ਼ੱਦਦ ਕਰ ਰਹੇ ਆ, ਹੋਰ ਵੀ ਕਈ ਤਰ੍ਹਾਂ ਜਿਹੜੀਆਂ ਉੱਭਰ ਕੇ ਸਾਹਮਣੇ ਆਉਣਗੀਆਂ, ਜਿਹੜੀਆਂ ਕਹਿਣਗੀਆਂ ਕਿ ਸਾਨੂੰ ਜਿਹੜਾ ਆ ਉਹ ਵੱਖ ਕਰ ਦਿਓ। ਕਿਉਂਕਿ ਜਿਸ ਤਰ੍ਹਾਂ ਦੇ ਨਾਲ ਤਸ਼ੱਦਦ ਹੋ ਰਿਹਾ, ਸੋਸ਼ਲ ਮੀਡੀਆ ਤੇ ਦੇਖ ਰਹੇ ਕਿਸ ਤਰ੍ਹਾਂ ਦੇ ਨਾਲ ਬੁਰਾ ਵਿਵਹਾਰ ਜਿਹੜਾ ਘੱਟ ਗਿਣਤੀਆਂ ਦੇ ਨਾਲ ਕੀਤਾ ਜਾ ਰਿਹਾ ਆ। ਪੰਜਾਬ ਦੀ ਗੱਲ ਕਰਾਂ, ਪੰਜਾਬ ਦੇ ਵਿੱਚ ਆ ਕੇ ਜਿਹੜਾ ਮਰਜ਼ੀ ਬਾਹਰੋਂ ਸਟੇਟ ਤੋਂ ਆ ਕੇ ਇੱਥੇ ਜ਼ਮੀਨ ਖਰੀਦ ਲੈਂਦਾ, ਇੱਥੇ ਰਹਿ ਸਕਦਾ। ਪੰਜਾਬੀ ਕਿਸੇ ਨੂੰ ਬਾਹਰ ਕਿਸੇ ਦੂਜੀ ਸਟੇਟ ਦੇ ਵਿੱਚ ਜਾ ਕੇ ਜਿਹੜੀ ਆ ਜ਼ਮੀਨ ਨਹੀਂ ਖਰੀਦ ਸਕਦਾ। ਇਹ ਵੀ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਦਰਪੇਸ਼ ਇਸ ਵੇਲੇ ਹੈਗੀਆਂ। ਪੰਜਾਬ ਨੂੰ ਰਨ ਬਣਾਤਾ, ਸਾਰਿਆਂ ਦੀ ਰਨ ਬਣਾਤਾ ਪੰਜਾਬ ਨੂੰ, ਜਿਹੜੇ ਸਾਡੇ ਲੀਡਰ ਆ ਨਾ। ਦੇਖੋ ਹਰਿੰਦਰ ਜੀ ਇਹੀ ਗੱਲ ਕੀਤੀ ਸੀ, ਮੈਂ ਪਹਿਲਾਂ ਜ਼ਿਕਰ ਇਹਦਾ ਕੀਤਾ ਸੀ ਕਿ ਲੋਕਾਂ ਦੇ ਵਿੱਚ ਖੌਫ ਪੈਦਾ ਹੋ ਗਿਆ ਹੈ, ਘੱਟ ਗਿਣਤੀਆਂ 'ਚ ਖੌਫ ਪੈਦਾ ਹੋ ਗਿਆ, ਜਿਸ ਕਰਕੇ ਇਹ ਗੱਲਾਂ ਇਹੋ ਜਿਹੀਆਂ ਹੋ ਰਹੀਆਂ। ਜਿੱਥੇ ਮਤਰੇਈ ਮਾਇਆ ਵਾਲਾ ਸੌਦਾ ਹੋ ਗਿਆ, ਮਤਰੇਈ ਮਾਇਆ ਵਾਲਾ ਕੰਮ ਹੋ ਰਿਹਾ ਨਾ, ਤਾਂ ਹੀ ਤਾਂ ਲੋੜ ਪਈ। ਮੈਂ ਇੱਕ ਗੱਲ ਰਿਪੀਟ ਕਰ ਦਿੰਦਾ, ਮੈਂ ਸ਼ੁਰੂ ਦੇ ਵਿੱਚ ਕਿਹਾ ਸੀਗਾ ਵੀ ਜੋ 2014 ਦੀ ਇਲੈਕਸ਼ਨ ਤੋਂ ਬਾਅਦ, 14 ਦੀ ਇਲੈਕਸ਼ਨ ਤੋਂ ਬਾਅਦ ਆਉਂਦਿਆਂ ਨੇ ਡਿਕਲੇਅਰ ਕਰਤਾ ਵੀ ਹਿੰਦੂ ਰਾਸ਼ਟਰ ਬਣਾਉਣਾ। ਇਹ ਕਿੱਥੋਂ ਜਨਮ ਹੋਇਆ ਰੈਫਰੈਂਡਮ ਦਾ? ਰਾਈਟ। ਮੈਨੂੰ ਇਹ ਸਮਝ ਨਹੀਂ ਆ ਰਹੀ ਵੀ ਇਹ ਜਿਹੜੇ ਉੱਥੇ ਰਹਿ ਰਹੇ ਲੋਕ ਹੈਗੇ ਵੀ ਉਹਨਾਂ ਨੂੰ ਨਹੀਂ ਸੁਣਦਾ। ਹੁਣ ਗੱਲ ਤਾਂ ਇਹ ਆ ਵੀ ਮਾੜੀ ਜਿਹੀ ਬਾਸਾ ਉਹਦੀ ਫੜ ਕੇ ਅੰਦਰ ਦੇ ਲਓ, ਡਾਂਗਾਂ ਪੈਣੀਆਂ, ਬੁਰੇ ਹਾਲਤ ਮੌਕੇ ਦਿਹਾੜੇ। ਹੁਣ ਰਹੀ ਗੱਲ ਇਹ ਜਿਹੜੇ ਬਾਹਰੋਂ, ਅਸੀਂ ਕਿਹੜੀ ਲਹਿਰ ਆ ਜਿਹੜੀ ਬਾਹਰੋਂ ਨਹੀਂ ਉੱਠੀ? ਹਰ ਲਹਿਰ ਬਾਹਰੋਂ ਉੱਠੀ। ਜੇ ਬੱਬਰ ਲਹਿਰ ਉੱਠੀ ਉਹ ਬਾਹਰੋਂ ਕੈਨੇਡਾ ਤੋਂ ਉੱਠੀ। ਜਿਹੜੇ ਪੜ੍ਹਨ ਗਏ ਸਾਡੇ ਸਟੂਡੈਂਟ ਕਰਤਾਰ ਸਿੰਘ ਸਰਾਭਾ ਵਰਗੇ, ਉਹ ਉੱਥੋਂ ਲਹਿਰ ਲੈ ਕੇ ਆਏ ਆ। ਹਰ ਲਹਿਰ ਬਾਹਰੋਂ ਉੱਠੀ ਆ। ਮੈਂ ਅੱਜ ਸਾਡੇ ਵਿੱਚ ਉਹ ਲੀਡਰ ਹੈ ਨਹੀਂ, ਅੱਜ ਕਾਸ਼ ਜਿੰਦੇ ਹੁੰਦਾ ਉਹ। ਮੈਂ ਹੁਣ ਅੱਗੇ ਲੈ ਚੁੱਕੇ ਨਾ, ਵੈਸੇ ਟੋੜਾ ਸਾਹਿਬ ਦਾ ਨਾਂ ਲੈ ਚੁੱਕੇ ਆ। ਅਸੀਂ ਮਜ਼ਾਰਾ ਕਰਦੇ ਹੁੰਦੇ ਸੀਗੇ, ਇੱਕ ਵਾਰ ਗੱਲ ਕੀਤੀ ਗਿਆਨੀ ਮੁਲਕ ਸੋਹਣੇ, ਅੱਜ ਉਹ ਵੀ ਸਾਡੇ ਵਿੱਚ ਹੈ ਨਹੀਂ। ਉਹ ਕਹਿੰਦੇ ਟੋੜਾ ਸਾਹਿਬ ਉੱਥੇ ਆਈਏ ਅਸੀਂ, ਉਹ ਕਹਿੰਦੇ ਗਿਆਨੀ ਜੀ ਤੁਹਾਡੀ ਲੋੜ ਨਹੀਂ ਉੱਥੇ ਜੀ, ਸਾਡੇ ਤਾਂ ਉੱਥੇ ਮਗਰ ਲੋਕ ਫਿਰਦੇ ਆ ਜੀ। ਜਹਦਾ ਜੀ ਕਦੋਂ ਅਸੀਂ ਮਜ਼ਾਰਾ ਕਰਨਾ? ਦੁਨੀਆ ਬਹੁਤ, ਜਿਹੜਾ ਤੁਸੀਂ 50 ਦਾ ਮਜ਼ਾਰਾ ਇੱਥੇ ਕਰ ਦਿੰਦੇ ਆ, ਇਹ ਜਿਹੜਾ ਉੱਥੇ ਦੁਖੀ ਕਰਦਾ। ਔਰ ਜਿਹੜੇ ਇਹ ਕਾਲ ਦਿੰਦੇ ਨਾ ਇੱਥੇ ਆਉਣ, ਜਿਹਦੇ ਉੱਥੇ ਜਾਣਾ ਪਊ ਉੱਥੇ ਵੀ ਜਾਇਆ ਜਾਊਗਾ, ਕੋਈ ਇਹੋ ਜਿਹੀ ਗੱਲ ਨਹੀਂ। ਮੈਂ ਕਹਿੰਦਾ ਕਲੀਅਰ ਕਰਨ ਲੋਕਾਂ ਨੂੰ, ਕਿਉਂ ਨਹੀਂ ਵੀਜ਼ੇ ਦਿੰਦੇ? ਦੇਣ ਵੀਜ਼ੇ। ਜਿਹੜੀ ਆਹ ਡੈਮੋਕ੍ਰੇਟ ਕੰਟਰੀ ਆ, ਚਾਹੇ ਕੋਈ ਵੀ ਗੈਰ ਇੱਥੇ ਇਹਦੇ ਖਿਲਾਫ ਬੋਲਦਾ, ਜਿਹੜਾ ਇੱਥੇ ਆਉਂਦਾ ਉਹਨੂੰ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈਗੀ ਆ। ਲੇਕਿਨ ਉੱਥੇ ਕੀ ਹੈਗਾ? ਉੱਥੇ ਉਤਰਦਾ ਪਹਿਲਾਂ ਕਹਿਣਾ ਜੇਲ੍ਹ 'ਚ ਸੁੱਟੋ। ਇਹ ਕਿਹੜੀ ਡੈਮੋਕ੍ਰੇਸੀ ਉੱਥੇ? ਠੀਕ ਹੈ ਆਪਣਾ, ਕਿਉਂਕਿ ਟਾਈਮ ਬਿਲਕੁਲ। ਮੈਂ ਸਰਦਾਰ ਕਮਲਜੀਤ ਸਿੰਘ ਜੀ ਬਰਾੜ, ਜੋ ਕਾਂਗਰਸ ਪਾਰਟੀ ਵੱਲੋਂ ਸਾਡੇ ਨਾਲ ਸ਼ਾਮਲ ਨੇ, ਮੈਂ ਤੁਹਾਨੂੰ ਅਖੀਰ ਦੇ ਵਿੱਚ ਪੁੱਛਣਾ ਚਾਹਾਂਗਾ ਕਿ ਤੁਸੀਂ ਅਗਰ ਇਹ ਜਿਹੜਾ 2020 ਰੈਫਰੈਂਡਮ ਹੈ ਇਹ ਕਾਮਯਾਬ ਹੁੰਦਾ ਜਾਂ ਨਹੀਂ ਹੁੰਦਾ, ਤੇ ਉਹਦੇ ਬਾਅਦ ਕੀ ਜਿਹੜੀ ਸਿਚੁਏਸ਼ਨ ਪੈਦਾ ਹੋਗੀ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਸਰਦਾਰ ਗੁਰਦੇਵ ਸਿੰਘ ਨੇ ਇੱਕ ਬੜੀ ਵਧੀਆ ਗੱਲ ਕੀਤੀ ਆ, ਉਹਦਾ ਮੈਂ ਥੋੜਾ ਜਿਹਾ ਉਹਨਾਂ ਦੀ ਵੀ ਇਸ ਗੱਲ ਦੀ ਮੈਂ ਤਾਇਦ ਕਰਦਾ ਕਿ ਜਿਹੜੀ ਵੀ ਲਹਿਰ ਖੜੀ ਹੁੰਦੀ ਆ, ਬਾਹਰੋਂ ਖੜੀ ਹੁੰਦੀ ਹੈ, ਠੀਕ ਆ। ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੇ ਔਰ ਸਾਰੀ ਗਦਰ ਪਾਰਟੀ ਨੇ, ਬਾਬਾ ਸੋਹਣ ਸਿੰਘ ਭਕਨਾ ਹੋਰਾਂ ਨੇ ਬੜੀ ਵੱਡੀ ਲਹਿਰ ਖੜੀ ਕੀਤੀ ਸੀ ਮੁਲਕ ਤੋਂ ਬਾਹਰੋਂ, ਔਰ ਉਸ ਲਹਿਰ ਨੂੰ ਲਿਆ ਕੇ ਪੰਜਾਬ ਦੇ ਵਿੱਚ ਕਾਮਯਾਬ ਕਰਨਾ ਚਾਹਿਆ। ਕੁਛ ਗਦਾਰਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ, ਜਿਸ ਕਰਕੇ ਉਹ ਲਹਿਰ ਫੇਲ ਹੋ ਗਈ। ਪਰ ਉਹਦੀ ਲਹਿਰ ਦੇ ਵਿੱਚ ਮਨਸ਼ਾ ਤੇ ਉਹਦੀ ਨੀਅਤ ਤੇ ਉਹਦੀ ਪਰਿਭਾਸ਼ਾ ਸਾਫ਼ ਸੀ, ਜਿਸ ਕਰਕੇ ਅੱਜ ਵੀ ਅਸੀਂ
ਉਸ 19 ਸਾਲ ਦੇ ਬਾਲਾ ਸ਼ਹੀਦ ਨੂੰ, ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰ ਰਹੇ ਹਾਂ। ਉਹ ਬਹੁਤ ਵੱਡੀ ਲਹਿਰ ਸੀ ਔਰ ਮੁਲਕ 'ਚ ਸਰਾਭਾ ਜੀ ਆਪ ਲੈ ਕੇ ਆਏ ਸੀ, ਆਪ ਸਰਾਭਾ ਜੀ। ਕਿ ਅੱਜ ਸਾਡੀ ਸਿੱਖ ਕੌਮ ਦੇ ਵਿੱਚ ਮੈਂ ਇਹ ਸੋਚਦਾ ਵੀ ਸਾਡੀ ਸਿੱਖ ਕੌਮ ਦੇ ਵਿੱਚ ਉਹੋ ਜਿਹਾ ਮਰਜੀਵੜਾ ਕੋਈ ਸਿੰਘ ਹੈਗਾ ਹੈ ਜਿਹੜਾ ਆਪਣੇ ਮੋਢਿਆਂ ਤੇ ਜ਼ਿੰਮੇਵਾਰੀ ਲੈ ਕੇ, ਜਿਹੜੇ ਇਸ ਗੱਲ ਤੋਂ ਡਰੀ ਜਾਂਦੇ ਆ ਕਿ ਸਾਨੂੰ ਹਿੰਦੁਸਤਾਨ ਦੀ ਧਰਤੀ ਤੇ ਉਹਨਾਂ ਨੂੰ ਫੜ ਕੇ ਜੇਲ੍ਹ ਸੁੱਟ ਦਿੱਤਾ ਜਾਊ। ਮੈਨੂੰ ਤਾਂ ਲੱਗਦਾ ਨਹੀਂ ਕੁਰਬਾਨ ਹੋਣਗੇ ਸਾਡੇ ਧਰਮ ਤੋਂ ਜਾਂ ਸਿੱਖਾਂ ਲਈ ਜਾਂ ਲੋਕਾਂ ਲਈ। ਠੀਕ ਹੈ ਜੀ ਬਰਾੜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੋਇਆਗਾ, ਡਰ ਨਹੀਂ ਚਾਹੀਦਾ। ਨੋ ਐਬਸੋਲੂਟਲੀ ਰੋਂਗ, ਐਬਸੋਲੂਟਲੀ ਰੋਂਗ ਇੰਟਰਪ੍ਰੀਟੇਸ਼ਨ ਹੈਗੀ ਆ। ਮੈਂ ਜੋ ਕਿਹਾ ਮੈਂ ਇਹ ਕਹਿਣਾ ਵੀ ਉਹ ਖੋਲਣ ਵੀਜ਼ੇ, ਦੇਣ ਵੀਜ਼ੇ ਦੇਣ, ਫੇਰ ਬੰਦਾ ਨਾ ਜਾਵੇ, ਫੇਰ ਬੰਦਾ ਨਾ ਜਾਵੇ। ਤੁਹਾਡੇ ਤੋਂ ਛੋਟੇ ਆ ਸਰਦਾਰ ਜੀ। ਨਹੀਂ ਜੀ, ਤੂੰ ਬੋਲਣ ਦੀ ਗੱਲ ਨਹੀਂ, ਮੈਂ ਉਹਦਾ ਤੁਹਾਡੇ ਸਿਰ ਜਵਾਬ ਦੇ ਰਿਹਾ। ਬਰਾੜ ਸਾਹਿਬ ਇੱਕ ਮਿੰਟ ਸੁਣੋ। ਮੈਂ ਪਹਿਲਾਂ ਕਹਿ ਚੁੱਕਾ ਨਾ ਵੀਰਾਂ ਨੂੰ ਵੀ ਜਿਹੜਾ 2020 ਦਾ ਤੁਹਾਡਾ ਬਲੂਪ੍ਰਿੰਟ ਉਹ ਤਿਆਰ ਕਰੋ, ਹੈ ਕੀ ਉਹ ਸਾਨੂੰ ਪਤਾ ਲੱਗਣਾ ਚਾਹੀਦਾ। ਬਿਲਕੁਲ ਬਿਲਕੁਲ ਜੀ, ਬਿਲਕੁਲ ਆਜੋ। ਗੱਲ ਬੜੀ ਵਧੀਆ ਢੰਗ ਦੇ ਨਾਲ ਦੱਸਿਆ ਗਿਆ, ਗਾਂ ਵੀ ਦੱਸਣਗੇ ਕੀ ਕਰ ਰਹੇ ਕੀ ਨਹੀਂ ਕਰ ਰਹੇ। ਉਹਦੀ ਚਰਨੋ ਜਰਬਾ ਕਿੱਥੇ ਗਾਂ ਕੀ ਕਰਾਂਗੇ ਉੱਥੇ। ਬੜਾ ਕਲੀਅਰ ਕੱਟ ਦੱਸ ਰਹੇ ਨੇ ਕਿ ਕੀ ਹੋਣਾ ਚਾਹੀਦਾ ਔਰ ਇਕੱਲੇ ਸਿੱਖਾਂ ਵਾਸਤੇ ਨਹੀਂ, ਪੂਰੇ ਪੰਜਾਬ ਵਾਸਤੇ ਆ। ਬੜਾ ਕਲੀਅਰ ਕੱਟ ਸਟੇਜ ਤੋਂ ਦੱਸ ਰਹੇ ਨੇ। ਇੱਕ ਮੈਂ ਹੋਰ ਲਫ਼ਜ਼ ਕਹਿਣਾ ਚਾਹੁੰਦਾ। ਹਾਂਜੀ, ਆਪਣੇ ਦੂਜੇ ਕਮਲ ਜੀ ਸੋਹਣਾ ਨੇ 20-50 ਪੁਆਇੰਟ ਲਿਖੋ। ਉਸ ਨੌਜਵਾਨ ਨੇ ਬੜੀ ਸੋਹਣੀ ਗੱਲ ਕੀਤੀ, ਬਾਬਾ ਸੋਹਣ ਸਿੰਘ ਭਕਨੇ ਦੀ ਗੱਲ ਉਹਨੇ ਕੀਤੀ। ਹਾਂਜੀ, ਮੈਨੂੰ ਉਹਦੀ ਗੱਲ, ਮੈਂ ਉਹਨਾਂ ਦੀ ਕਿਤਾਬ ਪੜ੍ਹੀ, ਉਹ 'ਚ ਲਿਖਦੇ ਆ ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਹੁਣੀ ਰਾਜ ਤੇ ਬੈਠੇ, ਪ੍ਰਾਈਮ ਮਿਨਿਸਟਰ ਬਣ ਗਏ, ਬਾਬਾ ਸੋਹਣ ਸਿੰਘ ਕੁਬਾ ਹੋ ਚੁੱਕਾ ਸੀਗਾ, ਸਾਈਡ ਬਾਈ ਸਾਈਡ ਜੇਲ੍ਹਾਂ 'ਚ ਉਹਦੀ ਜੇਲ੍ਹਾਂ ਕੱਟੀਆਂ ਸੀਆਂ। ਉਹਨੇ ਕਿਹਾ ਵੀ ਮੇਰਾ ਦੋਸਤ ਜਿਹੜਾ ਉਹ ਪ੍ਰਾਈਮ ਮਿਨਿਸਟਰ ਬਣ ਗਿਆ, ਮੈਂ ਮਿਲ ਕੇ ਆਵਾਂ। ਜਿਸ ਵੇਲੇ ਉਹ ਦਿੱਲੀ ਪਹੁੰਚਾ, ਜਾ ਕੇ ਦਿੱਲੀ ਪਹੁੰਚਾ, ਬਾਬਾ ਜੀ ਆਏ, ਬਾਬਾ ਜੀ ਆਏ, ਬਾਬਾ ਜੀ ਆਏ, ਚਾਹ ਲਿਆਓ, ਚਾਹ ਲਿਆਓ। ਬਾਬਾ ਜੀ ਦੇਖ ਕੇ ਕਹਿੰਦਾ, ਪੰਡਿਤ ਜੀ ਜੇ ਮੈਂ, ਉਹ ਟੋਡੀ ਦਵਾਏ ਉਹੀ ਬੈਠੇ ਜਿਹੜੇ ਜੇਲ੍ਹਾਂ ਸਿੱਟਦੇ ਸੀ। ਉਹ ਕਹਿੰਦੇ ਪੰਡਿਤ ਜੀ मैं आ ਕੀ ਦੇਖ रहा हूँ। बाबा जी ऐसा ही होता है, वो ऐसा ही होता है कि वो चाह का कप छड्ड के वो थल्ले उतरिया है। बाकी दी जिंदगी फिर नेहरू की जेल चों नहीं कट्टी। ये आज़ादी हिंदुस्तान नूं मिली होगी, पंजाब गुलाम हो गया। ठीक है जी, मैं ਉਹ ਦਵਾਈ ਕਿੰਨੇ ਮਿਲ ਬਾਦੋ ਸਭ ਹਿਸਾਬ ਕਰੋ। ਦਵਾਈ ਆਜ਼ਾਦੀ ਦੱਸੋ, ਦਵਾਈ ਕਿੰਨੇ ਵੀ ਪਤਾ ਕਰੋ ਨਾ ਤਰੀਕ, ਇਹਦਾ ਹਿਸਾਬ ਕਰੋ। ਸਿੱਖਾਂ ਨੇ 80-90% ਕੁਰਬਾਨੀਆਂ ਦੇ ਕੇ ਦਵਾਈ ਆ। ਠੀਕ ਹੈ ਜੀ, ਮੈਂ ਔਰ ਜਿਨ੍ਹਾਂ ਨਾਲ ਵਾਅਦੇ ਕੀਤੇ ਗਏ ਸੀਗੇ ਭਈ ਤੁਹਾਨੂੰ ਉੱਤਰੀ ਭਾਰਤ ਵਿੱਚ ਗਿਆ ਖਿੱਤਾ ਹੋ, ਵਹਾਂ ਪਰ ਆਪ ਵੀ ਆਜ਼ਾਦੀ ਕਰਨੇ ਮਾਨ ਸਕੇਂਗੇ। ਲੇਕਿਨ ਹੋਇਆ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈਗਾ ਔਰ ਮੇਰੇ ਵੀਰ ਜਿਹੜੇ ਹੈਗੇ ਆ, ਅਸੀਂ ਪਾਰਟੀਆਂ ਵੰਡੇ ਆ, ਮੇਰੇ ਵੀਰ ਉਹ ਕਿਉਂ ਨਹੀਂ, ਉਹ ਜਰਾਇਮ ਪੇਸ਼ਾ, ਉਹ ਕਿਉਂ ਕਾਹਦੇ ਜਰਾਇਮ ਪੇਸ਼ਾ ਅਸੀਂ ਹੈਗੇ ਆ। ਉਹ ਉਸ ਵੇਲੇ ਸਰਦਾਰ ਕਪੂਰ ਸਿੰਘ ਸਾਰੀ ਜ਼ਿੰਦਗੀ ਜਦ ਕੋ ਗਿਆ ਸੀ ਪਾੜ ਕੇ ਉਹ ਸਿੱਟ ਦੱਸ ਗਿਆ, ਉਹ ਰੋਲਦਾ ਰਿਹਾ, ਪ੍ਰਵਾਹ ਨਹੀਂ ਹੋਣੀ ਕੀਤੀ। ਠੀਕ ਹੈ ਪੱਟੀ ਸਾਹਿਬ, ਜੇਕਰ ਜਿਹੜਾ 2020 ਰੈਫਰੈਂਡਮ ਅਗਰ ਕਾਮਯਾਬ ਹੁੰਦਾ ਤੇ ਆਰਥਿਕ ਪਾਲਿਸੀਆਂ ਜਿਹੜੀਆਂ ਉਹ ਕੀ ਹੋਣਗੀਆਂ? ਇਹੀ ਤੇ ਮੈਂ ਕਹਿਣ ਡਿਆ ਜੀ, ਆਰਥਿਕ ਪਾਲਿਸੀਆਂ ਤੁਹਾਡੀਆਂ ਕੀ ਹੋਣਗੀਆਂ, ਕਿਵੇਂ ਡਿਵੈਲਪ ਕਰੋਗੇ। ਵੇਖੋ ਦੱਸ ਰਹੇ ਨੇ ਜੀ, ਰੱਬ ਨੇ ਦੱਸਿਆ ਹੈਗਾ। ਕੱਲ ਤੁਹਾਨੂੰ ਆਪੇ ਖਬਰ ਸਾਰਿਆਂ ਨੂੰ ਮਿਲ ਜਾਣੀ ਪੂਰੇ ਵਰਲਡ ਦੇ ਵਿੱਚ ਕਿ ਕੀ ਪਾਲਿਸੀਆਂ ਨੇ ਔਰ ਕਿੱਦਾਂ ਉਹਨਾਂ ਬੜੀ ਭਰੀ ਸਟੇਜ ਦੇ ਵਿੱਚ ਸਾਰਿਆਂ ਨੂੰ ਦੱਸਿਆ। ਉਹ ਦੁਨੀਆ ਦਾ ਮਤਲਬ ਇਹ ਥੋੜਾ ਵੀ ਖਾਲਸਾ ਬਣ ਗਿਆ, ਨਹੀਂ ਉਹਦੇ ਵਿੱਚ ਤੇ ਅੱਜ ਦੱਸਿਆ ਵੀ ਕੀ ਪਾਲਿਸੀਆਂ ਆਉਣਗੀਆਂ ਔਰ ਕਿੱਦਾਂ ਗਾਂ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਕੀ ਸਹੂਲਤਾਂ ਆਉਣਗੀਆਂ, ਕਿੱਦਾਂ ਉਹਨੂੰ ਚਲਾਇਆ ਜਾਏਗਾ, ਉਹਦੀ ਰੂਪਰੇਖਾ ਕੀ ਹੈ, ਉਹ ਕੱਲ ਸਾਰੀ ਦੱਸੀ ਗਈ ਹੈ ਔਰ ਆਉਣ ਵਾਲੇ ਸਮੇਂ ਵਿੱਚ ਵੀ ਟਾਈਮ ਨਾਲ ਜ਼ਰੂਰ ਦੱਸੀ ਜਾਏਗੀ। ਹਾਂਜੀ, ਨਹੀਂ ਉਹਦਾ ਸਪੈਸੀਫਿਕ ਜਿਹੜਾ ਬਕਾਇਦਾ ਉਹਦਾ ਹੋਣਾ ਚਾਹੀਦਾ ਆ, ਕਿਉਂਕਿ ਉਹਦਾ ਬਕਾਇਦਾ ਮਿਲਣਾ ਚਾਹੀਦਾ ਵੀ ਕੀ ਹੋਵੇਗਾ ਬਾਅਦ ਦੇ ਵਿੱਚ। ਬਿਲਕੁਲ ਜੀ, ਬਿਲਕੁਲ। ਪਹਿਲਾਂ ਆਪਣਾ ਬਲੂਪ੍ਰਿੰਟ ਤਿਆਰ ਕਰੋ, ਆਪਣਾ ਸਾਰਾ ਹੋ ਗਿਆ ਜੀ, ਹੋ ਗਿਆ, ਕਰਦੇ ਪਏ ਨੇ, ਚੱਲ ਰਿਹਾ ਪ੍ਰੋਸੈਸ, ਵਰਕ ਹੋ ਰਿਹਾ ਜੀ, ਵਰਕ ਹੋ ਰਿਹਾ। ਆਉਣ ਵਾਲੇ ਸਮੇਂ 'ਚ ਜ਼ਰੂਰ ਦੱਸਿਆ ਜਾਏਗਾ। ਉਹਦੇ ਤੇ ਵਰਕ ਹੋ ਰਿਹਾ, ਉਹ ਬਾਅਦ ਵਿੱਚ ਪਤਾ ਲੱਗੇਗਾ। ਸੋ ਮੈਂ ਇਸ ਵੇਲੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ। ਇੱਕ ਆਖਰੀ ਗੱਲ, ਆਖਰੀ ਅੱਧਾ ਮਿੰਟ ਲੈਣਾ ਤੁਹਾਡਾ। ਹਾਂਜੀ ਦੱਸੋ। ਹਾਂਜੀ ਮੈਂ ਕਹਿੰਦਾ ਵੀ ਆਪਾਂ ਚਲੋ ਹੋ ਸਕਦਾ ਰੈਫਰੈਂਡਮ 2020 ਆਉਣ ਨਾਲ ਸਾਡੇ ਦੇਸ਼ ਦੀ ਤਕਦੀਰ ਬਦਲ ਜਾਵੇ। ਹੋ ਸਕਦਾ ਪ੍ਰਮਾਤਮਾ ਇਹ ਕਰੇ ਵੀ ਚੰਗੇ ਆਗੂ ਨੂੰ ਜਿਹੜੇ ਦੀ ਤਲਾਸ਼ ਕਰ ਰਹੇ ਲੰਬੇ ਸਮੇਂ ਤੋਂ, ਕਿਸੇ ਸਿੱਖ ਆਗੂ ਦੀ ਮਰਜੀਵੜੇ ਦੀ ਜਿਹੜਾ ਕੁਰਬਾਨ ਹੋਣ ਵਾਲਾ ਮਿਲ ਜਾਵੇ ਕੌਮ ਨੂੰ। ਹੈਗੇ ਬੜੇ ਆ ਕੌਮ ਚ ਅੱਗੇ ਨਹੀਂ ਆ ਰਹੇ, ਪਰ ਮੈਂ ਇਹ ਕਹਿੰਦਾ ਵੀ ਹੁਣ ਤੁਸੀਂ ਉਹੀ ਪਿੰਡਾਂ ਗੱਲਾਂ ਨੂੰ ਕਿਉਂ ਛੱਡ ਨਹੀਂ ਰਹੇ ਕਿ ਉਹਦੀ ਬਣਾਵਾਂਗੇ ਜੀ। ਬਣਾਓਗੇ ਕਿਉਂ? ਉਹਨੂੰ ਸ਼ੁਰੂ ਕਰ ਲਿਆ ਤੁਸੀਂ, ਉਹਦੀ ਪਰਿਭਾਸ਼ਾ ਲੋਕਾਂ ਨੂੰ ਦੱਸ ਕੇ ਉਹਦੇ ਪਿੱਛੇ ਲੋਕਾਂ ਨੂੰ ਲਾਓ।
ਤੁਸੀਂ ਕਹਿੰਦੇ ਹੋ ਅਸੀਂ ਉਹ ਚੱਲ ਰਿਹਾ ਜੀ, ਉਹ ਚੱਲ ਰਿਹਾ, ਉਹ ਚੱਲ ਰਿਹਾ ਜੀ, ਟੀਮ ਵਰਕ ਕਰ ਰਹੀ ਚੱਲ ਰਿਹਾ ਬੜੇ ਸੱਜੇ ਢੰਗ ਨਾਲ ਕੰਮ ਹੋ ਰਿਹਾ। ਸਾਡੀ ਵੀ ਸਲਾਹ ਹੈ, ਮੇਰੀ ਬੇਨਤੀ ਸੁਣੋ, ਲੋਕਾਂ ਨੇ ਪਿਛਲੇ ਸਮੇਂ ਦੇ ਵਿੱਚ ਜੁੱਤੀਆਂ ਬੜੀਆਂ ਖਾਧੀਆਂ ਇੱਥੇ, ਇਸ ਕਰਕੇ ਹਰ ਕੋਈ ਸੋਚਦਾ ਕਿ ਬੜੇ ਤਰੀਕੇ ਨਾਲ ਚੱਲਿਆ ਜਾਵੇ। ਸਾਡਾ 1.5 ਲੱਖ ਨੌਜਵਾਨ ਮਾਰ ਦਿੱਤਾ ਗਿਆ ਝੂਠੇ ਪੁਲਿਸ ਮੁਕਾਬਲਿਆਂ ਚ, 1.5 ਲੱਖ ਜਿਹੜਾ ਖਾਪਾ ਰੈਫਰੈਂਡਮ ਨਿਕਲਿਆ ਵੀ ਉਹ ਚੋਂ ਹੀ ਇਸ ਆ। ਕਰਕੇ ਹਰ ਜਿਹੜੀ ਗੱਲ ਜਿਹੜੀ ਨਾ ਬੜੇ ਤਰੀਕੇ ਤੇ ਸਲੀਕੇ ਨਾਲ ਕਰਨੀ ਪਊਗੀ ਇੱਥੇ। ਇਹ ਸਾਡੀ ਉਹ ਸਰਦਾਰ ਜੀ ਸੁਣ ਲਓ, 30 ਸੈਕਿੰਡ ਮਿਹਨਤ ਕਰਕੇ ਲੈ ਜਾ, ਮੈਂ ਸੁਣ ਲਓ, ਮੇਰਾ ਸਵਾਲ ਨਹੀਂ ਪੂਰਾ ਹੋਇਆ, ਤਾਂ ਹੀ ਨਹੀਂ ਕੌਮ ਕਾਮਯਾਬ ਹੁੰਦੀ। ਸਾਡੀ ਦੱਸੋ ਜੀ, ਸੁਣਨ ਵਾਲਿਆਂ ਦੀ ਕਮੀ ਆ, ਬੋਲਣ ਵਾਲਿਆਂ ਦੀ ਕਮੀ ਨਹੀਂ ਹੈਗੀ। ਸੁਣ ਲਓ ਯਾਰ, ਮਿਹਨਤ ਕਰਕੇ ਦੱਸੋ। ਉਹ ਅਸੀਂ ਵੀ ਹੋ ਸਕਦਾ ਸਾਥ ਦੇਈਏ, ਅਸੀਂ ਵੀ ਸਿੱਖ ਹਾਂ, ਅਸੀਂ ਵੀ ਚਾਹੁੰਦੇ ਆ ਕਿ ਸਾਡਾ ਝੰਡਾ ਬੁਲੰਦ ਹੋਵੇ। ਰਾਜਨੀਤਿਕ ਲੋਕ ਹੈਗੇ ਆ, ਅਸੀਂ ਪਾਰਟੀ ਨਾਲ ਸੰਬੰਧ ਰੱਖਦੇ, ਪਰ ਅਸੀਂ ਪਹਿਲਾਂ ਸਿੱਖ ਹਾਂ ਯਾਰ, ਸਾਡੀ ਵੀ ਸੁਣ ਲਓ। ਤੁਸੀਂ ਕੋਈ ਬਹੁਤਾ ਸੱਚੇ ਸਿੱਖ ਨਹੀਂ, ਅਸੀਂ ਵੀ ਮਜੀਠੀਏ ਹੋਰਾਂ ਨੂੰ ਵਿਗਾੜਦੇ ਆ, ਜਿਹੜੇ ਸਭ ਤੋਂ ਵੱਧ ਜਿਨ੍ਹਾਂ ਨੇ ਪੰਜਾਬ ਦੇ ਜਵਾਨ ਮੇਰੀ ਬੇਨਤੀ ਕੀਤੀ 30 ਸੈਕਿੰਡ ਦੀ ਗੱਲ ਕਰੋ, ਤੁਸੀਂ 30 ਸੈਕਿੰਡ ਇਦਾਂ ਵੇਸਟ ਕਰਤੇ। ਛੱਡ ਕੇ ਜੇ ਸਾਡੇ ਸਿੱਖ ਆਗੂਆਂ ਦੇ ਕਰਕੇ ਸਾਡਾ ਨੁਕਸਾਨ ਹੋਇਆ, ਜੇ ਤੁਸੀਂ ਬਾਬਾ ਸੋਹਣ ਸਿੰਘ ਭਕਨਾ ਦੀ ਗੱਲ ਕੀਤੀ ਆ, ਉਹਨਾਂ ਮੂਹਰੇ ਸਿਰ ਝੁਕਦਾ ਸਾਡਾ। ਜੇ ਸਾਡੇ ਮਾੜੇ ਸਿੱਖ ਲੀਡਰ ਜਿਹੜੇ ਪੈਦਾ ਹੋਏ, ਜਿਹੜੇ ਪੋਲੀਟੀਕਲ ਲੀਡਰ ਹੋਏ, ਜਿਨ੍ਹਾਂ ਤੋਂ ਲਿਆ ਨਹੀਂ ਗਿਆ ਕੁਛ ਆਗੂਆਂ ਤੋਂ, ਸੂਬਾ ਬਣਨ ਵੇਲੇ, ਦੇਸ਼ ਬਣਨ ਵੇਲੇ, ਉਹਨਾਂ ਦਾ ਪਿੱਛਾ ਕਿਉਂ ਕਰਦੇ ਹੋ? ਠੀਕ ਹੈ ਜੀ, ਬਣਾਓ, ਠੀਕ ਹੈ ਜੀ, ਤੁਹਾਡਾ ਬੰਦੇ ਚੁਣੋ, ਆਗੂ ਚੁਣੋ, ਇਹੋ ਜਿਹਾ ਬੰਦਾ ਚੁਣੋ ਆਗੂ ਜਿਹਦੇ ਮਗਰ ਲੋਕ ਲੱਗ ਸਕਣ ਜੀ, ਤੇ ਭਰੋਸਾ ਕਰ ਸਕਣ ਲੋਕ। ਉਹਦੀ ਪਰਿਭਾਸ਼ਾ ਬਣਾ ਕੇ ਸਿੱਟੋ ਲੋਕਾਂ ਦੇ ਵਿੱਚ ਕਿ ਅਸੀਂ ਆਹ ਕਰਨਾ ਚਾਹੁੰਦੇ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਬਿਨਾਂ ਗੱਲ ਤੋਂ ਤੁਸੀਂ ਭੀੜਾਂ ਇਕੱਠੀਆਂ ਕਰਕੇ, ਸੁਣ ਲਓ ਜੀ, ਭੀੜਾਂ ਇਕੱਠੀਆਂ ਕਰਕੇ ਸੜਕਾਂ ਤੇ ਲੋਕਾਂ ਨੂੰ ਖੜਾ ਕੇ, ਭੀੜਾਂ ਦੇ ਦਿਮਾਗ ਨੇ ਫਿਰ ਗੁੰਮ ਕਰ ਰਹੇ ਸੋਚ ਨਹੀਂ ਹੁੰਦੀ। ਲੋਕਾਂ ਨੂੰ ਬਦਨਾਮ, ਆਪਣੀ ਕੌਮ ਨੂੰ ਕਿਉਂ ਬਦਨਾਮ ਕਰ ਰਹੇ ਹੋ? ਇੰਨੀ ਗੁੰਮਰਾਹ ਤੁਸੀਂ ਕਰ ਰਹੇ ਹੋ, ਰੌਲਾ ਨਾ ਪਾਓ, ਲੋਕਾਂ ਦੇ ਵਿੱਚ ਗਲਤਫਹਿਮੀ। ਠੀਕ ਹੈ ਜੀ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ। ਭਾਈ ਸਾਹਿਬ ਜੀ, ਬਹੁਤ ਤੁਹਾਡਾ ਧੰਨਵਾਦ ਹੈ, ਕਿਉਂਕਿ ਪ੍ਰੋਗਰਾਮ ਜਿਹੜਾ ਉਹਦਾ ਸਮਾਂ ਜਿਹੜਾ ਇਸ ਵੇਲੇ ਬਿਲਕੁਲ ਖਤਮ ਹੋ ਚੁੱਕਾ ਹੈ। ਜਿੰਨੇ ਵੀ ਸਾਡੇ ਨਾਲ ਜੁੜੇ ਨੇ ਇਸ ਵੇਲੇ ਇਸ ਪ੍ਰੋਗਰਾਮ ਦੇ ਵਿੱਚ, ਸਰਦਾਰ ਜਸਵੀਰ ਸਿੰਘ ਜੀ ਪੱਟੀ, ਸਰਦਾਰ ਹਰਿੰਦਰ ਸਿੰਘ ਜੀ ਗਿੱਲ ਅਤੇ ਸਰਦਾਰ ਰਮਨਦੀਪ ਸਿੰਘ ਜੀ ਭੰਗਚਰੀ ਅਤੇ ਸਰਦਾਰ ਕਮਲਜੀਤ ਸਿੰਘ ਜੀ ਬਰਾੜ ਅਤੇ ਸਰਦਾਰ ਗੁਰਦੇਵ ਸਿੰਘ ਜੀ ਚੌਹਾਨ ਅਤੇ ਸਰਦਾਰ ਕਰਨੈਲ ਸਿੰਘ ਜੀ ਪੀਰ ਮੁਹੰਮਦ ਅਤੇ ਸਰਦਾਰ ਦਿਲਬਾਗ ਸਿੰਘ ਜੀ ਯੂਰਪ ਤੋਂ, ਤੇ ਸਾਰੇ ਜਿੰਨੇ ਹੋਰ ਵੀ ਸਾਡੇ ਨਾਲ ਕਾਲ ਲਾਈਨਾਂ ਤੇ ਵਿਰਸਾ ਸਿੰਘ ਬਟੋਹਾ ਜਿਹੜੇ ਵੀ ਜੁੜੇ ਨੇ, ਅਸੀਂ ਸਭ ਦਾ ਸਿੱਖ ਚੈਨਲ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ। ਇਹ ਜਿਹੜੇ ਵਿਚਾਰ ਦਰਸ਼ਕੋ, ਇਹ ਇਹਨਾਂ ਦੇ ਸਾਰੇ ਆਪਣੇ ਵਿਚਾਰ ਨੇ ਜਿਹੜੇ ਇਹਨਾਂ ਨੇ ਦਿੱਤੇ ਨੇ, ਸਾਰਿਆਂ ਦੇ ਆਪੋ ਆਪਣੇ ਵਿਚਾਰ ਨੇ। ਸੋ ਇਹ ਜਿਹੜੀਆਂ ਵਿਚਾਰਾਂ ਆ, ਇਹ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਵੇਖਦੇ ਰਹੋ ਕਿ ਬਿਹਾਈਂਡ ਦਾ ਹੈਡਲਾਈਨ ਜਿਹੜਾ ਉਹ ਇਸੇ ਤਰ੍ਹਾਂ ਉਹ ਜਾਰੀ ਰਹੇਗਾ। ਤੁਸੀਂ ਜ਼ਰੂਰ ਸਿੱਖ ਚੈਨਲ ਜਿਹੜਾ ਉਹ ਵੇਖੋ ਤੇ ਰਿਪੋਰਟਾਂ ਜਿਹੜੀਆਂ ਨੇ ਉਹ ਜ਼ਰੂਰ ਵੇਖਿਆ ਕਰੋ। ਤੁਸੀਂ ਜ਼ਰੂਰ ਇਹ ਪ੍ਰੋਗਰਾਮ ਜਿਹੜਾ ਉਹਨੂੰ ਜ਼ਰੂਰ ਵੇਖਿਆ ਕਰੋ। ਸੋ ਇੱਕ ਵਾਰ ਮੈਂ ਫਿਰ ਦੱਸ ਦੇਵਾਂ ਕਿ ਇਹਦੇ ਵਿੱਚ ਜਿੰਨੇ ਵੀ ਵਿਚਾਰ ਆਏ ਨੇ ਉਹ ਸਾਰੇ ਪਾਰਟੀਆਂ ਦੇ ਵੱਲੋਂ, ਚਾਹੇ ਕਾਂਗਰਸ ਪਾਰਟੀ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਬੀਜੇਪੀ ਹੈ, ਚਾਹੇ ਕੋਈ ਵੀ ਹੈ, ਉਹਨਾਂ ਦੇ ਸਾਰੇ ਆਪਣੇ ਵਿਚਾਰ ਨੇ। ਸੋ ਤੁਸੀਂ ਵੇਖਦੇ ਰਹੋ ਬਿਹਾਈਂਡ ਦਾ ਹੈਡਲਾਈਨਸ। ਆਓ, ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ। ਆਪਾਂ ਬੁਲਾਈਏ ਫਤਿਹ, ਸਾਰੇ ਪਿਆਰ ਨਾਲ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।